सत श्री अकाल जी। मेरा नाम रमनजीत कौर है। ਅੱਜ ਦਾ ਸਾਡਾ ਟੌਪਿਕ ਹੈ ਐਗਰੀਗੇਟ ਸਪਲਾਈ ਕੁੱਲ ਪੂਰਤੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੀ ਜਿਹੜੀ ਇਕਨੋਮੀ ਹੈ, ਇਕਨੋਮੀ ਦੇ ਵਿੱਚ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਕਿੱਥੇ ਹੁੰਦੀ ਹੈ, ਜਿੱਥੇ ਡਿਮਾਂਡ ਤੇ ਸਪਲਾਈ ਕੀ ਹੁੰਦੇ ਨੇ, ਇਕੁਅਲ ਹੁੰਦੇ ਨੇ। ਐਗਰੀਗੇਟ ਡਿਮਾਂਡ ਬਾਰੇ ਆਪਾਂ ਹੁਣ ਪੜ੍ਹ ਚੁੱਕੇ ਹਾਂ। ਐਗਰੀਗੇਟ ਡਿਮਾਂਡ ਦਾ ਮਤਲਬ ਸੀਗਾ ਕਿ ਸਾਰੇ ਜਿਹੜੇ ਕਸਟਮਰਸ ਨੇ ਆਪਣੇ 4 ਸੈਕਟਰਸ ਨੇ, ਚਾਹੇ ਇੰਡੀਵਿਜੂਅਲ ਸੈਕਟਰ ਹੈ, अपना हाउस होल्ड सेक्टर है, चाहे अपना प्रोड्यूसर सेक्टर है, चाहे अपना गवर्नमेंट सेक्टर है, चाहे अपना इंपोर्ट एक्सपोर्ट वाला सेक्टर है, मीन इंटरनेशनल सेक्टर है। ठीक है, हाँ 4 सैक्टर से द्वारा जो भी गुड्स एंड सर्विसेज की डिमांड की जाती सी टोटल करते सी, दैट इज कॉल्ड एग्रीगेट डिमांड। ਤੇ ਐਗਰੀਗੇਟ ਸਪਲਾਈ ਹੈ ਜਿਹੜੀ ਹੈ ਦੂਸਰਾ ਪੱਖ ਹੈ ਇਕਨੋਮੀ ਦੇ ਵਿੱਚ ਇਕੁਇਲਿਬ੍ਰੀਅਮ ਦਾ। ਐਗਰੀਗੇਟ ਸਪਲਾਈ ਦਾ ਮਤਲਬ ਕੀ ਹੈ? ਕੁੱਲ ਪੂਰਤੀ। आप आज के टॉपिक के पढ़ांगे ऑब्जेक्टिव्स ऑफ एग्रीगेट सप्लाई एंड एग्रीगेट सप्लाई इन मैक्रो इकोनॉमिक्स ते जेडी माइक्रो इकोनॉमिक्स है ओदे विच की डिफरेंस है, एंड एग्रीगेट सप्लाई कर्व इन अ शॉर्ट रन एंड लॉन्ग रन एंड मीडियम रन, एंड उस तो बाद स्लोप ऑफ मीडियम रन एग्रीगेट सप्लाई कर्व है जेडी वो किद्दां शिफ्ट हुंदी है लॉन्ग रन ते शॉर्ट रन दे विच सप्लाई कर्व। ठीक है, तो सब तो पहला आज ਅਸੀਂ देखते हैं कि व्हाट इज सप्लाई। सप्लाई है कि देखो जिमें कि ਆਪਾਂ देखते हैं कि एग्रीगेट डिमांड है ਜਿਹੜੀ एग्रीगेट डिमांड ਦਾ ਮਤਲਬ ਹੁੰਦਾ ਹੈ ਕਿ ਆਪਣੀ ਇਕਨੋਮੀ ਦੇ ਵਿੱਚ ਮਤਲਬ ਕਿੰਨੀ ਟੋਟਲ ਡਿਮਾਂਡ एग्रीगेट डिमांड हो रही है जो कस्टमर्स प्रोड्यूसर्स गवर्नमेंट एंड अपने जो फॉरनर्स ने ਜਾਂ ਆਪਾਂ एक्सपोर्ट इंपोर्ट ਦੇ ਵਿੱਚ ਹੋ ਰਹੀ ਹੈ। ठीक है, एंड ਉਸ ਤੋਂ ਬਾਅਦ सप्लाई ਦਾ मतलब ਕੀ ਹੈ? एग्रीगेट सप्लाई मीन ਸਾਡੀ ਇਕਨੋਮੀ ਦੇ ਵਿੱਚ ਕਿੰਨੀ ਟੋਟਲ प्रोडक्शन हो रही है। देखो अपनी इकॉनमी के जिन्नियां भी फर्म्स ने, जिन्ने भी प्रोड्यूसर्स ने, सारे की करते हैं गुड्स ਨੂੰ प्रोड्यूस करते हैं, ਤਾਂ ਉਹ ਗੁड्स ਦੀ आउटपुट भी ਜਿਹਨੂੰ ਆਪਾਂ ਕਹਿੰਦੇ ਆ। आउटपुट ਦੇ प्रोडक्शन किस चीज़ ਤੇ डिपेंड करती है? फैक्टर ऑफ प्रोडक्शन ਤੇ डिपेंड करती है, लैंड लेबर एंड कैपिटल ਤੇ डिपेंड करती है। ठीक है, ਤੇ एग्रीगेट ਜਿਹੜੀ ਹੈ सप्लाई ਸਾਨੂੰ ਕੀ शो करती है? क्वांटिटी ऑफ गुड्स, क्वांटिटी ऑफ गुड्स शो करती है कि ਕਿੰਨੀਆਂ ਜਿਹੜੀਆਂ ਗੁੱਡਸ ਨੇ ਉਹਨਾਂ ਦੀ ਜਿਹੜੀ ਟੋਟਲ ਸਪਲਾਈ ਹੈ ਮਾਰਕੀਟ ਦੇ ਵਿੱਚ ਹੋ ਰਹੀ ਹੈ। ਮਤਲਬ ਕਿੰਨੇ ਜਿਹੜੇ ਪ੍ਰੋਡਿਊਸਰਸ ਨੇ, ਫਰਮਸ ਨੇ, ਸਾਰੀਆਂ ਆਪਣੀ ਇਕਨੋਮੀ ਦੇ ਵਿੱਚ ਜਿੰਨੀ ਵੀ ਪ੍ਰੋਡਕਸ਼ਨਸ ਹੋ ਰਹੀ ਹੈ ਉਹਦੀ ਕੁਆਂਟੀਟੀ ਕਿੰਨੀ ਹੈ। ਮੀਨਸ ਇੰਨੀਆਂ ਗੁੱਡਸ ਨੇ ਜਿਹੜੀਆਂ ਉਹ ਸੇਲ ਦੇ ਲਈ ਪ੍ਰੋਡਿਊਸਰਸ ਤੇ ਫਰਮਸ ਦੇ ਦੁਆਰਾ ਕੀ ਕੀਤੀਆਂ ਜਾਂਦੀਆਂ ਨੇ? ਮਾਰਕੀਟਸ ਦੇ ਵਿੱਚ प्रोडक्शन तो बाद सेल के लिए पहुंचाई जाती है, दैट इज अ सप्लाई। ठीक है, कहते सम फर्म्स ऑपरेट इन द परफेक्टली कॉम्पिटिटिव मार्केट एंड सम इन द मोनोपोलिस्टिक मार्केट। जिवें कि तुहानूं पता ही कि अपनी इकॉनमी दे विच जिहड़ियां मार्केट्स ने वो भी डिफरेंट टाइप्स ऑफ मार्केट्स हुंदियां ने। परफेक्ट कॉम्पीटिशन जिहदे विच लार्ज नंबर ऑफ बायर्स ते सैलर्स हुंदे ने, ते प्रोडक्ट्स हुंदे ने जिहड़े वो होमोजीनियस हुंदे ने, प्राइस हुंदी है जिहड़ी इंडस्ट्री फिक्स करती है। ਤੇ ਇੰਪਰਫੈਕਟ ਕੰਪੀਟੀਸ਼ਨ ਵਿੱਚ ਮੋਨੋਪੋਲੀ ਆਉਂਦੀ ਹੈ, ਮੋਨੋਪੋਲਿਸਟਿਕ ਆਉਂਦੀ ਤੇ ਓਲੀਗੋਪੋਲੀ ਆਉਂਦੀ ਹੈ, ਜਿਨ੍ਹਾਂ ਦੇ ਵਿੱਚ ਜਿੰਨੀ ਵੀ ਪ੍ਰੋਡਕਸ਼ਨ ਹੁੰਦੀ ਆ ਉਹ ਕੀ ਹੁੰਦੀ ਹੈ? ਡਿਫਰੈਂਟ ਹੁੰਦੀ ਹੈ ਦੂਸਰੇ ਤੋਂ। ਪ੍ਰਾਈਸ ਦੇ ਬੇਸ ਤੇ ਵੀ ਡਿਫਰੈਂਟ ਹੁੰਦੀ ਹੈ ਤੇ ਪ੍ਰੋਡਕਟ ਡਿਫਰੈਂਸ਼ੀਏਟ ਹੁੰਦਾ ਹੈ। ਠੀਕ ਹੈ, ਤੇ ਇਹਨਾਂ ਦੀ ਜਿਹੜੀ ਪ੍ਰਾਈਸ ਹੈ ਇਹ ਖੁਦ ਇਹ ਆਪਣੀ ਜੋ ਹੈ ਫਰਮ ਉਹ ਕੀ ਕਰਦੀ ਹੁੰਦੀ ਹੈ? ਫਿਕਸ ਕਰਦੀ ਹੁੰਦੀ ਆ। ਤਾਂ ਕਹਿੰਦੇ ਜਿੰਨੀਆਂ ਵੀ ਮਾਰਕੀਟਸ ਨੇ ਉਹ ਸਾਰੀਆਂ ਮਾਰਕੀਟਸ ਦੀ ਕਹਿੰਦੇ ਇਹਦੇ ਵਿੱਚ ਸਪਲਾਈ ਆਉਂਦੀ ਹੈ ਕਿ ਸਾਰੀ ਮਾਰਕੀਟਸ ਦੇ ਦੁਆਰਾ, ਚਾਹੇ ਇੰਪਰਫੈਕਟ ਕੰਪੀਟੀਸ਼ਨ ਹੈ ਚਾਹੇ ਪਰਫੈਕਟ ਕੰਪੀਟੀਸ਼ਨ ਹੈ, ਮੀਨਸ ਕਿੰਨੀ ਜਿਹੜੀ ਟੋਟਲ ਪ੍ਰੋਡਕਸ਼ਨ ਹੈ ਡਿਫਰੈਂਟ ਪ੍ਰਾਈਸਿਸ ਤੇ ਉਹ ਮਾਰਕੀਟ ਦੇ ਵਿੱਚ ਲਿਆਂਦੀ ਜਾਂਦੀ ਹੈ। ਜਿਹੜੀ ਆਪਣੀ ਐਗਰੀਗੇਟ ਸਪਲਾਈ ਕਰਵ ਹੈ ਉਹਨੂੰ ਐਸ ਦੇ ਨਾਲ ਡਿਨੋਟ ਕੀਤਾ ਜਾਂਦਾ ਹੁੰਦਾ ਹੈ, ਐਂਡ ਜਿਹੜੀ ਡਿਮਾਂਡ ਕਰਵ ਹੁੰਦੀ ਹੈ ਉਹਨੂੰ AD ਦੇ ਨਾਲ ਡਿਨੋਟ ਕੀਤਾ ਜਾਂਦਾ ਹੁੰਦਾ ਹੈ। then AS curve ਸਾਨੂੰ describe ਕਰਦੀ ਹੈ total quantity of goods and services that an economy will produce at different prices levels। ਕਿਉਂਕਿ ਹੁਣ ਜਿੰਨੀ ਵੀ ਇਹ total production ਹੁੰਦੀ ਆ, quantity of goods ਦੀ ਸਪਲਾਈ ਹੁੰਦੀ ਆ, ਇਹਨਾਂ ਦੀ ਸਭ ਦੀ ਪ੍ਰਾਈਸਿਸ ਕੀ ਹੁੰਦੀ ਹੈ? ਡਿਫਰੈਂਟ ਹੁੰਦੀ ਆ, ਕਿਉਂਕਿ ਮਾਰਕੀਟ ਦੇ ਵਿੱਚ ਪ੍ਰੋਡਕਟ ਡਿਫਰੈਂਸ਼ੀਏਟ ਮੀਨਸ ਆਪਣੀ ਡਿਫਰੈਂਟ ਮਾਰਕੀਟਸ ਪਾਈਆਂ ਜਾਂਦੀਆਂ ਨੇ। ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਹੈ, ਇਨਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਹੈ, ਤਾਂ ਉਹਦੇ ਵਿੱਚ ਜਿੰਨੇ ਵੀ ਕਹਿੰਦੇ ਆਪਣੇ ਪ੍ਰੋਡਕਟਸ ਹੁੰਦੇ ਨੇ ਉਹਨਾਂ ਦੀ ਜਿਹੜੀ ਪ੍ਰਾਈਸਿਸ ਹੈ ਉਹ ਕੀ ਹੁੰਦੀ ਹੈ? ਡਿਫਰੈਂਟ ਹੁੰਦੀ ਆ। ਤਾਂ ਡਿਫਰੈਂਟ ਕੁਆਂਟੀਟੀ ਹੈ ਜਿਹੜੀ ਡਿਫਰੈਂਟ ਪ੍ਰਾਈਸਿਸ ਤੇ ਕੀ ਕੀਤੀ ਜਾਂਦੀ ਆ? ਸੇਲ ਕੀਤੀ ਜਾਂਦੀ ਆ ਮਾਰਕੀਟ ਦੇ ਵਿੱਚ। AS curve however needs further discussions of several issues ਆਪਾਂ ਦੇਖਾਂਗੇ ਜਿਹੜੇ ਇਹਦੇ ਵਿੱਚ ਆਉਣ ਵਾਲੇ ਨੇ। ਤਾਂ ਆਪਣੀ ਜਿਹੜੀ AS curve ਹੈ ਹੌਰੀਜ਼ੌਂਟਲ ਵੀ ਹੁੰਦੀ ਆ, AS curve ਵਰਟੀਕਲ ਵੀ ਹੁੰਦੀ ਹੈ। ਠੀਕ ਹੈ, ਇਹਨਾਂ ਦੇ ਬਿਟਵੀਨ ਵੀ ਹੁੰਦੀ ਆ। ਤਾਂ ਸ਼ਾਰਟ ਰਨ ਦੇ ਵਿੱਚ AS ਤੇ ਆਪਣੀ AS curve ਦੀ ਲੌਂਗ ਰਨ ਦੇ ਵਿੱਚ ਕੀ ਸ਼ੇਪਸ ਹੋਣਗੀਆਂ ਅੱਜ ਆਪਾਂ ਨੇ ਉਹ ਦੇਖਣੀਆਂ ਨੇ। ਤਾਂ ਆਪਾਂ ਕਲਾਸੀਕਲ ਐਂਡ ਕੇਨਜ਼ੀਅਨ ਵਿਊ ਆਫ ਐਗਰੀਗੇਟ ਸਪਲਾਈ ਕਰਵ ਵੀ ਦੇਖਾਂਗੇ। ਤਾਂ ਸਭ ਤੋਂ ਪਹਿਲਾਂ ਐਗਰੀਗੇਟ ਸਪਲਾਈ ਆਫ ਐਨ ਇਕਨੋਮੀ ਦੇਖਦੇ ਹਾਂ ਕਿ ਐਗਰੀਗੇਟ ਸਪਲਾਈ ਹੈ ਜਿਹੜੀ ਉਹ ਇਕਨੋਮੀ ਦੇ ਵਿੱਚ ਕੀ ਹੁੰਦੀ ਆ। ਲੌਜੀਕਲੀ ਕਹਿੰਦੇ ਆਪਾਂ ਕਹਿੰਦੇ ਨੇ ਕਿ ਐਗਰੀਗੇਟ ਸਪਲਾਈ ਕਰਵਸ ਬਾਈ ਐਡਿੰਗ ਟੂਗੇਦਰ ਦ ਸਪਲਾਈ ਕਰਵਸ ਆਫ ਆਲ ਫਰਮਸ ਇਨ ਦ ਇਕਨੋਮੀ।
ਵੈਸੇ ਆਪਾਂ ਦੇਖੀਏ, ਆਪਾਂ ਕਹਿੰਦੇ ਨੇ ਕਿ ਇਕੋਨਮੀ ਦੇ ਵਿੱਚ ਜਿੰਨੀਆਂ ਵੀ ਆਲ ਫਰਮਸ ਨੇ, ਆਪਾਂ ਉਹਨਾਂ ਦਾ ਐਗਰੀਗੇਟ ਕਰਦੇ ਆ ਕਿ ਸਾਰੀਆਂ ਫਰਮਸ ਕਿੰਨੀ ਪ੍ਰੋਡਕਸ਼ਨ ਕਰਨਗੀਆਂ, ਤਦ ਆਪਾਂ ਉਹਨਾਂ ਨੂੰ ਕੀ ਕਹਿੰਦੇ ਨੇ, ਸਪਲਾਈ ਕਹਿੰਦੇ ਆ। ਬਟ ਕਹਿੰਦੇ ਇਹਦੇ ਵਿੱਚ ਕੀ ਆ, the logic behind the relationship between the overall price level in the economy and the level of aggregate output, that is AS curve, is very different from the logic behind of individual firm supply curve। ਹੁਣ ਦੇਖੋ ਜਿਹੜੀ ਸਪਲਾਈ ਹੁੰਦੀ ਆ, ਇੱਕ ਤਾਂ ਉਹ ਇੱਕ ਫਰਮ ਦੇ ਦੁਆਰਾ ਕੀਤੀ ਜਾਂਦੀ ਹੈ, ਇੰਡੀਵਿਜੂਅਲ ਸਪਲਾਈ ਹੁੰਦੀ ਹੈ, ਇੱਕ ਐਗਰੀਗੇਟ ਸਪਲਾਈ ਹੁੰਦੀ ਹੈ, ਮੀਨਸ ਮਾਰਕੀਟ ਸਪਲਾਈ ਹੁੰਦੀ ਆ। ਇੰਡੀਵਿਜੂਅਲ ਸਪਲਾਈ ਜੋ ਇੱਕ ਫਰਮ ਸਪਲਾਈ ਕਰਦੀ ਹੈ, ਅਗਰ ਆਪਾਂ ਸਾਰੀਆਂ ਫਰਮਸ ਨੂੰ ਮਿਲ ਕੇ ਉਹਨਾਂ ਦੀ ਸਪਲਾਈ ਦੇਖਦੇ ਤਾਂ ਆਪਾਂ ਉਹਨਾਂ ਨੂੰ ਮਾਰਕੀਟ ਸਪਲਾਈ ਬੋਲ ਦਿੰਦੇ ਆ। ਠੀਕ ਹੈ ਕਿ ਮਾਰਕੀਟ ਦੇ ਵਿੱਚ ਇੰਨੀ ਸਪਲਾਈ ਹੋ ਰਹੀ ਆ। ਅਗਰ ਸਾਰੀ ਇਕੋਨਮੀ ਦੀ ਆਪਾਂ ਸਾਰੀਆਂ ਫਰਮਸ ਦੀ ਇਕੋਨਮੀ ਵਿੱਚ ਜਿੰਨੀਆਂ ਵੀ ਫਰਮਸ ਨੇ ਉਹਨਾਂ ਦੀ ਗੱਲ ਕਰੀਏ, ਸਾਰੀਆਂ ਮਾਰਕੀਟਸ ਦੀ ਗੱਲ ਕਰੀਏ, ਤਾਂ ਉਹ ਜਿੰਨੀ ਕੁਆਂਟੀਟੀ ਨੂੰ ਪ੍ਰੋਡਿਊਸ ਕਰਦੀਆਂ ਨੇ ਤੇ ਉਹਨਾਂ ਨੂੰ ਸਪਲਾਈ ਕਰਦੀਆਂ ਨੇ, ਸੇਲ ਕਰਦੀਆਂ ਨੇ, ਤਾਂ ਆਪਾਂ ਉਹਨਾਂ ਨੂੰ ਕੀ ਕਹਿੰਦੇ ਆ, ਐਗਰੀਗੇਟ ਸਪਲਾਈ ਕਹਿੰਦੇ ਆ। ਕਹਿੰਦੇ देयर इज अ डिफरेंस बिटवीन द मार्केट सप्लाई एंड एग्रीगेट सप्लाई। एग्रीगेट मीन्स टोटल सप्लाई। ठीक है, कहते एग्रीगेट एएस कर्व इज नॉट अ मार्केट सप्लाई एंड इट इज नॉट द सिंपल सम ऑफ ऑल इंडिविजुअल सप्लाई कर्व। कहते सिंपल सारिया फर्म्स की सप्लाई का टोटल करके एग्रीगेट सप्लाई अपन नहीं कर सकते। कहते यू शुड बी, कहते की कह सकते हैं, एग्रीगेट सप्लाई कर्व्स की मोर टर्म है, कहते ब्रॉडर टर्म है। कहते मैनी फर्म्स कहते ਜਿਹੜੀਆਂ ਹੁੰਦੀਆਂ ਨੇ ਰਿਸਪੌਂਸ ਹੁੰਦੀਆਂ ਨੇ ਮਾਰਕੀਟ ਪ੍ਰਾਈਸਿਸ ਨੂੰ, ਜਦੋਂ ਸਾਰੀਆਂ ਫਰਮਸ ਇੱਕ ਗੁੱਡਸ ਦੀ ਪ੍ਰੋਡਕਸ਼ਨ ਕਰਨਗੀਆਂ ਤਾਂ ਇਹਨਾਂ ਦੇ ਵਿੱਚੋਂ ਕੁਝ ਦੇ ਥਰੂ ਤਾਂ ਜਿਹੜੇ ਪ੍ਰਾਈਸਿਸ ਹੁੰਦੇ ਨੇ ਉਹ ਇਨਕਰੀਜ਼ ਡਿਕਰੀਜ਼ ਹੁੰਦੇ ਨੇ, ਕੁਝ ਦੇ ਥਰੂ ਕੀ ਹੁੰਦੇ ਨੇ, ਫਿਕਸ ਰਹਿੰਦੇ ਨੇ। ਕਹਿੰਦੇ ਇਹਨਾਂ ਦੇ ਵਿੱਚ ਇੰਪਰਫੈਕਟ ਕੰਪੀਟੀਸ਼ਨ ਤੇ ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਹੈ, ਜਿਹਦੇ ਥਰੂ ਕਹਿੰਦੇ ਡਿਫਰੈਂਟ ਟਾਈਪਸ ਆਫ ਜਿਹੜੀ ਸਪਲਾਈ ਹੈ ਗੁੱਡਸ ਦੀ ਉਹ ਕੀਤੀ ਜਾਂਦੀ ਹੈ। ਤਾਂ ਸਪਲਾਈ ਦੇ ਵਿੱਚ ਵੀ ਚੇਂਜਸ ਆਉਂਦੇ ਨੇ, ਸਪਲਾਈ ਵੀ ਕੀ ਹੋ ਸਕਦੀ ਹੈ, ਇਨਕਰੀਜ਼ ਡਿਕਰੀਜ਼ ਹੋ ਸਕਦੀ ਹੈ। कहते overall price level changes, input prices changes, and because may firms in the economy set prices as will output। कहते ਹੁਣ ਜਿਹੜੀ ਪ੍ਰਾਈਸਿਸ ਇਕਨੋਮੀ ਦੇ ਵਿੱਚ ਸੈੱਟ ਹੁੰਦੀ ਆ, ਪ੍ਰਾਈਸਿਸ ਦੇ ਥਰੂ ਵੀ ਕਹਿੰਦੇ ਸਪਲਾਈ ਤੇ ਇਫੈਕਟ ਪੈਂਦਾ ਹੈ। ਹੁਣ ਜੇ ਪ੍ਰਾਈਸਿਸ ਹਾਈ ਹੋ ਜਾਂਦੀਆਂ ਨੇ ਤਾਂ ਸਪਲਾਈ ਇਨਕਰੀਜ਼ ਹੋ ਜਾਂਦੀ ਆ, ਅਗਰ ਪ੍ਰਾਈਸਿਸ ਡਿਕਰੀਜ਼ ਹੋ ਜਾਂਦੀਆਂ ਨੇ ਤਾਂ ਸਪਲਾਈ ਡਿਕਰੀਜ਼ ਹੋ ਜਾਂਦੀ ਹੈ। ਕਿਉਂਕਿ ਪ੍ਰਾਈਸਿਸ ਹਾਈ ਹੋਣ ਦਾ ਮੇਨ कॉज की होंदा है, रीजन की होंदा है, एग्रीगेट डिमांड का इंक्रीज होना। हुण जो एग्रीगेट डिमांड इंक्रीज होएगी तो एग्रीगेट सप्लाई भी की होएगी, इंक्रीज होएगी। पर एग्रीगेट सप्लाई जिहड़ी इंक्रीज होएगी वो शॉर्ट रन ते लॉन्ग रन दे विच कहंदे इक्वली नहीं होएगी, और डिफरेंट वे दे नाल शॉर्ट रन ते लॉन्ग रन दे विच जिहड़ी एग्रीगेट सप्लाई है वो की होएगी, इंक्रीज होएगी। तां कहंदे जिहड़ी प्राइस हुंदी है इकोनॉमी दे विच कहंदे वो सप्लाई ते भी डिपेंड करदी आ, ते उस तो बाद वो जिहड़ी आउटपुट है वो ते भी डिपेंड, सप्लाई आउटपुट ते डिपेंड करदी है। ठीक है, ਤਾਂ ਹੁਣ ਫॉर ਐਗਜ਼ਾਮਪਲ ਕਿ ਆਪਣੀ ਇਕਨੋਮੀ ਦੇ ਵਿੱਚ ਸਪਲਾਈ ਜ਼ਿਆਦਾ ਹੈ ਤੇ ਗੁੱਡਸ ਦੀ ਸਪਲਾਈ ਡਿਮਾਂਡ ਦੇ ਨਾਲੋਂ ਜ਼ਿਆਦਾ ਹੋਏਗੀ, ਇਟਸ ਮੀਨ ਪ੍ਰਾਈਸਿਸ ਕੀ ਹੋਣਗੇ, ਲੋ ਹੋਣਗੇ। ਅਗਰ ਕਹਿੰਦੇ ਸਪਲਾਈ ਘੱਟ ਹੈ ਗੁੱਡਸ ਦੀ ਲੇਕਿਨ ਡਿਮਾਂਡ ਜ਼ਿਆਦਾ ਹੈ ਤਾਂ ਪ੍ਰਾਈਸਿਸ ਕੀ ਹੋਣਗੇ, ਹਾਈ ਹੋਣਗੇ। ਕਹਿੰਦੇ ਪ੍ਰਾਈਸਿਸ ਵੀ ਕਹਿੰਦੇ ਚੇਂਜ ਹੁੰਦੀਆਂ ਨੇ ਥਰੂ ਦਾ ਸਪਲਾਈ, ਐਂਡ ਪ੍ਰਾਈਸਿਸ ਦੇ ਥਰੂ ਵੀ ਜਿਹੜੀ ਆਪਣੀ ਸਪਲਾਈ ਹੈ ਉਹ ਕੀ ਹੋ ਸਕਦੀ ਆ, ਚੇਂਜ ਹੋ ਸਕਦੀ ਆ। ਕਹਿੰਦੇ ਪ੍ਰਾਈਸ ਆਊਟਪੁੱਟ ਰਿਸਪੌਂਸ ਕਰਵ, ਕਹਿੰਦੇ ਪ੍ਰਾਈਸ ਆਊਟਪੁੱਟ ਰਿਸਪੌਂਸ ਕਰਵ ਵੀ ਆਪਾਂ ਬਣਾ ਸਕਦੇ ਹਾਂ ਕਿ ਪ੍ਰਾਈਸਿਸ ਦਾ ਆਪਣੀ ਸਪਲਾਈ ਤੇ ਸਪਲਾਈ ਦਾ ਪ੍ਰਾਈਸਿਸ ਤੇ ਕੀ ਇਫੈਕਟ ਪੈਂਦਾ ਹੈ। Price setting firms do not have individual supply curve because these firms are choosing both output and price at the same times। ਕਹਿੰਦੇ ਜਦੋਂ ਵੀ ਕੋਈ ਪ੍ਰੋਡਿਊਸਰਸ, ਜਦੋਂ ਵੀ ਕੋਈ ਫਰਮ ਸਪਲਾਈ ਕਰਦੀ ਹੈ ਤਾਂ ਉਹ ਕੀ ਦੇਖਦੀ ਆ, ਗੁੱਡਸ ਦਾ ਪ੍ਰਾਈਸਿਸ ਵੀ ਦੇਖਦੀ ਆ ਤੇ ਆਊਟਪੁੱਟ ਵੀ ਦੇਖਦੀ ਆ, ਤੇ ਆਊਟਪੁੱਟ ਤੇ ਜੋ ਵੀ ਕਾਸਟ ਆ ਰਹੀ ਹੈ ਉਹ ਵੀ ਦੇਖਦੀ ਆ। ਅਗਰ ਤਾਂ ਕਿਸੇ ਜਿਹੜਾ ਹੈ ਪ੍ਰੋਡਿਊਸਰਸ ਮੀਨਸ ਉਹਨਾਂ ਦੀ ਜਿਹੜੀ ਆਊਟਪੁੱਟ ਦੀ ਕਾਸਟ ਘੱਟ ਹੁੰਦੀ ਹੈ ਤਦੋਂ ਜ਼ਿਆਦਾ ਪ੍ਰੋਡਕਸ਼ਨ ਕਰਨਗੇ, ਜ਼ਿਆਦਾ ਐਗਰੀਗੇਟ ਸਪਲਾਈ ਕਰਨਗੇ। ਅਗਰ ਕਹਿੰਦੇ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਦੀ ਕਾਸਟ ਜ਼ਿਆਦਾ ਹੈ, पेमेंट ज़्यादा ने कॉस्ट के थ्रू, तब कहते वो सप्लाई गुड्स की की करनगे, घट करनगे। कहते इस तरह जी अपनी इकोनॉमी की सप्लाई है वो अपने इनपुट्स से डिपेंड करती है। अगर इनपुट्स अपने कोल सारे ईजिली प्रोवाइड हैगे ने, रॉ मटीरियल हैगा, ठीक है, तब अपनी आउटपुट है जो ज़्यादा होएगी। अगर कहते रिसोर्सिस अपने कोल घट ने तो अपनी आउटपुट की होएगी, लैस होएगी। दैन नैक्सट ਆਪਾਂ ਐਗਰੀਗੇਟ ਸਪਲਾਈ ਜਿਵੇਂ ਕਿ ਦੇਖ ਚੁੱਕੇ ਹਾਂ ਕਿ ਆਲ ਫਰਮਸ ਮੀਨ ਸਾਰੇ ਇੰਡੀਵਿਜੂਅਲਸ, ਆਲ ਫਰਮਸ ਦੇ ਦੁਆਰਾ, ਸਾਰੀਆਂ ਮਾਰਕੀਟਸ ਦੇ ਦੁਆਰਾ ਜੋ ਐਗਰੀਗੇਟ ਆਪਣਾ ਜੋ ਟੋਟਲ ਦੀ ਪ੍ਰੋਡਕਸ਼ਨ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਆ ਜਾਂ ਜਿੰਨੀ ਵੀ ਕੁਆਂਟੀਟੀ ਸਪਲਾਈ ਕੀਤੀ ਜਾਂਦੀ ਹੈ, ਦੈਟ ਇਜ਼ ਅ ਕਾਲ ਐਗਰੀਗੇਟ ਸਪਲਾਈ। ਤਾਂ ਇਸ ਤੋਂ ਬਾਅਦ ਆਪਣਾ ਕਲਾਸੀਕਲ ਐਂਡ ਕੇਨਜੀਅਨ ਐਗਰੀਗੇਟ ਸਪਲਾਈ ਕਰਵਸ। ਹੁਣ ਕਲਾਸੀਕਲਸ ਜਿਹੜੇ ਆਪਣੇ ਇਕੋਨੋਮਿਸਟ ਸੀਗੇ ਇਹਨਾਂ ਨੂੰ ਟੂ ਪਾਰਟਸ ਵਿੱਚ ਡਿਵਾਈਡ ਕੀਤਾ ਹੈ, ਕਲਾਸੀਕਲਸ ਐਂਡ ਕੇਨਜੀਅਨ। ਕਹਿੰਦੇ ਕਲਾਸੀਕਲਸ ਤੇ ਕੇਨਜੀਅਨ ਦੇ ਐਗਰੀਗੇਟ ਸਪਲਾਈ ਨੂੰ ਲੈ ਕੇ ਕੀ ਨੇ ਡਿਫਰੈਂਟ ਵਿਊਜ਼ ਨੇ। ਤਾਂ ਇਹ ਇਹਨਾਂ ਦੋਨਾਂ ਨੇ ਦੱਸਿਆ ਕਿ ਐਗਰੀਗੇਟ ਸਪਲਾਈ ਕਹਿੰਦੇ ਕੀ ਹੁੰਦੀ ਹੈ ਤੇ ਕਿਸ ਚੀਜ਼ ਤੇ ਡਿਪੈਂਡ ਕਰਦੀ ਆ। ਕਹਿੰਦੇ ਇਕੋਨਮੀ ਦੇ ਵਿੱਚ ਕਹਿੰਦੇ ਜਿਹੜੇ ਕਲਾਸੀਕਲ ਇਕੋਨੋਮਿਸਟ ਨੇ, ਸਭ ਤੋਂ ਪਹਿਲਾਂ ਆਪਾਂ ਕਲਾਸੀਕਲਸ ਦੇਖਦੇ ਹਾਂ। ਕਲਾਸੀਕਲਸ ਕੀ ਕਹਿੰਦੇ ਨੇ, ਕਹਿੰਦੇ ਆਪਣੀ ਇਕੋਨਮੀ ਦੇ ਵਿੱਚ ਹਮੇਸ਼ਾ ਹੀ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਪਾਈ ਜਾਂਦੀ ਆ।
ਕਹਿੰਦੇ economy is operating at full employment level, further increase output cannot take place. Classicals ਕਹਿੰਦੇ ਨੇ ਕਿ ਆਪਾਂ ਜਦੋਂ ਆਪਣੀ ਐਗਰੀਗੇਟ ਡਿਮਾਂਡ ਇਨਕਰੀਜ਼ ਹੁੰਦੀ ਆ ਤਾਂ ਪ੍ਰਾਈਸ ਲੈਵਲ ਵੀ ਕੀ ਹੁੰਦਾ ਇਨਕਰੀਜ਼ ਹੋ ਜਾਂਦਾ ਹੈ, ਲੇਕਿਨ ਕਦੇ ਆਊਟਪੁੱਟ ਲੈਵਲ ਕੀ ਆ ਰਿਮੇਨ ਸੇਮ ਰਹਿੰਦਾ। ਪ੍ਰਾਈਸਿਸ ਚੇਂਜ ਹੋਣ ਦੇ ਨਾਲ, ਪ੍ਰਾਈਸਿਸ ਇਨਕਰੀਜ਼ ਹੋਣ ਦੇ ਨਾਲ, ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਪ੍ਰਾਈਸਿਸ ਇਨਕਰੀਜ਼ ਹੋਣਗੀਆਂ, ਲੇਕਿन प्राइसिस इंक्रीज होने नाल जो भी आउटपुट है वो इंक्रीज नहीं होएगी। ये अपने क्लासिकल थॉट्स ने, क्लासिकल इकोनॉमिस्ट ये कहते क्योंकि अपनी जिहड़ी इकोनॉमी है ਉਹਦੇ ਵਿੱਚ कहते पहला ही फुल इंप्लॉयमेंट की सिचुएशन पाई जाती है। कहते इफ देयर इज अ डिक्लाइन इन एडी वैन जेकर तां कहते एडी ग्रेटर दैन सप्लाई होवे तां की हुंदा अपनी एडी के थ्रू प्राइसिस हाई होंगे, लेकिन सप्लाई चेंज नहीं होएगी, सप्लाई उन्नी ही रहेगी। ठीक है, अकॉर्डिंग टू क्लासिकल्स। लेकिन अपने जो कहते क्लासिकल्स कहते हैं अगर कहते एग्रीगेट डिमांड डिक्रीज हो जाए मतलब अपने प्राइसेस लो हो जाए, कहते अपने को किया जो आउटपुट है अनसोल्ड रह जाएगी, मतलब सप्लाई ज़्यादा हो जाएगी, डिमांड घट रह जाएगी, जिसके प्राइसेस की ने लो हो जाएंगे। अपनी इकोनॉमी के रिसैशन की जी सिचुएशन है आ जाएगी। सच कहते अ लैवल ऑफ आउटपुट इज नाउन एज द फुल इंप्लॉयमेंट लैवल ऑफ आउटपुट और द पोटेंशियल GDP। कहते तद आप सप्लाई घट करना करांगे जिहदे कोल अपनी जिहड़ी GDP है वो अपनी घट जाएगी, तो अपनी जिहड़ी पोटेंशियल पावर है वो भी की घट जाएगी, अनइंप्लॉयमेंट भी घटेगी। कहते द क्लासिकल एएस कर्व इज वर्टिकल। हुण जिहड़े क्लासिकल इकोनॉमिस्ट ने वो की कहते हैं कि जिहड़ी अपनी एग्रीगेट सप्लाई कर्व की है वो होगी वर्टिकल होगी। तो इहनूं आपां की कहने हैं क्लासिकल्स की जो एग्रीगेट सप्लाई कर्व है इहनूं आपां क्लासिकल्स एग्रीगेट सप्लाई कर्व भी कहते हैं। तो उस तो बाद क्लासिकल्स का तो व्यू है कि हमेशा ही फुल इंप्लॉयमेंट है। अगर एग्रीगेट डिमांड इंक्रीज हुई तो अपनी सप्लाई इंक्रीज नहीं होएगी, क्योंकि पहले ही फुल इंप्लॉयमेंट है, अपनी आउटपुट ओनी ही रहेंगी, ओनली प्राइसेस ही चेंज होंगे। लेकिन केन्जियन की कहते हैं, केन्जियन ने कहते एएस कर्व्स कैन बी ascribed द ग्रेट डिप्रेशंस व्हेन एक्चुअली आउटपुट इन द मोस्ट इकोनॉमीज वाज वेरी लो कंपेयर टू द पोटेंशियल आउटपुट। केन्स का कहना यह है कि जिन्नी भी अपनी इकोनॉमी दे विच आउटपुट हुंदी आ कहते वो घट होंदी है, लेकिन अपने को जी पोटेंशियल पावर है मीनस फोर आउटपुट इंक्रीज करने की कैपेसिटी वो की होंदी है ज़्यादा होंदी है। मीनस अपने को रिसोर्सिस ज़्यादा अवेलेबल होंगे ने, मोस्टली अनइंप्लॉयमेंट पाई जाती है, तो अपने को लेबर भी होंगी है, रॉ मटीरियल भी होंगे है, तो सारे रिसोर्सिस होंगे ने। मीनस अपने को पोटेंशियल पावर है जी आउटपुट इंक्रीज करती है वो होंगी है, लेकिन आउटपुट अपने की होंगी है इकोनॉमी के विच घट होंगी है। तो केन्स ने यह सुजैसट किया है कि अगर कहते आउटपुट इंक्रीज हो जाती है विदाउट द प्राइस राइज by putting idle capital and labor कहते ਜਦੋਂ कहते एग्रीगेट डिमांड अपनी इकोनॉमी ਦੇ ਵਿੱਚ इंक्रीज ਹੁੰਦੀ ਆ ਤਾਂ ਪ੍ਰਾਈਸਿਸ ਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ ਹੈਗਾ, क्योंकि एग्रीगेट डिमांड जितनी इंक्रीज ਹੁੰਦੀ है एग्रीगेट सप्लाई भी उतनी ही इंक्रीज हो जाएगी विद द हेल्प ऑफ कैपिटल एंड लेबर, क्योंकि जी अपनी कोल पोटेंशियल पावर है वो ज़्यादा है, कैपिटल भी अवेलेबल है एंड लेबर भी अवेलेबल है फॉर द वर्क। कहते हैं प्राइसिस ने वो की रहेंगे, प्राइसिस आर नॉट फ्लैक्सीबल, प्राइसिस चेंज नहीं होंगे क्योंकि सप्लाई इंक्रीज हो रही है, तो प्राइसिस की कांस्टेंट ही रहेंगे। कहते उन्होंने बोलिया है रिजिडिटी इन प्राइस एंड वेजेस रेट particularly when a downward change is required. Today we have over emphasized the nation to what we call short price stickiness। कहते शॉर्ट लेवल ਦੇ ਵਿੱਚ कोई भी प्राइसिस कहते चेंज नहीं होएगा, कहते सिर्फ प्राइसिस उदों ही चेंज होता है जो एग्रीगेट डिमांड अपनी की होंगी है शिफ्ट होंगी है। कहते एज अ रिजल्ट कहते at least for a little while they increase or decrease output, as a result the AS curve is quite flat in the short run। The key point is that in short run the price level is unaffected by current level of GDP। कहते प्राइसिस ਦੇ ਵਿੱਚ ਨਾ ਚੇਂਜ ਹੋਣ ਕਰਕੇ GDP ਦੇ ਸ਼ਾਰਟ ਰਨ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੋਏਗਾ। केन्स ਦੇ व्यू ने ये तद आप शॉर्ट रन ਦੇ ਵਿੱਚ देखते हैं जी केन्स की AS कर्व है एग्रीगेट सप्लाई कर्व है शॉर्ट रन ਦੇ ਵਿੱਚ ਉਹ ਕੀ ਹੁੰਦੀ ਹੈ हॉरिजॉन्टल ਹੁੰਦੀ है। ਤਾਂ ਆਪਾਂ केन्स ਦੀ ਜਿਹੜੀ ਹੈ सप्लाई कर्व ਉਹਨੂੰ ਕੀ ਬੋਲਾਂਗੇ, इट इज आल्सो नोन एज द केन्जियन सप्लाई कर्व। क्लासिकल ਦੀ सप्लाई कर्व ਨੂੰ ਬੋਲਾਂਗੇ क्लासिकल सप्लाई कर्व ਜੋ ਕੀ ਹੁੰਦੀ ਆ वर्टिकल ਹੁੰਦੀ ਆ, एंड केन्जियन ਦੀ सप्लाई कर्व ਨੂੰ ਬੋਲਾਂਗੇ हॉरिजॉन्टल्स। ठीक है, दिस इज अ केन्जियन सप्लाई कर्व। केन्जियन सप्लाई कर्व ਦੇ ਵਿੱਚ केन्स ने क्या है कि ਆਪਾਂ सप्लाई में इंक्रीज कर सकते हैं अकॉर्डिंग टू डिमांड। ठीक है, अपने कैपिटल ते लेबर की हेल्प के नाल ते प्राइसिस दे विच कोई भी चेंज नहीं होएगा। क्लासिकल से व्यू ने कि अपनी जी है फुल इंप्लॉयमेंट की सिचुएशन करके कि इकोनॉमी के हमेशा ही फुल इंप्लॉयमेंट पाई जाती है, तब कहते एग्रीगेट डिमांड इंक्रीज हो सकती है, तो वो जी अपनी सप्लाई है वो इंक्रीज नहीं होएगी, सप्लाई कॉन्स्टेंट ही रहेगी, ओनली जो प्राइसिस नहीं होएगी होंगे
ਚੇਂਜ ਹੋਣਗੇ। ਤਦ ਕੇਨਜ਼ੀਅਨ ਵਿਊ ਦੇ ਵਿੱਚ ਕੀ ਆ, ਇਕੋਨਮੀ ਆਬਜ਼ਰਵਡ ਐਕਸੈਸ ਕਪੈਸਿਟੀ ਵਿਚ ਕੈਨ ਬੀ ਪੁੱਟ ਟੂ ਯੂਜ਼ ਇਨ case of higher demand in order to produce more and achieve a higher output level overall। ਕਹਿੰਦੇ ਕੀ ਨੇ, ਆਪਣੇ ਕੋਲ ਜਿਹੜੇ ਨੇ ਰਿਸੋਰਸਿਸ, ਕੇਨਸ ਦਾ ਕਹਿਣਾ ਹੈ ਕਿ ਆਪਣੇ ਕੋਲ ਅਵੇਲੇਬਲ ਨੇ, ਜਿਨ੍ਹਾਂ ਨੂੰ ਆਪਾਂ ਯੂਜ਼ ਕਰਕੇ ਜਿਹੜੀ ਹਾਇਰ ਡਿਮਾਂਡ ਇਨਕਰੀਜ਼ ਹੋ ਰਹੀ ਆ, ਉਹਦੇ ਕੋਲ ਜਿਹੜੀ ਆਪਣੀ ਆਊਟਪੁੱਟ ਆਪਾਂ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਕਹਿੰਦੇ ਕਲਾਸੀਕਲ ਵਿਊ ਨੇ ਪ੍ਰਾਈਸਿਸ ਚੇਂਜ, ਕਹਿੰਦੇ ਜਿਹੜਾ ਹੁੰਦਾ ਹੈ ਉਹਦੇ ਥਰੂ ਹੀ ਜਿਹੜੀ ਆਪਣੀ ਆਊਟਪੁੱਟ ਹੈ, ਪ੍ਰਾਈਸਿਸ ਚੇਂਜ ਵਿਲ ਟੇਕ ਪਲੇਸ ਵਿਦਆਊਟ ਐਨੀ ਮੂਵਮੈਂਟ ਇਨ ਦਾ ਸਪਲਾਈ। ਆਊਟਪੁੱਟ ਦੇ ਵਿੱਚ ਕਹਿੰਦੇ ਕੋਈ ਵੀ ਚੇਂਜ ਨਹੀਂ ਹੋ ਰਿਹਾ, ਸਿਰਫ ਕਹਿੰਦੇ ਆਪਣੇ ਪ੍ਰਾਈਸਿਸ ਤਦ ਹੀ ਚੇਂਜ ਹੋ ਰਹੇ ਨੇ, ਇਨਕਰੀਜ਼ ਡਿਕਰੀਜ਼ ਹੋ ਰਹੇ ਨੇ। ਕੇਨਜ਼ੀਅਨ ਦਾ ਕਹਿਣਾ ਹੈ ਪ੍ਰਾਈਸਿਸ ਚੇਂਜ ਹੁੰਦੇ ਨੇ ਅਕੋਰਡਿੰਗ ਟੂ ਦਾ ਆਊਟਪੁੱਟ ਲੈਵਲਸ ਟੂ ਚੂਜ਼। ਕਹਿੰਦੇ ਪ੍ਰਾਈਸ ਤਾਂ ਚੇਂਜ ਹੁੰਦੇ ਨੇ ਕਿਉਂਕਿ ਆਊਟਪੁੱਟ ਚੇਂਜ ਹੁੰਦੀ ਹੈ, ਲੇਕਿਨ ਕਲਾਸੀਕਲਸ ਕਹਿੰਦੇ ਨੇ ਕਿ ਪ੍ਰਾਈਸਿਸ ਨਾ ਆਊਟਪੁੱਟ ਨਾ ਚੇਂਜ ਹੋਣ ਕਰਕੇ ਸਪਲਾਈ ਇੱਕੋ ਹੀ ਰਹਿਣ ਕਰਕੇ ਇਕੋਨਮੀ ਦੇ ਵਿੱਚ ਜਿਹੜੇ ਪ੍ਰਾਈਸਿਸ ਨੇ ਉਹ ਕੀ ਹੁੰਦੇ ਨੇ, ਚੇਂਜ। ਦੈਨ ਨੈਕਸਟ ਇਜ਼ ਦਾ ਐਗਰੀਗੇਟ ਸਪਲਾਈ ਕਰਵ ਇਨ ਦਾ ਸ਼ਾਰਟ ਰਨ। ਕਹਿੰਦੇ ਹੁਣ ਸ਼ਾਰਟ ਰਨ ਦੀ ਸਪਲਾਈ ਕਰਵ ਦੀ ਗੱਲ ਹੋ ਰਹੀ ਹੈ ਕਿ ਸ਼ਾਰਟ ਰਨ ਦੇ ਵਿੱਚ ਜਿਹੜੀ ਸਪਲਾਈ ਕਰਵ ਹੈ ਉਹ ਕਿੱਦਾਂ ਦੀ ਹੋਏਗੀ। ਕਹਿੰਦੇ ਸ਼ਾਰਟ ਰਨ ਜਿਹੜੀ ਏਐਸ ਕਰਵ ਹੈ, ਇੱਥੇ ਕੇਨਜ਼ੀਅਨ ਜਿਹੜੀ ਹੈ ਸ਼ਾਰਟ ਰਨ ਏਐਸ ਕਰਵ ਦਿਖਾਈ ਹੈ, ਕੇਨਜ਼ੀਅਨ ਏਐਸ ਕਰਵ ਜੋ ਕਿ ਹੈ ਹॉरिजॉन्टल है, एक्स एक्सिस ਦੇ ਕੀ ਹੈ, ਪੈਰਲਲ ਹੈ। ਤਾਂ ਇਹਦਾ ਰੀਜ਼ਨ ਕੀ ਹੈ, ਇਹ ਕੀ ਇੰਡੀਕੇਟ ਕਰਦੀ ਹੈ, that firms will supply whatever amount of goods is demanded at the adjusting price level। ਕਹਿੰਦੇ ਐਡਜਸਟਿੰਗ ਪ੍ਰਾਈਸ ਲੈਵਲ ਤੇ ਪ੍ਰਾਈਸ ਲੈਵਲ ਇੱਕੋ ਹੋਵੇ, ਪ੍ਰਾਈਸ ਦੇ ਵਿੱਚ ਚੇਂਜ ਨਹੀਂ ਹੋ ਰਿਹਾ, ਲੇਕਿਨ ਜਿੰਨੀ ਐਗਰੀਗੇਟ ਡਿਮਾਂਡ ਹੈ ਉਹਦੇ ਥਰੂ ਉਨੀ ਹੀ ਜਿਹੜੀ ਐਗਰੀਗੇਟ ਸਪਲਾਈ ਉਹ ਕੀ ਹੋ ਸਕਦੀ ਆ, ਇਨਕਰੀਜ਼ ਹੋ ਸਕਦੀ ਆ। ਕਹਿੰਦੇ ਉਹਨਾਂ ਨੇ ਆਈਡੀਆ ਦਿੱਤਾ ਹੈ, ਅੰਡਰਲਾਈਂਗ ਸੱਚ ਅ ਕਰਵ ਇਜ਼ ਦੈਟ ਇਨ ਦਾ ਸ਼ਾਰਟ ਰਨ ਟੂ ਇਕੋਨਮੀ ਹੈਜ਼ ਐਕਸੈਸ ਕੈਪੈਸਿਟੀ। ਕਹਿੰਦੇ ਕਿਉਂਕਿ ਪ੍ਰੋਡਕਸ਼ਨ ਦੀ ਆਪਣੀ ਇਕੋਨਮੀ ਦੇ ਵਿੱਚ ਐਕਸੈਸ ਕੈਪੈਸਿਟੀ ਹੈ, ਐਕਸੈਸ ਕੈਪੀਟਲ ਹੈ, ਐਕਸੈਸ ਲੇਬਰ ਹੈ, ਜਿਹਨੂੰ ਆਪਾਂ ਯੂਜ਼ ਕਰਕੇ ਆਪਣੀ ਜਿਹੜੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਹੁਣ ਦੇਖੋ ਸਭ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਸ਼ਾਰਟ ਰਨ ਤੇ ਲੌਂਗ ਰਨ ਕੀ ਹੁੰਦਾ। ਹੁਣ ਸ਼ਾਰਟ ਰਨ ਦੇ ਵਿੱਚ ਕੀ ਆ, ਕਹਿੰਦੇ ਜਦੋਂ ਆਪਾਂ ਨੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਹੁੰਦਾ ਤਾਂ ਕੁਝ ਜਿਹੜੇ 4 ਫੈਕਟਰ ਆਫ ਪ੍ਰੋਡਕਸ਼ਨ ਨੇ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ। ਤਾਂ ਇਹਦੇ ਵਿੱਚ ਕੁਝ ਜਿਹੜੇ ਫਿਕਸਡ ਫੈਕਟਰ ਨੇ, ਕੁਝ ਜਿਹੜੇ ਵੇਰੀਏਬਲ ਫੈਕਟਰ। ਤਾਂ ਸ਼ਾਰਟ ਰਨ ਦੇ ਵਿੱਚ ਜਦੋਂ ਆਪਾਂ ਨੇ ਆਊਟਪੁੱਟ ਇਨਕਰੀਜ਼ ਕਰਨੀ ਹੁੰਦੀ ਹੈ ਤਾਂ ਸਿਰਫ ਆਪਾਂ ਜਿਹੜੇ ਵੇਰੀਏਬਲਸ ਫੈਕਟਰ ਨੇ, ਮੀਨਸ ਕੈਪੀਟਲ ਤੇ ਲੇਬਰ ਹੈ, ਉਹਨੂੰ ਹੀ ਇਨਕਰੀਜ਼ ਕਰਕੇ ਆਪਣੀ ਜਿਹੜੀ ਆਊਟਪੁੱਟ ਹੈ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਠੀਕ ਹੈ, ਜਿਹੜੇ ਅਦਰ ਫੈਕਟਰ ਨੇ, लैंड, ठीक है, वो की रहेगी, कांस्टेंट रहेगी, लैंड ਦੇ ਵਿੱਚ ਕੋਈ ਵੀ ਚੇਂਜ ਨਹੀਂ ਆਏਗਾ। ਕਹਿੰਦੇ ਤਦ ਇਹਨਾਂ ਨੇ ਬੋਲਿਆ ਹੈ ਕਿ ਆਪਣੀ ਇਕੋਨਮੀ ਦੇ ਵਿੱਚ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਵਿਚ ਆਰ ਨਾਟ ਨੀਡਡ ਟੂ ਪ੍ਰੋਡਿਊਸ ਕਰੰਟ ਲੈਵਲ ਆਫ ਪ੍ਰੋਡਕਸ਼ਨਸ। ਕਹਿੰਦੇ ਜਿੰਨੇ ਵੀ ਫੈਕਟਰ ਆਫ ਪ੍ਰੋਡਕਸ਼ਨਸ ਨੇ, ਕਹਿੰਦੇ ਜਿੰਨੀ ਉਹਨਾਂ ਦੀ ਪ੍ਰੋਡਕਸ਼ਨ ਕੈਪੈਸਿਟੀ ਹੈ ਆਪਾਂ ਆਪਣੀ ਇਕੋਨਮੀ ਵਿੱਚ ਓਨੀ ਪ੍ਰੋਡਕਸ਼ਨ ਨਹੀਂ ਕਰਦੇ। ਕਹਿੰਦੇ ਬਿਕੋਜ਼ ਆਪਣੀ ਕੰਪਨੀ ਆਪਣੀ ਇਕੋਨਮੀ ਦੇ ਵਿੱਚ ਉਸ ਪ੍ਰੋਡਕਸ਼ਨ ਤੇ ਕੀ ਅਨਇੰਪਲੋਇਮੈਂਟ ਪਾਈ ਜਾਂਦੀ ਹੈ, ਕਿਉਂਕਿ ਆਪਾਂ ਲੇਬਰ ਨੂੰ ਚੰਗੀ ਤਰ੍ਹਾਂ ਯੂਜ਼ ਨਹੀਂ ਕਰਦੇ। ਲੇਬਰ ਦੇ ਜਿਹੜੇ ਵੇਜ ਰੇਟ ਨੇ ਉਹ ਕੀ ਹੁੰਦੇ ਨੇ, ਘੱਟ ਹੁੰਦੇ ਨੇ, ਕਰੰਟ ਵੇਜ ਰੇਟ। ਠੀਕ ਹੈ, ਕਰੰਟ ਵੇਜ ਰੇਟ ਤੇ ਆਪਾਂ ਲੇਬਰ ਨੂੰ ਯੂਜ਼ ਨਹੀਂ ਕਰਦੇ ਕਿਉਂਕਿ ਆਪਾਂ ਆਊਟਪੁੱਟ ਆਪਣੀ ਘੱਟ ਹੁੰਦੀ ਆ। ਲੇਕਿਨ ਜਦੋਂ ਐਗਰੀਗੇਟ ਡਿਮਾਂਡ ਇਨਕਰੀਜ਼ ਹੁੰਦੀ ਹੈ ਤਾਂ ਆਪਣੀ ਆਊਟਪੁੱਟ ਨੂੰ ਇਨਕਰੀਜ਼ ਕਰਨ ਦੇ ਲਈ ਆਪਾਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਜਿਹੜੀ ਲੇਬਰ ਹੈ, ਲੇਬਰ ਦੀ ਡਿਮਾਂਡ ਨੂੰ ਹੀ ਇਨਕਰੀਜ਼ ਕਰਦੇ ਹਾਂ। ਤੇ ਕਹਿੰਦੇ ਜਦੋਂ ਪ੍ਰਾਈਸਿਸ ਲੇਬਰ ਦੇ ਇਨਕਰੀਜ਼ ਹੁੰਦੇ ਨੇ, ਵੇਜ ਰੇਟ ਇਨਕਰੀਜ਼ ਡਿਕਰੀਜ਼ ਹੁੰਦੇ ਨੇ, ਤਦ ਵੀ ਆਪਾਂ ਜਿਹੜੀ ਲੇਬਰ ਦੀ ਡਿਮਾਂਡ ਜ਼ਿਆਦਾ ਕਰਾਂਗੇ ਫॉर ਦਾ ਸ਼ਾਰਟ ਰਨ ਪ੍ਰੋਡਕਸ਼ਨ, ਸ਼ਾਰਟ ਰਨ ਦੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਾਂਗੇ। ਕਹਿੰਦੇ ਇਹਦੇ ਵਿੱਚ ਅਜ਼ਿਊਮ ਕੀਤਾ ਹੈ ਕਿ ਜਦੋਂ ਸ਼ਾਰਟ ਰਨ ਦੇ ਵਿੱਚ ਕੇਨਸ ਨੇ ਅਜ਼ਿਊਮ ਕੀਤਾ ਹੈ ਕਿ ਜਦੋਂ ਆਪਾਂ ਨੇ ਆਊਟਪੁੱਟ ਨੂੰ ਇਨਕਰੀਜ਼ ਕਰਨਾ ਤਾਂ ਜਿਹੜੇ ਫੈਕਟਰ ਆਫ ਪ੍ਰੋਡਕਸ਼ਨਸ ਨੇ ਉਹ ਉਹਨਾਂ ਦੀ ਕਾਸਟ ਜਿਹੜੀ ਉਹ ਕੀ ਰਹੇਗੀ, ਫਿਕਸ ਰਹੇਗੀ। ਜਿਵੇਂ ਕਿ ਵੇਜ ਰੇਟ ਦੇ ਵਿੱਚ ਕੋਈ ਚੇਂਜ ਨਹੀਂ ਆਏਗਾ, ਕੈਪੀਟਲ ਦੇ ਇੰਟਰਸਟ ਰੇਟ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਏਗਾ, ਲੈਂਡ ਦੇ ਰੈਂਟ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਏਗਾ, ਉਹ ਪਹਿਲਾਂ ਜਿੰਨਾ ਹੀ ਰਹੇਗਾ। ਓਨਲੀ ਕਹਿੰਦੇ ਫਾਰਮ ਆਪਣੀ ਐਗਰੀਗੇਟ ਡਿਮਾਂਡ ਦੇ ਅਕੋਰਡਿੰਗ ਜਿੰਨੀ ਉਹਦੀ ਇੱਛਾ ਹੈ, ਜਿੰਨੀ ਉਹ ਸਪਲਾਈ ਇਨਕਰੀਜ਼ ਕਰਨਾ ਚਾਹੁੰਦੀ ਹੈ, ਉਨੀ ਸਪਲਾਈ ਇਨਕਰੀਜ਼ ਕਰੇਗੀ ਐਟ ਅ ਐਡਜਸਟਿੰਗ ਪ੍ਰਾਈਸ, ਜਿੰਨੇ ਵੀ ਕਹਿੰਦੇ ਇਕੋਨਮੀ ਦੇ ਵਿੱਚ ਪ੍ਰਾਈਸਿਸ ਨੇ ਅਵੇਲੇਬਲ ਨੇ। ਕਹਿੰਦੇ ਏਐਸ ਕਰਵ ਆ ਜਿਹੜੀ ਟ੍ਰੇਨ ਦੇ ਅਕੋਰਡਿੰਗ ਕੀ ਰਹੇਗੀ, ਹॉरिजॉन्टल ਏਐਸ ਕਰਵ ਰਹੇਗੀ, ਐਕਸ ਐਕਸਿਸ ਦੇ ਪੈਰਲਲ ਰਹੇਗੀ, ਜੋ ਕਹਿੰਦੇ ਡਿਊਰਿੰਗ ਦਾ ਰਿਸੈਸ਼ਨ ਪੀਰੀਅड्स ਵੈਨ ਦਾ ਟੋਟਲ ਆਊਟਪੁੱਟ ਇਨ ਦ ਇਕੋਨਮੀ ਇਜ਼ ਐਟ ਦਾ ਲੋਅਰ ਲੈਵਲਸ। ਠੀਕ ਹੈ, ਏਐਸ ਕਰਵ ਲਾਈਕ ਵੀ ਹॉरिजॉन्टल्स, ਜੋ ਕਿ ਤੁਸੀਂ ਰਿਸੈਸ਼ਨ ਦੇ ਪੀਰੀਅਡ ਦੇ ਵਿੱਚ ਦੇਖ ਸਕਦੇ ਹੋ, ਜਿਹਦੇ ਵਿੱਚ ਪ੍ਰਾਈਸਿਸ ਚੇਂਜ ਨਹੀਂ ਹੋ ਰਹੀਆਂ, ਓਨਲੀ ਸਪਲਾਈ ਇਨਕਰੀਜ਼ ਹੋ ਰਹੀ ਹੈ। ਕਹਿੰਦੇ देयर आर 2 ਇੰਪੋਰਟੈਂਟ ਫੇਸਿਸ ਆਫ ਅ ਬਿਜ਼ਨਸ ਸਾਈਕਲਸ। ਬਿਜ਼ਨਸ ਸਾਈਕਲਸ ਹੁਣ ਦੇਖੋ, ਹੁਣ ਇਹ ਤੁਹਾਨੂੰ ਰਿਸੈਸ਼ਨ ਦੀ ਜਿਹੜੀ ਆਪਣੀ ਡਾਇਗਰਾਮ ਉਹ ਦਿਖਾਈ ਹੈ ਕਿ ਰਿਸੈਸ਼ਨ ਦੇ ਵਿੱਚ ਜਿਹੜਾ ਪ੍ਰਾਈਸਿਸ ਹੈ ਉਹਦੇ ਵਿੱਚ ਕੋਈ ਚੇਂਜ ਨਹੀਂ ਹੁੰਦਾ, ਪ੍ਰਾਈਸਿਸ ਲੋ ਨੇ, ਲੇਕਿਨ ਜਿਹੜੀ ਆਪਣੀ ਸਪਲਾਈ ਐਗਰੀਗੇਟ ਡਿਮਾਂਡ ਦੇ ਨਾਲ ਉਹ ਕੀ ਹੈ, ਜ਼ਿਆਦਾ ਹੈ, ਆਊਟਪੁੱਟ ਜ਼ਿਆਦਾ ਹੋ ਰਹੀ ਹੈ। ਹੁਣ ਇੱਥੇ ਆਊਟਪੁੱਟ ਇਨਕਰੀਜ਼ ਹੋ ਰਹੀ ਹੈ ਲੇਕਿਨ ਸਪਲਾਈ ਕੀ ਪ੍ਰਾਈਸ ਕੀ ਹੈ, ਕਾਂਸਟੈਂਟ ਹੈ।
ਇੱਥੇ ਰਿਸੈਸ਼ਨ ਦੀ ਜਿਹੜੀ ਪੋਜੀਸ਼ਨ ਆ ਉਹ ਕੀ ਆ ਦਿਖਾਈ ਜਾ ਰਹੀ ਆ। ਹੁਣ ਦੇਖੋ ਆਪਣੀ ਇਕੋਨਮੀ ਦੇ ਵਿੱਚ ਫੇਸ ਆਫ ਬਿਜ਼ਨਸ ਸਾਈਕਲ ਦੇ ਵਿੱਚ ਟੂ ਫੇਸ ਨੇ, ਇੱਕ ਤਾਂ ਰਿਸੈਸ਼ਨ ਹੁੰਦਾ, ਇੱਕ ਹੁੰਦਾ ਐਕਸਪੈਂਸ਼ਨ, ਠੀਕ ਹੈ, ਮੀਨ ਜਿਹਨੂੰ ਆਪਾਂ ਬੂਮ ਕਹਿ ਦਿੰਦੇ ਆ। ਰਿਸੈਸ਼ਨ ਦੇ ਪੀਰੀਅਡ ਦੇ ਵਿੱਚ ਕੀ ਹੁੰਦਾ, ਰਿਸੈਸ਼ਨ ਉਹ ਫੇਸ ਆ ਕਹਿੰਦੇ ਜਿਹਦੇ ਵਿੱਚ ਆਊਟਪੁੱਟ ਇਨ ਦ ਇਕੋਨਮੀ ਹੈਜ਼ ਬੀ ਟੈਂਡੈਂਸੀ ਟੂ ਡਿਕਲਾਈਨ, ਜਿਹਦੇ ਵਿੱਚ ਜਿਹੜੀ ਐਗਰੀਗੇਟ ਡਿਮਾਂਡ ਘੱਟ ਹੋਣ ਕਰਕੇ ਆਪਣੀ ਇਕੋਨਮੀ ਦੇ ਵਿੱਚ ਸਪਲਾਈ ਉਹ ਵੀ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ ਰਿਸੈਸ਼ਨ ਦੇ ਪੀਰੀਅਡਸ, ਕਿਉਂਕਿ ਪ੍ਰਾਈਸਿਸ ਘੱਟ ਹੁੰਦੀਆਂ ਨੇ ਲੇਕਿਨ ਡਿਮਾਂਡ ਵੀ ਘੱਟ ਹੁੰਦੀ ਹੈ ਤੇ ਜਿਹਦੇ ਕਰਕੇ ਸਪਲਾਈ ਵੀ ਕੀ ਹੁੰਦੀ ਹੈ, ਘੱਟ ਹੁੰਦੀ ਆ। ਤੇ ਬੂਮ ਦੇ ਪੀਰੀਅਡ ਦੇ ਵਿੱਚ ਪ੍ਰਾਈਸਿਸ ਵੀ ਜ਼ਿਆਦਾ ਹੁੰਦੀਆਂ ਨੇ ਤੇ ਆਪਣੀ ਐਗਰੀਗੇਟ ਡਿਮਾਂਡ ਵੀ ਜ਼ਿਆਦਾ ਹੁੰਦੀ ਹੈ ਤੇ ਸਪਲਾਈ ਵੀ ਕੀ ਹੁੰਦੀ ਆ, ਜ਼ਿਆਦਾ ਹੁੰਦੀ ਆ। ਕਹਿੰਦੇ ਰਿਸੈਸ਼ਨ ਦੇ ਪੀਰੀਅਡ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ਾਰਟ ਰਨ ਦੇ ਵਿੱਚ ਰਿਸੈਸ਼ਨ ਦਾ ਪੀਰੀਅਡ ਹੈ ਤਾਂ ਇਟਸ ਮੀਨਸ ਕਿ ਐਗਰੀਗੇਟ ਡਿਮਾਂਡ ਆਪਣੀ ਐਗਰੀਗੇਟ ਸਪਲਾਈ ਤੋਂ ਜ਼ਿਆਦਾ ਹੈ, ਠੀਕ ਹੈ। ਤਦ ਕਿ ਆਪਾਂ ਆਪਣੀ ਜੋ ਹੈ ਇੱਛਾ ਦੇ ਅਨੁਸਾਰ ਹੀ ਐਗਰੀਗੇਟ ਡਿਮਾਂਡ ਤੇ ਪ੍ਰਾਈਸ ਨੂੰ ਦੇਖਦੇ ਹੋਏ ਕਿ ਐਗਰੀਗੇਟ ਸਪਲਾਈ ਹੈ ਜਿਹੜੀ ਉਹਨੂੰ ਇਨਕਰੀਜ਼ ਡਿਕਰੀਜ਼ ਕਹਿ ਸਕਦੇ ਹਾਂ, ਕਰ ਸਕਦੇ ਹਾਂ। ਤਾਂ ਐਗਰੀਗੇਟ ਸਪਲਾਈ ਰਿਸੈਸ਼ਨ ਦੇ ਪੀਰੀਅਡ ਦੇ ਵਿੱਚ ਆਪਣੀ ਕੀ ਹੋਏਗੀ, ਘੱਟ ਹੋਏਗੀ, ਠੀਕ ਹੈ। ਐਗਰੀਗੇਟ ਸਪਲਾਈ ਘੱਟ ਹੋਣ ਦੇ ਕਰਕੇ ਕੀ ਹੋਏਗਾ, ਜਿਹੜੀ ਆਊਟਪੁੱਟ ਆਪਣੀ ਕੀ ਹੋਏਗੀ ਉਹ ਵੀ ਘੱਟ ਹੀ ਹੋਏਗੀ ਕਿਉਂਕਿ ਪ੍ਰਾਈਸਿਸ ਵੀ ਕੀ ਨੇ, ਕੌਨਸਟੈਂਟ ਨੇ। ਤਾਂ ਐਗਰੀਗੇਟ ਜਿਹੜੀ ਡਿਮਾਂਡ ਘੱਟ ਹੋਣ ਦਾ ਮੇਨ ਰੀਜ਼ਨ ਕੀ ਹੁੰਦਾ, ਸਪਲਾਈ ਆਪਣੀ ਇਕੋਨਮੀ ਵਿੱਚ ਮਨੀ ਦੀ ਕੀ ਹੋ ਜਾਂਦੀ ਹੈ, ਘੱਟ ਜਾਂਦੀ ਹੈ, ਜਿਹਦੇ ਕਰਕੇ ਜਿਹੜੀ ਡਿਮਾਂਡ ਉਹ ਵੀ ਘੱਟ ਜਾਂਦੀ ਹੈ, ਪ੍ਰਾਈਸ ਆਪਣੀ ਸਪਲਾਈ ਵੀ ਕੀ ਆ, ਘੱਟ ਜਾਂਦੀ ਆ। ਤਾਂ ਹੁਣ ਐਗਰੀਗੇਟ ਡਿਮਾਂਡ ਜਿਹੜੀ ਐਗਰੀਗੇਟ ਸਪਲਾਈ ਇੱਥੇ ਡਿਪੈਂਡ ਕਰਦੀ ਹੈ, ਐਗਰੀਗੇਟ ਡਿਮਾਂਡ ਦੇ ਅਕੋਰਡਿੰਗ ਆਪਾਂ ਆਪਣੀ ਸਪਲਾਈ ਨੂੰ ਇਨਕਰੀਜ਼ ਡਿਕਰੀਜ਼ ਕਰ ਸਕਦੇ ਹਾਂ ਅਕੋਰਡਿੰਗ ਟੂ ਬੂਮ ਐਂਡ ਰਿਸੈਸ਼ਨਸ। ਬੂਮ ਦੇ ਵਿੱਚ ਅਗਰ ਐਗਰੀਗੇਟ ਡਿਮਾਂਡ ਜ਼ਿਆਦਾ ਹੈ ਤਾਂ ਸਪਲਾਈ ਵੀ ਇਨਕਰੀਜ਼ ਹੋਏਗੀ ਵਿਦ ਦ ਹੈਲਪ ਆਫ ਕੈਪੀਟਲ ਐਂਡ ਲੇਬਰ, ਐਂਡ ਅਗਰ ਕਹਿੰਦੇ ਆਪਣੀ ਐਗਰੀਗੇਟ ਡਿਮਾਂਡ ਘੱਟ ਹੈ ਤਾਂ ਆਪਣੀ ਸਪਲਾਈ ਵੀ ਡਿਕਰੀਜ਼ ਹੋਏਗੀ। ਤਾਂ ਇੱਥੇ ਵੇਜ ਰੇਟ ਵਗੈਰਾ ਕੀ ਨੇ, ਫਿਕਸ ਨੇ ਤੇ ਆਪਣੀ ਸ਼ਾਰਟ ਰਨ ਦੇ ਵਿੱਚ ਓਨਲੀ ਵੇਰੀਏਬਲਸ ਫੈਕਟਰ ਦੀ ਹੈਲਪ ਦੇ ਨਾਲ ਹੀ ਆਪਾਂ ਆਪਣੀ ਜਿਹੜੀ ਐਗਰੀਗੇਟ ਸਪਲਾਈ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਤਾਂ ਇਹ ਆਪਣੀ ਸ਼ਾਰਟ ਰਨ ਐਗਰੀਗੇਟ ਸਪਲਾਈ ਕਰਵ ਜੋ ਕਿ ਆ ਕੇਨਜ਼ੀਅਨ ਦੀ ਸਪਲਾਈ ਕਰਵ ਹੈ, ਇਹ ਹੌਰੀਜ਼ੌਂਟਲ ਏਐਸ ਕਰਵ ਹੈ, ਠੀਕ ਹੈ। ਤਾਂ ਹੌਰੀਜ਼ੌਂਟਲ ਏਐਸ ਕਰਵ ਸਾਨੂੰ ਕੀ ਡਿਸਕ੍ਰਾਈਬ ਕਰ ਰਹੀ ਹੈ ਕਿ ਆਪਣੀ ਇਕੋਨਮੀ ਦੇ ਵਿੱਚ ਪ੍ਰਾਈਸ ਕੌਨਸਟੈਂਟ ਨੇ, ਪ੍ਰਾਈਸਿਸ ਦੇ ਵਿੱਚ ਕੋਈ ਵੀ ਚੇਂਜ ਨਹੀਂ ਹੋ ਰਿਹਾ, ਓਨਲੀ ਆਪਣੀ ਜੋ ਹੈ ਐਗਰੀਗੇਟ ਸਪਲਾਈ ਉਹ ਕੀ ਹੈ, ਇਨਕਰੀਜ਼ ਹੋ ਰਹੀ ਹੈ, ਠੀਕ ਹੈ। ਐਗਰੀਗੇਟ ਸਪਲਾਈ ਇਨਕਰੀਜ਼ ਕਿਉਂ ਹੋ ਰਹੀ ਹੈ ਆਪਣੀ ਇਕੋਨਮੀ ਦੇ ਵਿੱਚ, ਕਿਉਂਕਿ ਜਿਹੜੀ ਆਪਣੀ ਪ੍ਰੈਜ਼ੈਂਟ ਸਿਚੁਏਸ਼ਨ ਹੈ ਉਹਦੇ ਵਿੱਚ ਜਿਹੜੀ ਆਪਣੀ ਆਊਟਪੁੱਟ ਹੈ ਉਹ ਆਪਣੀ ਇਕੋਨਮੀ ਦੇ ਵਿੱਚ ਜਿੰਨੇ ਵੀ ਇਨਪੁਟਸ ਨੇ, ਮੀਨਸ ਪ੍ਰੋਡਕਸ਼ਨ ਕਪੈਸਿਟੀ ਹੈ, ਆਊਟਪੁੱਟ ਉਸ ਤੋਂ ਕੀ ਹੈ, ਘੱਟ ਹੈ, ਮੀਨਸ ਆਪਾਂ ਪ੍ਰੋਡਿਊਸ ਜ਼ਿਆਦਾ ਕਰ ਸਕਦੇ ਹਾਂ। ਤਦ ਕਹਿੰਦੇ ਆਪਾਂ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ, ਸਪਲਾਈ ਨੂੰ ਇਨਕਰੀਜ਼ ਕਰ ਸਕਦੇ ਹਾਂ, ਤਦ ਕਰਕੇ ਕੀ ਆ, ਹੌਰੀਜ਼ੌਂਟਲ ਹੈ। ਜਿੰਨੀ ਆਪਾਂ ਨੂੰ ਸਪਲਾਈ ਦੀ ਲੋੜ ਆ ਆਪਾਂ ਆਪਣੀ ਇੱਛਾ ਦੇ ਅਨੁਸਾਰ ਉਨੀ ਇਨਕਰੀਜ਼ ਕਰ ਸਕਦੇ ਹਾਂ ਤੇ ਇੱਥੇ ਪ੍ਰਾਈਸ ਕੀ ਨੇ, ਕੌਨਸਟੈਂਟ ਨੇ। ਤਾਂ ਆਊਟਪੁੱਟ ਤੇ ਇਨਕਮ ਆ ਜਿਹੜੀ ਆਪਾਂ ਉਹ ਇਨਕਰੀਜ਼ ਕਰ ਸਕਦੇ ਹਾਂ ਇਨ ਦਾ ਸ਼ਾਰਟ ਰਨ ਅਕੋਰਡਿੰਗ ਟੂ ਕੇਨਸ। ਤੇ ਉਸ ਤੋਂ ਬਾਅਦ ਹੈ ਆਪਣਾ ਐਗਰੀਗੇਟ ਸਪਲਾਈ ਕਰਵ ਇਨ ਅ ਲੌਂਗ ਰਨ। ਕਹਿੰਦੇ ਲੌਂਗ ਰਨ ਦੀ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਉਹ ਕਿਹਨੇ ਦਿੱਤੀ ਆ, ਆਪਣੇ ਕਲਾਸੀਕਲਸ ਨੇ ਦਿੱਤੀ ਆ। ਕਹਿੰਦੇ ਕਲਾਸੀਕਲਸ ਇਕੋਨੋਮਿਸਟ ਦਾ ਏਐਸ ਕਰਵ ਇਜ਼ ਵਰਟੀਕਲ, ਉਹਨਾਂ ਨੇ ਬੋਲਿਆ ਕਿ ਕਲਾਸੀਕਲਸ ਦੇ ਵਿਊ ਨੇ ਕਿ ਜਿਹੜੀ ਐਗਰੀਗੇਟ ਸਪਲਾਈ ਕਰਵ ਆਪਣੀ ਕੀ ਹੋਏਗੀ, ਵਰਟੀਕਲ ਹੋਏਗੀ। ਵਰਟੀਕਲ ਮੀਨਸ ਵਾਈ ਐਕਸਿਸ ਦੇ ਪੈਰਲਲ ਹੋਏਗੀ, ਠੀਕ ਹੈ। ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਏਐਸ ਕਰਵ ਹੈ ਕਿ ਉਹ ਵਰਟੀਕਲ ਹੈ, ਠੀਕ ਹੈ, ਪੈਰਲਲ ਹੈ। ਤਾਂ ਇਹ ਕੀ ਸਾਨੂੰ ਸ਼ੋ ਕਰ ਰਹੀ ਹੈ, ਫੁੱਲ ਇੰਪਲੋਇਮੈਂਟ ਲੈਵਲ ਆਫ ਆਊਟਪੁੱਟ ਸ਼ੋ ਕਰੇਗਾ ਕਿ ਆਪਣੀ ਇਕੋਨਮੀ ਦੇ ਵਿੱਚ ਜਿੰਨੀ ਵੀ ਆਊਟਪੁੱਟ ਪ੍ਰੋਡਿਊਸ ਹੋ ਰਹੀ ਹੈ ਉੱਥੇ ਆਪਣੀ ਇਕੋਨਮੀ ਦੇ ਵਿੱਚ ਕੀ ਆ, ਫੁੱਲ ਇੰਪਲੋਇਮੈਂਟ ਹੈ। ਕਲਾਸੀਕਲ ਏਐਸ ਕਰਵ ਇਜ਼ ਬੇਸਡ ਔਨ ਦਾ ਅਸੰਪਸ਼ਨ ਡੈਟ ਲੇਬਰ ਮਾਰਕੀਟ ਇਜ਼ ਇਨ ਇਕੁਇਲਿਬ੍ਰੀਅਮ ਵਿਦ ਫੁੱਲ ਇੰਪਲੋਇਮੈਂਟ ਆਫ ਦਾ ਲੇਬਰ ਫੋਰਸ। ਤਾਂ ਫੁੱਲ ਇੰਪਲੋਇਮੈਂਟ ਕਿਹੜੀ ਸਿਚੁਏਸ਼ਨ ਹੁੰਦੀ ਆ, ਜਿਸ ਦੇ ਵਿੱਚ ਕਹਿੰਦੇ ਆਪਣੀ ਲੇਬਰ ਦੀ ਡਿਮਾਂਡ ਲੇਬਰ ਦੀ ਸਪਲਾਈ ਤੋਂ ਕੀ ਹੁੰਦੀ ਹੈ, ਇਕੁਅਲ ਹੁੰਦੀ ਹੈ। ਲੇਬਰ ਦੀ ਡਿਮਾਂਡ ਤੇ ਸਪਲਾਈ ਇਕੁਅਲ ਹੁੰਦੀ ਹੈ, ਮੀਨਸ ਆਪਣੇ ਜਿਹੜੀ ਇਕੋਨਮੀ ਹੈ ਉਹਦੇ ਵਿੱਚ ਲੇਬਰ ਦੀ ਡਿਮਾਂਡ ਤੇ ਸਪਲਾਈ ਦੇ ਵਿੱਚ ਅਨਇਕੁਇਲਿਬ੍ਰੀਅਮ ਨਹੀਂ ਹੈਗਾ, ਮੀਨਸ ਅਨਇੰਪਲੋਇਮੈਂਟ ਨਹੀਂ ਹੈਗੀ। ਤਾਂ ਇੱਥੇ ਫੁੱਲ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਹੋ ਰਹੀ ਹੈ, ਮੀਨਸ ਆਪਾਂ ਫੁੱਲ ਯੂਟੀਲਾਈਜੇਸ਼ਨ ਕਰਦੇ ਹਾਂ ਲੇਬਰ ਦੀ। ਤਾਂ ਜਿੱਥੇ ਤੱਕ ਲੇਬਰ ਦੀ ਆਪਣੀ ਪ੍ਰੋਡਕਸ਼ਨ ਕੈਪੈਸਿਟੀ ਹੈ ਉੱਥੇ ਤੱਕ ਆਪਾਂ ਉਹਨਾਂ ਨੂੰ ਯੂਜ਼ ਕਰਕੇ ਆਪਣੀ ਪ੍ਰੋਡਕਸ਼ਨ ਨੂੰ ਹਾਈਐਸਟ ਪੁਆਇੰਟ ਤੱਕ ਕੀ ਕਰਦੇ ਆ, ਪ੍ਰੋਡਿਊਸ ਕਰਦੇ, ਉਹਦੀ ਆਊਟਪੁੱਟ ਕਰਦੇ ਇਨ ਦਾ ਲੌਂਗ ਰਨ ਅਕੋਰਡਿੰਗ ਟੂ ਕਲਾਸੀਕਲ ਵਿਊ ਆਫ ਐਗਰੀਗੇਟ ਸਪਲਾਈ ਕਰਵ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਆ, ਕਹਿੰਦੇ ਆਪਣੇ ਜੋ ਵੀ ਮੈਨੂਫੈਕਚਰਿੰਗ ਸੈਕਟਰਸ ਨੇ ਉਹ ਕੀ ਫੇਸ ਕਰਦੇ ਨੇ ਕਿ ਜਦੋਂ ਹਾਈ ਡਿਮਾਂਡ ਹੁੰਦੀ ਹੈ, ਡਿਮਾਂਡ ਇਨਕਰੀਜ਼ ਹੁੰਦੀ ਆ ਤਾਂ ਪ੍ਰਾਈਸਿਸ ਜਿਹੜੇ ਪ੍ਰੋਡਕਟਸ ਦੇ ਪ੍ਰਾਈਸਿਸ ਨੇ ਉਹ ਇਨਕਰੀਜ਼ ਹੋ ਜਾਂਦੇ ਨੇ, ਕਿਉਂਕਿ ਜਿਹੜੀ ਐਗਰੀਗੇਟ ਸਪਲਾਈ ਆ ਉਹ ਲੌਂਗ ਰਨ ਦੇ ਵਿੱਚ ਇਨਕਰੀਜ਼ ਨਹੀਂ ਹੁੰਦੀ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਤੋਂ ਬਾਅਦ, ਠੀਕ ਹੈ। ਕਿਉਂਕਿ ਆਪਾਂ ਜਿਹੜੀ ਲੇਬਰ ਹੈ ਉਹਨੂੰ ਇਨਕਰੀਜ਼ ਨਹੀਂ ਕਰ ਸਕਦੇ ਕਿਉਂਕਿ ਜਿੰਨੀ ਲੇਬਰ ਦੀ ਡਿਮਾਂਡ ਹੈ ਸਪਲਾਈ ਹੈ ਉਨੀ ਹੀ ਡਿਮਾਂਡ ਹੈ, ਠੀਕ ਹੈ। ਤਾਂ ਕਹਿੰਦੇ ਅਗਰ ਆਪਣੀ ਇਕੋਨਮੀ ਵਿੱਚ ਲੌਂਗ ਰਨ ਦੇ ਵਿੱਚ ਕੀ ਆ, ਕਲਾਸੀਕਲਸ ਬੋਲਦੇ ਨੇ ਕਿ ਐਗਰੀਗੇਟ ਡਿਮਾਂਡ ਇਨਕਰੀਜ਼ ਹੋ ਜਾਵੇ ਤਾਂ ਆਪਾਂ ਐਗਰੀਗੇਟ ਸਪਲਾਈ ਇਨਕਰੀਜ਼ ਨਹੀਂ ਕਰ ਸਕਦੇ। ਤਾਂ ਏਟੀ ਜਦੋਂ ਗ੍ਰੇਟਰ ਦੈਨ ਏਐਸ ਹੁੰਦੀ ਹੈ ਤਾਂ ਕੀ ਹੋਏਗਾ, ਓਨਲੀ ਜਿਹੜੀਆਂ ਪ੍ਰਾਈਸਿਸ ਨੇ ਉਹੀ ਕੀ ਹੋਣਗੀਆਂ, ਹਾਈ ਹੋਣਗੀਆਂ। ਤਾਂ ਕਹਿੰਦੇ ਇਹਦੇ ਵਿੱਚ ਕੀ ਆ, ਹਾਈ ਗਰੋਥ ਡਿਊ ਟੂ ਹਾਈ
ਡਿਮਾਂਡ ਦੇ ਪਲਾਨ ਟੂ ਇਨਵੈਸਟ ਮੋਰ। ਕਹਿੰਦੇ ਅਗਰ ਲੌਂਗ ਰਨ ਦੇ ਵਿੱਚ ਉਹਨਾਂ ਨੇ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਹੈ ਫੁੱਲ ਇੰਪਲੋਇਮੈਂਟ ਲੈਵਲ ਤੋਂ ਪਹਿਲਾਂ, ਤਾਂ ਉਹਨਾਂ ਨੂੰ ਮੋਰ ਅਕੋਰਡਿੰਗ ਟੂ ਐਗਰੀਗੇਟ ਡਿਮਾਂਡ ਦੇ ਸਪਲਾਈ ਕਰਨੀ ਹੈ ਤਾਂ ਉਹਨਾਂ ਨੂੰ ਮੋਰ ਇਨਵੈਸਟਮੈਂਟ ਕਰਨੀ ਪਏਗੀ। ਤਾਂ ਇਨਵੈਸਟਮੈਂਟ ਵੀ ਉਹ ਕਿਹਦੇ ਵਿੱਚ ਕਰ ਸਕਦੇ ਨੇ, ਕਿਉਂਕਿ ਲੌਂਗ ਰਨ ਦੇ ਵਿੱਚ ਜਿਹੜੇ ਸਾਰੇ ਫੈਕਟਰਸ ਹੁੰਦੇ ਨੇ ਉਹ ਕੀ ਹੁੰਦੇ ਨੇ, ਵੇਰੀਏਬਲਸ ਹੁੰਦੇ ਨੇ ਪ੍ਰੋਡਕਸ਼ਨ ਦੇ ਸਾਰੇ ਫੈਕਟਰਸ, ਜਿਵੇਂ ਕਿ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰਸ। ਤਾਂ ਚਾਰਾਂ ਦੇ ਵਿੱਚੋਂ ਕੀ ਆ, ਇਨਵੈਸਟ ਕਰਕੇ ਆਪਣੀ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦੇ ਆ। ਤਾਂ ਕਿੱਥੋਂ ਤੱਕ ਕਰ ਸਕਦੇ ਆ, ਓਨਲੀ ਆ ਫੁੱਲ ਇੰਪਲੋਇਮੈਂਟ ਲੈਵਲ ਤੱਕ। ਕਹਿੰਦੇ the side effect of shifting factor of productions away from lower demand sector to a high demand sectors. But if higher demand for goods and services is economy wide and all the factor of productions are already employed, there is not any way to increase overall production. It is the result in the prices will rise. ਤਾਂ ਫਿਰ ਕੀ ਆ, ਕਹਿੰਦੇ ਅਗਰ ਤਾਂ ਇਕੋਨਮੀ ਦੇ ਵਿੱਚ ਫੁੱਲ ਇੰਪਲੋਇਮੈਂਟ ਨਹੀਂ ਹੈਗੀ, ਕਲਾਸੀਕਲਸ ਬੋਲਦੇ ਨੇ ਕਿ ਤਦ ਤਾਂ ਆਪਾਂ ਜਿਹੜੀ ਆਪਣੀ ਲੇਬਰ ਦੀ ਵਰਤੋਂ ਕਰਕੇ, ਠੀਕ ਹੈ, ਲੇਬਰ ਦੀ ਕੁਆਂਟੀਟੀ ਨੂੰ ਇਨਕਰੀਜ਼ ਕਰਕੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਲੇਕਿਨ ਅਗਰ ਇਕੋਨਮੀ ਦੇ ਵਿੱਚ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਹੈ ਤਾਂ ਫਿਰ ਕੀ ਆ, ਆਪਾਂ ਲੇਬਰ ਨੂੰ ਨਹੀਂ ਲੈ ਸਕਦੇ, ਤਾਂ ਉਹਦੇ ਵਿੱਚ ਕੀ ਹੋਏਗਾ, ਆਊਟਪੁੱਟ ਆਪਣੀ ਇਨਕਰੀਜ਼ ਨਹੀਂ ਹੋਏਗੀ, ਓਨਲੀ ਜਿਹੜੀਆਂ ਪ੍ਰਾਈਸਿਸ ਨੇ ਉਹਨਾਂ ਤੇ ਹੀ ਇਫੈਕਟ ਪਏਗਾ, ਪ੍ਰਾਈਸਿਸ ਹੀ ਕੀ ਹੋਣਗੀਆਂ, ਇਨਕਰੀਜ਼ ਹੋਣਗੀਆਂ ਅਕੋਰਡਿੰਗ ਟੂ ਕਲਾਸੀਕਲਸ। ਕਹਿੰਦੇ ਦ ਲੈਵਲ ਆਫ ਆਊਟਪੁੱਟ corresponding to full employment of the labor force is called potential GDP। ਤਾਂ ਇਹਨਾਂ ਨੇ ਕੀ ਦੱਸਿਆ ਹੈ ਕਲਾਸੀਕਲਸ ਨੇ, ਜੋ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਸ਼ਾਰਟ ਰਨ ਦੇ ਵਿੱਚ ਜਿਹੜੀ ਏਐਸ ਕਰਵ ਹੈ ਉਹਨਾਂ ਨੇ ਬੇਸਿਕ ਅਸੰਪਸ਼ਨਸ ਮੰਨੀਆਂ ਕੀ ਰਹੇਗੀ, ਵਾਈ ਐਕਸਿਸ ਦੇ ਪੈਰਲਲ ਰਹੇਗੀ। ਇਹ ਕਲਾਸੀਕਲਸ ਬੋਲਦੇ ਨੇ, ਕਹਿੰਦੇ ਇਹਦਾ ਮਤਲਬ ਹੈ ਕਿ ਆਪਣੀ ਜਿਹੜੀ ਸਪਲਾਈ ਹੈ ਲੌਂਗ ਰਨ ਦੇ ਵਿੱਚ ਕੀ ਉਹ ਕਾਨਸਟੈਂਟ ਆ, ਇਕੋਨਮੀ ਦੇ ਵਿੱਚ ਫੁੱਲ ਇੰਪਲੋਇਮੈਂਟ ਆ, ਇਸ ਤੋਂ ਜ਼ਿਆਦਾ ਆਪਾਂ ਸਪਲਾਈ ਇਨਕਰੀਜ਼ ਨਹੀਂ ਕਰ ਸਕਦੇ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਉਹ ਐਕਸ ਤੇ ਆਪਾਂ ਨੇ ਆਊਟਪੁੱਟ ਤੇ ਇਨਕਮ ਲਿੱਤੀ ਹੋਈ ਹੈ, ਮੀਨਸ ਗੁਡਸ ਦੀ ਪ੍ਰੋਡਕਸ਼ਨ ਲਿੱਤੀ ਹੋਈ ਹੈ, ਐਗਰੀਗੇਟ ਸਪਲਾਈ ਲਿੱਤੀ ਹੋਈ ਹੈ, ਐਂਡ ਉਹ ਬਾਈ ਐਕਸਿਸ ਤੇ ਆਪਾਂ ਨੇ ਪ੍ਰਾਈਸ ਲਿੱਤਾ ਹੋਇਆ ਹੈ। ਹੁਣ ਦੇਖੋ ਐਗਰੀਗੇਟ ਸਪਲਾਈ ਕੀ ਆ, ਕਾਨਸਟੈਂਟ ਸਪਲਾਈ ਕਰਵ ਹੈ ਜੋ ਸਾਨੂੰ ਸ਼ੋ ਕਰ ਰਹੀ ਹੈ कि प्राइसेस चाहे इंक्रीज हो चाहे डिक्रीज हो, मीनस एग्रीगेट डिमांड चाहे इंक्रीज हो चाहे डिक्रीज हो, लेकिन जी साडी सप्लाई है वो वाई डैश ही रहेगी, ओ वाई ही रहेगी, ओ वाई तो इंक्रीज नहीं होएगी। तो इतने प्राइसिस से इफैक्ट पैंदा है। तो एग्रीगेट सप्लाई जो कॉन्सटेंट होंगी है, तो एग्रीगेट डिमांड जो इंक्रीज डिक्रीज होंगी है, तो ओनली सिर्फ प्राइसिस चेंज होंगे ने। अगर एग्रीगेट डिमांड डिक्रीज हो जाती है तो प्राइसिस डिक्रीज हो जाते हैं। अगर एग्रीगेट सप्लाई एग्रीगेट डिमांड इंक्रीज हो जाती है तो प्राइसिस इंक्रीज हो जाते हैं, लेकिन आउटपुट अपनी की रही है, कॉन्सटेंट रही है जो अपनी इकॉनमी के फुल इंपलॉयमेंट की सिचुएशन है। ठीक है, तो इस तो बाद है तो उस तो बाद एक गल होर कि जी अपनी डिमांड होंगी है तो प्राइस होंगी है, उसका की रिलेशन होंगे, नैगेटिव रिलेशनशिप होंगे। मीनस प्राइस घटन से डिमांड बढ़ती है, प्राइस ਵਧਣ ਤੇ डिमांड घटती है। लेकिन जी अपनी एग्रीगेट सप्लाई कर्व है, इसका प्राइस के नाल रिलेशन की होंगे, पॉजिटिव रिलेशनशिप होंगे। मतलब जो अपनी प्राइस बढ़ती है इकॉनमी के तब एग्रीगेट सप्लाई इंक्रीज होएगी, अगर प्राइस घट रही तो एग्रीगेट सप्लाई डिक्रीज होएगी। जो केनजियन व्यू वो देख सकते हैं, क्योंकि जो प्राइसिस इंक्रीज होंगे ने तो जी अपनी प्रोड्यूसर्स नू इनकम मिलती है, प्रॉफिट मिलता है, उदों भी की हो जाता है, इंक्रीज हो जाता है। तो दिस इज अ क्लासिकल एग्रीगेट सप्लाई कर्व जो कि आ वर्टिकल है, वाई एक्सिस के पैरेलल है, ये नो हो रही है अकॉर्डिंग टू डिमांड। तो हुण तुसीं देखो लॉन्ग रन कहंदे की आ, द लेवल ऑफ शिफ्ट इन द लॉन्ग रन एएस कर्व, टू टाइम पीरियड, शॉर्ट रन एंड लॉन्ग रन। शॉर्ट रन दे विच ओनली लेबर यूज करके आपां आउटपुट इंक्रीज कर सकते हैं, लेकिन लॉन्ग रन दे विच जित्थों तक अपनी पोटेंशियल आउटपुट कैपेसिटी आप उत्थों तक अपनी प्रोडक्शन को किया इंक्रीज कर सकते हैं। कहते यू शुड नो दैट पोटेंशियल आउटपुट विल चेंज इफ देयर आर चेंजिंग इन द क्वांटिटी ऑफ लेबर। कहते पोटेंशियल आउटपुट अपनी चेंज हो सकती है ਜਦੋਂ ਕਹਿੰਦੇ ਕਿਹੜੇ ਫੈਕਟਰਸ ਦੇ ਵਿੱਚ ਚੇਂਜ ਹੋਵੇ, ਕੁਆਂਟੀਟੀ ਆਫ ਲੇਬਰ ਦੇ ਵਿੱਚ, ਸਟਾਕ ਆਫ ਕੈਪੀਟਲ ਦੇ ਵਿੱਚ, ਅਮਾਉਂਟ ਆਫ ਨੇਚਰਲ ਰਿਸੋਰਸਿਸ ਦੇ ਵਿੱਚ, ਔਰ ਦਾ ਸਟੇਟ ਆਫ ਟੈਕਨੋਲੋਜੀ। ਜਦੋਂ ਕਹਿੰਦੇ ਰਿਸੋਰਸਿਸ, ਟੈਕਨੋਲੋਜੀ ਐਂਡ ਲੇਬਰ ਦੀ ਕੁਆਂਟੀਟੀ ਐਂਡ ਕੈਪੀਟਲ ਵਗੈਰਾ ਚੇਂਜ ਹੁੰਦੀ ਹੈ ਤਾਂ अपनी जो है टेक्नोलॉजी चेंज होंगी है, तो इसका सप्लाई पर इफैक्ट पैदा है। क्योंकि लॉन्ग रन के सारे फैक्टर्स होंगे ने होंगे ने वेरीएबल्स होंगे ने। लॉन्ग रन के आपू जो इनपुट अपनी आउटपुट इंक्रीज करनी है तो सारे इनपुट्स के आप चेंज कर सकते हैं, अपनी फॉर्म का साइज भी इंक्रीज कर सकते हैं, कैपिटल भी ज़्यादा इन्वेस्ट कर सकते हैं। तब कहते लॉन्ग रन के टू सोर्सिस ने ग्रोथ के कि फैक्टर्स से डिपेंड करती है। फर्स्ट इज़ द ग्रोथ ऑफ इनपुट्स।
कि जिन्ने भी इनपुट्स ने 4 फैक्टर्स ने ਜਿਹੜੇ ਉਹਨਾਂ ਤੇ ਆਪਣੀ ਆਊਟਪੁੱਟ ਡਿਪੈਂਡ ਕਰਦੀ ਆ। ਅਗਰ ਤਾਂ ਇਨਪੁੱਟ ਈਜ਼ੀਲੀ ਅਵੇਲੇਬਲ ਨੇ, ਇਨਪੁੱਟ ਦੀ ਜਿਹੜੀ ਹੈ ਕੁਆਂਟੀਟੀ ਜ਼ਿਆਦਾ ਹੈ, ਤਾਂ ਆਪਣੀ ਜਿਹੜੀ ਆਊਟਪੁੱਟ ਹੈ ਉਹ ਵੀ ਕੀ ਹੈ ਇਨਕਰੀਜ਼ ਹੋ ਸਕਦੀ ਹੈ। ਸੈਕੰਡ ਇਜ਼ ਆ ਆਊਟਪੁੱਟ ਜਿਹੜੀ ਹੈ ਆਊਟਪੁੱਟ ਟੈਕਨੋਲੋਜੀਕਲ ਚੇਂਜਸ। ਟੈਕਨੋਲੋਜੀਕਲ ਚੇਂਜਸ ਦਾ ਮਤਲਬ ਟੈਕਨੋਲੋਜੀ ਦੇ ਵਿੱਚ ਚੇਂਜ ਹੋਣਾ। ਅਗਰ ਕਹਿੰਦੇ ਆਪਣੀ ਜਿਹੜੀ ਟੈਕਨੋਲੋਜੀ ਆ ਉਹ ਇੰਪਰੂਵ ਹੋ ਰਹੀ ਹੈ, ਮੀਨਸ ਆਪਾਂ ਨਿਊ ਟੈਕਨੀਕਸ ਲੈ ਕੇ ਆ ਰਹੇ ਹਾਂ ਆਪਣੇ ਕੋਲ। ਫੋਰ ਐਗਜ਼ਾਮਪਲ ਪਹਿਲਾਂ ਜਿਹੜੀ ਸੀਗੀ ਲੇਬਰ ਸੀਗੀ, ਆਪਾਂ 50 ਲੇਬਰ ਲਗਾਉਂਦੇ ਸੀਗੇ, 50 ਲੇਬਰ ਸੀਗੀ ਜਿਹੜੀ ਉਹ 1 ਡੇ ਦੇ ਵਿੱਚ ਕਿਹੜੀਆਂ 50 ਗੁੱਡਸ ਸੀਗੀਆਂ ਕਿਸੇ ਵੀ ਚੀਜ਼ ਕੋਈ ਵੀ ਪ੍ਰੋਡਕਟ ਨੂੰ ਪ੍ਰੋਡਿਊਸ ਕਰਦੀਆਂ ਸੀਗੀਆਂ। ਲੇਕਿਨ ਹੁਣ ਆਪਾਂ ਨੇ ਕੀ ਇੱਕ ਮਸ਼ੀਨ ਲੈ ਕੇ ਆਂਦੀ ਆ, ਹੁਣ ਉਹ ਮਸ਼ੀਨ ਉਹਦੇ ਕਾਸਟ ਤਾਂ ਆਈ ਹੈ, ਲੇਕਿਨ ਉਹ ਕੀ ਆ ਜਦੋਂ ਆਪਾਂ ਟੈਕਨੋਲੋਜੀ ਦੇ ਥਰੂ ਮਸ਼ੀਨ ਨੂੰ ਯੂਜ਼ ਕਰਦੇ ਆ ਤਾਂ ਉਹਦੇ ਥਰੂ ਇੱਕ ਦਿਨ ਦੇ ਵਿੱਚ 100 ਗੁੱਡਸ ਦੀ ਪ੍ਰੋਡਕਸ਼ਨ ਹੁੰਦੀ ਹੈ। ਕਿੱਥੇ ਲੇਬਰ ਦੇ ਥਰੂ 50 ਹੁਣ ਇੱਥੇ 100 ਗੁੱਡਸ ਦੀ ਪ੍ਰੋਡਕਸ਼ਨ ਹੁੰਦੀ ਹੈ। ਤਾਂ ਆਪਣੀ ਜਿਹੜੀ ਲੌਂਗ ਟਰਮ ਦੇ ਵਿੱਚ ਸਪਲਾਈ ਉਹ ਕੀ ਹੋ ਜਾਏਗੀ, ਇਹਦੇ ਨਾਲ ਇਨਕਰੀਜ਼ ਹੋ ਜਾਏਗੀ ਟੈਕਨੀਕਲ ਪ੍ਰੋਗਰੈਸ ਦੇ ਨਾਲ। ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੀਆਂ ਮੋਸਟ ਟੈਕਨੋਲੋਜੀਕਲ ਪ੍ਰੋਗਰੈਸ ਕੀ ਕਰਦੀ ਹੈ, ਸਾਡੀ ਪ੍ਰੋਡਕਟਿਵਿਟੀ ਤੇ ਐਫੀਸ਼ੀਐਂਸੀ ਨੂੰ ਕੀ ਕਰਦੀ ਹੈ ਇਨਕਰੀਜ਼ ਕਰਦੀ ਆ ਜਦੋਂ ਆਪਾਂ ਨਿਊ ਟੈਕਨੀਕਸ ਲੈ ਕੇ ਆਉਂਦੇ ਹਾਂ। ਠੀਕ ਹੈ, ਤੇ ਉਸ ਤੋਂ ਬਾਅਦ ਜਿਹੜੀ ਆਪਣੀ ਇਨਪੁਟਸ ਨੇ, ਇਨਪੁਟਸ ਦੇਖੋ ਅਗਰ ਕਹਿੰਦੇ ਲੇਬਰ ਦੀ ਜਿਹੜੀ ਵੇਜ ਰੇਟ ਹੈ ਘੱਟ ਜਾਵੇ ਤਾਂ ਲੇਬਰ ਦੀ ਡਿਮਾਂਡ ਕੀ ਹੋ ਜਾਂਦੀ ਹੈ ਇਨਕਰੀਜ਼ ਹੋ ਜਾਂਦੀ ਹੈ, ਤਾਂ ਪ੍ਰੋਡਕਸ਼ਨ ਵੀ ਕੀ ਹੋਏਗੀ ਇਨਕਰੀਜ਼ ਹੋਏਗੀ। ਕਿਉਂਕਿ ਲੇਬਰ ਤੇ ਜਿਹੜੀ ਆਪਣੀ ਵੇਜ ਰੇਟ, ਲੇਬਰ ਦੀ ਡਿਮਾਂਡ ਹੈ ਤੇ ਵੇਜ ਰੇਟ ਹੈ, ਇਹਦਾ ਕੀ ਹੁੰਦਾ ਇਨਵਰਸ ਰਿਲੇਸ਼ਨਸ਼ਿਪ ਹੁੰਦਾ। ਅਗਰ ਵੇਜ ਰੇਟ ਇਨਕਰੀਜ਼ ਹੋ ਜਾਂਦੇ ਨੇ ਤਾਂ ਲੇਬਰ ਦੀ ਡਿਮਾਂਡ ਡਿਕਰੀਜ਼ ਹੁੰਦੀ ਆ। ਅਗਰ ਵੇਜ ਰੇਟ ਡਿਕਰੀਜ਼ ਹੋ ਜਾਂਦੇ ਨੇ ਤਾਂ ਲੇਬਰ ਦੀ ਡਿਮਾਂਡ ਇਨਕਰੀਜ਼ ਹੁੰਦੀ ਆ। ਅਗਰ ਕਹਿੰਦੇ ਵੇਜ ਰੇਟ ਘੱਟ ਹੋਣਗੇ ਤਾਂ ਲੇਬਰ ਦੀ ਡਿਮਾਂਡ ਜ਼ਿਆਦਾ ਹੋਏਗੀ, ਜਿਹਦੇ ਨਾਲ ਪ੍ਰੋਡਕਸ਼ਨ ਵੀ ਜ਼ਿਆਦਾ ਹੋਏਗੀ ਤੇ ਸਪਲਾਈ ਵੀ ਕੀ ਹੈ ਜ਼ਿਆਦਾ ਹੋਏਗੀ। ਅਗਰ ਕਹਿੰਦੇ ਰॉ ਮਟੀਰੀਅਲ ਈਜ਼ੀ ਪ੍ਰੋਵਾਈਡ ਹੈ ਤਦ ਵੀ ਕਹਿੰਦੇ ਆਪਾਂ ਨੂੰ ਜਿਹੜੀ ਸਪਲਾਈ ਆਪਾਂ ਜ਼ਿਆਦਾ ਕਰਾਂਗੇ, ਆਊਟਪੁੱਟ ਜ਼ਿਆਦਾ ਕਰਾਂਗੇ। ਅਗਰ ਮਸ਼ੀਨਰੀ ਅਵੇਲੇਬਲ ਹੈ ਤਾਂ ਪ੍ਰੋਡਕਸ਼ਨ ਕਪੈਸਿਟੀ ਇਨਕਰੀਜ਼ ਹੁੰਦੀ ਹੈ ਇਕੋਨਮੀ ਦੀ, ਤਦ ਵੀ ਪ੍ਰੋਡਕਸ਼ਨ ਜਿਹੜੀ ਆਪਣੀ ਇਕੋਨਮੀ ਦੇ ਵਿੱਚ ਕੀ ਹੋਏਗੀ ਜ਼ਿਆਦਾ ਹੋਏਗੀ। ਤਾਂ ਸ਼ਿਫਟ ਇਨ ਦਾ ਲੌਂਗ ਰਨ ਐਗਰੀਗੇਟ ਸਪਲਾਈ ਕਰਵ ਦੇ ਵਿੱਚ ਕਹਿੰਦੇ ਜਦੋਂ ਸਪਲਾਈ ਇਨਕਰੀਜ਼ ਹੁੰਦੀ ਆ ਤਾਂ ਰਾਈਟ ਸਾਈਡ ਸ਼ਿਫਟ ਹੁੰਦੀ ਹੈ ਐਗਰੀਗੇਟ ਸਪਲਾਈ ਕਰਵ। ਅਗਰ ਸਪਲਾਈ ਡਿਕਰੀਜ਼ ਹੁੰਦੀ ਹੈ ਤਾਂ ਲੈਫਟ ਵਰਡ ਸ਼ਿਫਟ ਹੁੰਦੀ ਆ। ਤਾਂ ਹੁਣ ਰੀਜ਼ਨਸ ਤੁਹਾਨੂੰ ਪਤਾ ਨੇ ਕਿ ਕਿਹਦੇ ਥਰੂ ਐਗਰੀਗੇਟ ਸਪਲਾਈ ਇਨਕਰੀਜ਼ ਹੋ ਸਕਦੀ ਹੈ ਤੇ ਕਿਹਦੇ ਥਰੂ ਐਗਰੀਗੇਟ ਸਪਲਾਈ ਡਿਕਰੀਜ਼ ਹੋ ਸਕਦੀ ਆ। ਅਗਰ ਤਾਂ ਕਹਿੰਦੇ ਆਪਣੀ ਇਕੋਨਮੀ ਦੇ ਵਿੱਚ ਜਿਹੜੇ ਇਨਪੁਟਸ ਨੇ ਉਹਨਾਂ ਦੇ ਪ੍ਰਾਈਸਿਸ ਘਟ ਗਏ ਨੇ ਤੇ ਜਿਹੜੀ ਟੈਕਨੋਲੋਜੀਕਲ ਇੰਪਰੂਵਮੈਂਟ ਹੋਈ ਹੈ, ਇਟਸ ਮੀਨਸ ਆਪਣੀ ਐਗਰੀਗੇਟ ਜਿਹੜੀ ਲੌਂਗ ਰਨ ਦੇ ਵਿੱਚ ਸਪਲਾਈ ਹੈ ਉਹ ਕੀ ਹੋਏਗੀ ਇਨਕਰੀਜ਼ ਹੋਏਗੀ। ਤਾਂ ਸਪਲਾਈ ਕਰਵ ਆਪਣੀ ਰਾਈਟ ਸਾਈਡ ਸ਼ਿਫਟ ਹੋ ਜਾਏਗੀ, ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਸ਼ਿਫਟ ਇਨ ਲੌਂਗ ਰਨ ਐਗਰੀਗੇਟ ਸਪਲਾਈ ਕਰਵ ਲੌਂਗ ਰਨ ਦੀ ਡਾਇਗਰਾਮ ਹੈ ਜਿਹਦੇ ਵਿੱਚ ਉਹ ਵਾਈ ਐਕਸਿਸ ਤੇ ਪ੍ਰਾਈਸ ਲੈਵਲ ਲਿਖਤਾ ਹੋਇਆ ਹੈ ਤੇ ਉਹ ਐਕਸਿਸ ਤੇ ਟੋਟਲ ਸਪਲਾਈ ਮੀਨਸ ਆਊਟਪੁੱਟ ਐਂਡ ਇਨਕਮ ਲਿਖੀ ਹੋਈ ਹੈ। ਜਿਹੜੀ ਆ ਐਲ ਆਰ ਏ ਐਸ ਕਰਵ ਹੈ, ਐਲ ਆਰ ਇਜ਼ ਅ ਲੌਂਗ ਰਨ, ਏ ਐਸ ਇਜ਼ ਅ ਸਪਲਾਈ ਕਰਵ। LRAS1 है, ਇਹ ਇਨੀਸ਼ੀਅਲ ਸਪਲਾਈ ਕਰਵ ਹੈ ਜੋ ਲੌਂਗ ਰਨ ਦੀ ਸਪਲਾਈ ਕਰਵ ਦੱਸ ਰਹੀ ਹੈ, ਜੋ ਕਿੰਨੀ ਹੈ OY1 ਹੈ। ਹੁਣ ਜਦ ਇਕੋਨਮੀ ਦੇ ਵਿੱਚ ਕਹਿੰਦੇ ਟੈਕਨੀਕਲ ਪ੍ਰੋਗਰੈਸ ਆ ਗਈ, ਨਿਊ ਮਸ਼ੀਨਰੀ ਆ ਗਈ, ਟੈਕਨੀਕਸ ਆ ਗਈਆਂ ਤੇ ਇਨਪੁਟਸ ਤੇ ਪ੍ਰਾਈਸਿਸ ਸਸਤੇ ਹੋ ਗਏ ਤਾਂ ਕੀ ਹੋ ਗਿਆ ਪ੍ਰੋਡਕਸ਼ਨ ਇਨਕਰੀਜ਼ ਹੋ ਗਈ ਆਪਣੀ। ਤਾਂ ਪ੍ਰੋਡਕਸ਼ਨ ਇਨਕਰੀਜ਼ ਹੋ ਗਈ ਮੀਨਸ ਆਊਟਪੁੱਟ ਮੀਨਸ ਸਪਲਾਈ ਇਨਕਰੀਜ਼ ਹੋ ਗਈ। ਤਾਂ ਸਪਲਾਈ ਕਰਵ ਆਪਣੀ ਕੀ ਹੈ ਰਾਈਟ ਵਰਡ ਸ਼ਿਫਟ ਹੋ ਜਾਏਗੀ, ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਤਾਂ ਸਪਲਾਈ ਕਰਵ ਰਾਈਟ ਵਰਡ ਸ਼ਿਫਟ ਹੋਈ, ਦਿਸ ਇਜ਼ ਅ ਇਨਕਰੀਜ਼ ਇਨ ਸਪਲਾਈ। LRAS2 ਲੌਂਗ ਰਨ ਦੀ ਜਿਹੜੀ ਸਪਲਾਈ ਕਰਵ 2 ਬਣ ਗਈ ਨਿਊ ਸਪਲਾਈ ਕਰਵ, ਜੋ ਸਾਨੂੰ ਕੀ ਦੱਸ ਰਹੀ ਹੈ ਇਨਕਰੀਜ਼ ਇਨ ਸਪਲਾਈ ਦੱਸ ਰਹੀ ਹੈ। ਇਨਕਰੀਜ਼ ਇਨ ਸਪਲਾਈ ਕਿੰਨਾ ਹੈ OY1 ਤੋਂ ਇਨਕਰੀਜ਼ ਹੋ ਕੇ OY2। ਤਾਂ ਇਨਕਰੀਜ਼ ਇਨ ਸਪਲਾਈ ਕਰਵ ਕਿੰਨਾ ਹੈ Y1 Y2, ਦਿਸ ਇਜ਼ ਅ ਇਨਕਰੀਜ਼ ਇਨ ਸਪਲਾਈ ਕਰਵ, ਜਿਹਦੇ ਕਰਕੇ ਜਿਹੜੀ ਆਪਣੀ ਸਪਲਾਈ ਕਰਵ ਹੈ ਰਾਈਟ ਵਰਡ ਸ਼ਿਫਟ ਹੋਈ ਹੈ ਕਿਉਂਕਿ ਟੈਕਨੋਲੋਜੀਕਲ ਇੰਪਰੂਵਮੈਂਟ ਐਂਡ ਇਨਪੁਟਸ ਦੀ ਪ੍ਰਾਈਸਿਸ ਡਿਕਰੀਜ਼ ਹੋਈ। ਅਗਰ ਕਹਿੰਦੇ ਆਪਣੀ ਜਿਹੜੀ ਟੈਕਨੋਲੋਜੀ ਪੁਰਾਣੀ ਹੈ, ਠੀਕ ਹੈ, ਟ੍ਰੈਡੀਸ਼ਨਲ ਰਿਸੋਰਸਿਸ ਯੂਜ਼ ਕਰ ਰਹੇ ਆ ਪ੍ਰੋਡਕਸ਼ਨ ਦੇ ਲਈ ਤੇ ਇਨਪੁਟਸ ਦੇ ਪ੍ਰਾਈਸਿਸ ਹਾਈ ਹੋ ਜਾਂਦੇ ਨੇ ਤਾਂ ਸਪਲਾਈ ਕੀ ਹੋ ਜਾਂਦੀ ਹੈ ਡਿਕਰੀਜ਼ ਹੋ ਜਾਂਦੀ ਆ। ਤਾਂ ਸਪਲਾਈ ਕਰਵ ਆਪਣੀ ਕੀ ਹੋਏਗੀ ਲੈਫਟ ਵਰਡ ਸ਼ਿਫਟ ਹੋ ਜਾਏਗੀ ਤੇ ਐਗਰੀਗੇਟ ਸਪਲਾਈ ਆਪਣੀ ਕੀ ਹੋਏਗੀ ਘਟੇਗੀ। This is shift in the long run aggregate supply curves. ਇਹਨਾਂ two reasons ਕਰਕੇ ਜਿਹੜੀ aggregate supply curve ਹੈ ਇਹ ਆਪਣੀ rightward and leftward shift। Next is aggregate supply curve in the medium run। ਤੁਸੀਂ ਹੁਣ long run ਦੇ ਵਿੱਚ ਵੀ ਦੇਖ ਲਿਆ, long run ਦੇ ਵਿੱਚ ਕੀ ਹੁੰਦੀ ਆ vertical ਹੁੰਦੀ ਆ and short run ਦੇ ਵਿੱਚ ਕੀ ਹੁੰਦੀ ਆ horizontal ਹੁੰਦੀ ਆ। ਲੌਂਗ ਰਨ ਦੀ ਸਪਲਾਈ ਕਰਵ ਕਿਹਨੇ ਦਿੱਤੀ ਆ ਕਲਾਸੀਕਲਸ ਨੇ ਦਿੱਤੀ ਆ ਜਿਹੜੀ ਕਿ ਵਰਟੀਕਲ ਹੁੰਦੀ ਆ ਜਿਹਦੇ ਵਿੱਚ ਸਪਲਾਈ ਦੇ ਵਿੱਚ ਚੇਂਜ ਨਹੀਂ ਆਉਂਦਾ।
ठीक है। किसी जब तक कहते फुल इंप्लायमेंट नहीं होंगी उਦੋਂ तक ਆਪਾਂ ਕੀ ਆ ਆਪਣੀ ਆਊਟਪੁੱਟ ਇਨਕਰੀਜ਼ ਕਰ ਸਕਦੇ ਹਾਂ ਲੌਂਗ ਰਨ ਦੇ ਵਿੱਚ। ਅਗਰ ਫੁੱਲੀ ਇੰਪਲਾਇਮੈਂਟ ਸਿਚੁਏਸ਼ਨ ਆ ਗਈ ਇਕਨੋਮੀ ਦੇ ਵਿੱਚ ਤਾਂ ਉੱਥੇ ਆਪਣੀ ਜਿਹੜੀ ਆਪਾਂ ਆਊਟਪੁੱਟ ਹੈ ਉੱਥੇ ਇਨਕਰੀਜ਼ ਨਹੀਂ ਕਰ ਸਕਦੇ ਕਲਾਸੀਕਲ ਦੇ ਅਕੋਰਡਿੰਗ। ਲੇਕਿਨ ਸ਼ਾਰਟ ਰਨ ਦੇ ਵਿੱਚ ਉਹਨਾਂ ਨੇ ਬੋਲਿਆ ਸੀਗਾ ਕੇਨਸ ਨੇ ਕਿ ਆਪਾਂ ਐਗਰੀਗੇਟ ਡਿਮਾਂਡ ਦੇ ਅਕੋਰਡਿੰਗ ਆਪਣੀ ਸਪਲਾਈ ਇਨਕਰੀਜ਼ ਕਰ ਸਕਦੇ ਹਾਂ। ਤਾਂ ਉਹਨਾਂ ਦੀ ਜਿਹੜੀ ਸਪਲਾਈ ਕਰਵ ਸੀਗੀ ਕੇਨਸ ਦੀ ਸ਼ਾਰਟ ਰਨ ਦੇ ਵਿੱਚ ਉਹ ਕਿਸੇ ਹੌਰੀਜ਼ੌਂਟਲ ਸੀਗੀ। ਇੱਥੇ ਆਪਾਂ ਇਹਨਾਂ ਦੀ ਲੌਂਗ ਰਨ ਤੇ ਸ਼ਾਰਟ ਰਨ ਤੇ ਮੀਡੀਅਮ ਰਨ ਤਿੰਨਾਂ ਰਨਸ ਦੀ ਐਗਰੀਗੇਟ ਸਪਲਾਈ ਕਰਵ ਦੀ ਗੱਲ ਕਰਾਂਗੇ। ਤਾਂ ਐਗਰੀਗੇਟ ਸਪਲਾਈ ਕਰਵ ਇਨ ਦਾ ਮੀਡੀਅਮ ਰਨ। ਤਾਂ ਮੀਡੀਅਮ ਰਨ ਕੀ ਹੈ? ਮੀਡੀਅਮ ਰਨ ਇਜ਼ ਦਾ ਪੀਰੀਅਡ ਆਫ ਟਾਈਮ ਡਿਊਰਿੰਗ ਵਿਚ ਦਾ ਇਕੋਨਮੀ ਐਡਜਸਟ ਆਫ ਫਿਕਸਡ ਇਨਪੁਟਸ ਇਟਸ ਲੌਂਗ ਰਨ ਲੈਵਲ। ਹੁਣ ਦੇਖੋ ਮੀਡੀਅਮ ਰਨ ਹੈ ਸ਼ਾਰਟ ਰਨ ਤੇ ਲੌਂਗ ਰਨ ਦੇ ਵਿੱਚ ਵਾਲੀ ਸਿਚੁਏਸ਼ਨਸ ਜਿਹਦੇ ਵਿੱਚ ਕੀ ਆ ਕਹਿੰਦੇ ਆਪਾਂ ਆਪਣੀ ਐਗਰੀਗੇਟ ਡਿਮਾਂਡ ਦੇ ਅਕੋਰਡਿੰਗ ਐਗਰੀਗੇਟ ਸਪਲਾਈ ਨੂੰ ਥੋੜਾ ਥੋੜਾ ਇਨਕਰੀਜ਼ ਕਰ ਸਕਦੇ ਹਾਂ। ਇਹਦੇ ਨਾਲ ਪ੍ਰਾਈਸਿਸ ਵੀ ਇਨਕਰੀਜ਼ ਹੋਣਗੀਆਂ। ਠੀਕ ਹੈ। ਜਿਵੇਂ ਕਿ ਜਿਵੇਂ ਐਗਰੀਗੇਟ ਡਿਮਾਂਡ ਇਨਕਰੀਜ਼ ਹੋਏਗੀ ਸਪਲਾਈ ਵੀ ਇਨਕਰੀਜ਼ ਹੋਏਗੀ ਪ੍ਰਾਈਸਿਸ ਵੀ ਕੀ ਹੋਣਗੀਆਂ ਇਨਕਰੀਜ਼ ਹੋਣਗੀਆਂ। ਕਹਿੰਦੇ ਇਹਦੇ ਵਿੱਚ ਪਹਿਲਾਂ ਤਾਂ ਆਪਾਂ ਜਿਹੜੇ ਹੈ ਫਿਕਸਡ ਰਿਸੋਰਸਿਸ ਨੂੰ ਯੂਜ਼ ਕਰਕੇ ਐਗਰੀਗੇਟ ਸਪਲਾਈ ਨੂੰ ਇਨਕਰੀਜ਼ ਕਰਦੇ ਹਾਂ। ਬਾਅਦ ਦੇ ਵਿੱਚ ਆਪਾਂ ਸਾਰੇ ਰਿਸੋਰਸਿਸ ਦੇ ਵਿੱਚ ਚੇਂਜ ਲੈ ਕੇ ਆਉਂਦੇ ਹਾਂ ਜਦੋਂ ਆਪਾਂ ਸ਼ਾਰਟ ਰਨ ਤੋਂ ਲੌਂਗ ਰਨ ਦੇ ਵੱਲ ਜਾਂਦੇ ਹਾਂ। ਸ਼ਾਰਟ ਰਨ ਦੇ ਵਿੱਚ ਆਪਾਂ ਸਿਰਫ ਫਿਕਸਡ ਰਿਸੋਰਸਿਸ ਲੇਬਰ ਨੂੰ ਯੂਜ਼ ਕਰਾਂਗੇ ਐਂਡ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਮੀਡੀਅਮ ਰਨ ਦੇ ਵਿੱਚ ਆਪਾਂ ਜਿਹੜੇ ਫਿਕਸ ਦੇ ਨਾਲ ਜਿਹੜੇ ਬਾਕੀ ਵੇਰੀਏਬਲਸ ਨੇ ਉਹਨਾਂ ਨੂੰ ਵੀ ਇਨਕਰੀਜ਼ ਕਰਦੇ ਜਾਵਾਂਗੇ ਉਹਨਾਂ ਦੇ ਚੇਂਜ ਨੂੰ ਵੀ। ਐਂਡ ਫਿਰ ਐਂਡ ਤੇ ਆਪਾਂ ਲੌਂਗ ਰਨ ਦੇ ਵਿੱਚ ਪਹੁੰਚ ਜਾਵਾਂਗੇ ਜਿੱਥੇ ਆਪਾਂ ਸਾਰੇ ਰਿਸੋਰਸਿਸ ਨੂੰ ਯੂਜ਼ ਕਰਕੇ ਪ੍ਰੋਡਕਸ਼ਨ ਕਰਾਂਗੇ। ਇੱਕ ਐਂਡ ਫੁੱਲ ਇੰਪਲਾਇਮੈਂਟ ਜਦੋਂ ਆਪਣਾ ਲੌਂਗ ਰਨ ਦੇ ਵਿੱਚ ਆ ਜਾਏਗਾ ਤਾਂ ਉਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਐਗਰੀਗੇਟ ਸਪਲਾਈ ਹੈ ਉਹਨੂੰ ਕॉन्स्टेंट हो जाएगी मीन्स अपना वर्टिकल हो जाएगी जो क्लासिकल व्यू ने वो अप्लाई हो जाएंगे। तो आप वी कैन से दैट द एएस कर्व इज समवट in between the two is upward sloping in the medium run। ਜਿੱਥੇ ਹੁਣ ਕਹਿੰਦੇ upward sloping ਜਾ ਰਹੀ ਹੈ ਆਪਣੀ ਸਪਲਾਈ ਕਰਵ ਤਾਂ ਉਹਨੂੰ ਆਪਾਂ ਮੀਡੀਅਮ ਰਨ ਬੋਲਦੇ ਹਾਂ। ਜਿਵੇਂ ਕਿ ਇਸ ਡਾਇਗਰਾਮ ਦੇ ਵਿੱਚ ਤੁਸੀਂ ਇਸ ਡਾਇਗਰਾਮ ਦੇ ਥਰੂ ਆਪਣੀ ਜਿਹੜੀ ਹੈ ਸਪਲਾਈ ਕਰਵ ਇਹਨੂੰ ਦੇਖ ਸਕਦੇ ਹੋ ਮੀਡੀਅਮ ਸਪਲਾਈ ਕਰਵ। ਤੇ ਮੀਡੀਅਮ ਟਾਈਮ ਕੀ ਹੁੰਦਾ ਹੈ? ਕਹਿੰਦੇ ਮੀਡੀਅਮ ਰਨ ਡਾਇਨਾਮਿਕਸ ਹੁੰਦਾ ਜਿਹਦੇ ਵਿੱਚ ਆਪਾਂ ਫੇਸ ਕਰਦੇ ਹਾਂ ਹਾਈ ਡਿਮਾਂਡ ਆਫ ਦਾ ਗੁੱਡਸ ਐਂਡ ਸਰਵਿਸਿਜ਼ ਤੇ ਉਹਨਾਂ ਦੇ ਥਰੂ ਆਪਾਂ ਸ਼ਾਰਟ ਰਨ ਦੇ ਵਿੱਚ ਵੀ ਤੇ ਲੌਂਗ ਰਨ ਦੇ ਵਿੱਚ ਵੀ ਆਪਣੀ ਜਿਹੜੀ ਐਗਰੀਗੇਟ ਸਪਲਾਈ ਹੈ ਉਹਨੂੰ ਕੀ ਕਰਦੇ ਆ ਇਨਕਰੀਜ਼ ਕਰਦੇ ਆ। ਕਹਿੰਦੇ ਮੀਡੀਅਮ ਰਨ ਕੀ ਹੁੰਦਾ ਹੈ ਮੈਕਰੋ ਇਕਨੋਮਿਕਸ ਦੇ ਵਿੱਚ ਮੀਡੀਅਮ ਰਨ ਕਹਿੰਦੇ 5 to 10 ਈਅਰਸ ਦਾ ਟਾਈਮ ਹੁੰਦਾ ਹੈ। ਠੀਕ ਹੈ 5 to 10 ਈਅਰਸ ਦਾ ਟਾਈਮ ਹੁੰਦਾ ਜਿਹਦੇ ਵਿੱਚ ਆਪਣੀ ਆਊਟਪੁੱਟ ਕੀ ਹੁੰਦੀ ਹੈ ਇਨਕਰੀਜ਼ ਹੁੰਦੀ ਹੈ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਆਪਣਾ ਲੌਂਗ ਰਨ ਸ਼ਾਰਟ ਰਨ ਐਂਡ ਮੀਡੀਅਮ ਰਨ ਦਾ। ਤਾਂ ਮੀਡੀਅਮ ਰਨ ਹੋਏਗਾ 5 to 10 ਈਅਰਸ ਦਾ ਟਾਈਮ। ਠੀਕ ਹੈ ਜਿਹਦੇ ਵਿੱਚ ਜਦੋਂ ਏਡੀ ਇਨਕਰੀਜ਼ ਹੁੰਦੀ ਆ ਦਾ ਫਰਮ ਰਿਸਪੌਂਸ ਵੁੱਡ ਟੂ ਇਨਕਰੀਜ਼ ਇਨ ਦਾ ਆਊਟਪੁੱਟ ਇਨ ਦਾ ਬਿਗਨਿੰਗ ਕਿ ਪਹਿਲਾਂ ਤਾਂ ਜਦੋਂ ਐਗਰੀਗੇਟ ਡਿਮਾਂਡ ਇਨਕਰੀਜ਼ ਹੋਏਗੀ ਆਪਣੀ ਜਿਹੜੀ ਐਗਰੀਗੇਟ ਸਪਲਾਈ ਆ ਉਹ ਵੀ ਇਨਕਰੀਜ਼ ਹੋਏਗੀ ਕਿਉਂਕਿ ਆਪਣੇ ਕੋਲ ਪੋਟੈਂਸ਼ੀਅਲ ਪਾਵਰ ਹੈਗੀ ਆ ਆਪਾਂ ਹੋਰ ਪ੍ਰੋਡਿਊਸ ਕਰ ਸਕਦੇ ਹਾਂ ਅਕੋਰਡਿੰਗ ਟੂ ਕੇਨਜ਼ੀਅਨ। ਆਪਾਂ ਪੋਟੈਂਸ਼ੀਅਲ ਪਾਵਰ ਨੂੰ ਯੂਜ਼ ਕਰਕੇ ਫੁੱਲ ਇੰਪਲਾਇਮੈਂਟ ਤੱਕ ਚੱਲਦੇ ਜਾਵਾਂਗੇ ਕਿਉਂਕਿ ਪਹਿਲਾਂ ਕੀ ਆ ਐਗਰੀਗੇਟ ਸਪਲਾਈ ਜਿਹੜੀ ਹੈ ਲੇਬਰ ਦੀ ਐਗਰੀਗੇਟ ਡਿਮਾਂਡ ਦੇ ਨਾਲੋਂ ਜ਼ਿਆਦਾ ਹੈ डिमांड घट है मीन्स पोटेंशियल पावर है। अगर एग्रीगेट सप्लाई डिमांड इंक्रीज होएगी तो एग्रीगेट सप्लाई भी की होएगी इंक्रीज होएगी। तो हौली हौली आपका किया जो अपनी प्रोडक्शन कैपेसिटी है वो की हो जाएगी फुली यूटिलाइज हो जाएगी मीन्स फुल इंप्लायमेंट की सिचुएशन हो जाएगी। तब अपनी जी एग्रीगेट डिमांड के थ्रू जो इंक्रीज हो रहा है उन्नी सप्लाई इंक्रीज नहीं होएगी सप्लाई कब की हो जाएगी कॉन्स्टेंट हो जाएगी। जिमें कि अकॉर्डिंग टू क्लासिकल्स अपनी इकोनॉमी के फुल इंप्लायमेंट की सिचुएशन है आप फुल यूटिलाइजेशन ऑफ नैचुरल रिसोर्सिस कर चुके हैं। ठीक है तद अपनी की हो जाएगी वर्टिकल हो जाएगी वाई एक्सिस के सप्लाई कर्व पैरेलल हो जाएगी। जिमें तुम इस डायग्राम के विच देख सकते हो कि जी अपनी ओ वाई कर्व है एक ही शो कर रही है प्राइस शो कर रही है एंड ओ एक्स कर्व अपनी आउटपुट एंड इनकम शो कर रही है। तो जी अपनी ए तो लैके डी तक है दिस इज अ सप्लाई कर्व एग्रीगेट सप्लाई कर्व है। ਹੁਣ ਇਸ ਦੇ ਵਿੱਚ 4 ਪੁਆਇੰਟਸ ਨੇ ਜੋ ਆਪਾਂ ਨੂੰ ਅਲੱਗ-ਅਲੱਗ ਟਾਈਮ ਪੀਰੀਅਡਸ ਦੱਸ ਰਹੇ ਨੇ। ਹੁਣ ਇਹਦੇ ਵਿੱਚ ਜਿਹੜਾ ਏ ਬੀ ਟਾਈਮ ਪੀਰੀਅਡ ਹੈ ਇਹ ਕੀ ਹੈ ਏ ਬੀ ਟਾਈਮ ਪੀਰੀਅਡ ਇਜ਼ ਅ ਸ਼ਾਰਟ ਟਾਈਮ ਪੀਰੀਅਡ ਜੋ ਕਿ ਹੈ ਕੇਨਜ਼ੀਅਨ ਜੋ ਹੈ ਸਪਲਾਈ ਕਰਵ ਨੂੰ ਸ਼ੋ ਕਰ ਰਿਹਾ ਹੈ ਜਿੱਥੇ ਕਹਿੰਦੇ ਕੇਨਜ਼ੀਅਨ ਸਪਲਾਈ ਕਰਵ ਹੈ ਉਹ ਕੀ ਹੈ ਵਰਟੀਕਲ ਹੈ ਵਾਈ ਐਕਸਿਸ ਹੌਰੀਜ਼ੌਂਟਲ ਹੈ। हॉरिजॉन्टल्स मीन्स ए पी जी कर्व है सप्लाई कर्व एक ही शो कर रही है कि यह एक्स एक्सिस के पैरेलल है मतलब अपनी जी आउटपुट हो रही है प्रोडक्शन हो रही है वो थ्रू प्राइसिस के कोई भी चेंज नहीं हो रहा प्राइसिस की ने कॉन्स्टेंट ने तो आप जी सप्लाई है ओनली सप्लाई चेंज हो रही है। सप्लाई पहला ए हो रही सी प्राइसिस उदों भी जब सेम सी उस तो बाद सप्लाई इंक्रीज होकर जो एग्रीगेट डिमांड शॉर्ट टर्म के इंक्रीज हुई विद द हेल्प ऑफ वेरीएबल्स फैक्टर
ਲੇਬਰ ਐਂਡ ਕੈਪੀਟਲਸ ਆਪਾਂ ਨੇ ਕੀ ਕੀਤੀ, ਆਪਣੀ ਸਪਲਾਈ ਇਨਕਰੀਜ਼ ਕੀਤੀ, ਮੀਨਸ ਆਊਟਪੁੱਟ ਇਨਕਰੀਜ਼ ਹੋ ਕੇ ਕੀ ਹੋਗੀ, A ਤੋਂ B ਪੁਆਇੰਟ ਤੇ ਹੋਗੀ, ਤਾਂ ਇਹ ਆਪਣੀ ਸਪਲਾਈ ਇਨਕਰੀਜ਼ ਹੋਈ ਆ, ਪ੍ਰਾਈਸ ਦੇ ਵਿੱਚ ਨੋ ਚੇਂਜ ਆਇਆ। ਤਾਂ AB ਸਪਲਾਈ ਕਰਵ ਇਜ਼ ਅ ਸ਼ਾਰਟ ਰਨ ਸਪਲਾਈ ਕਰਵ ਜੋ ਕੇਨਜ਼ੀਅਨ हॉरिजॉन्टल सप्लाई कर्व ਨੂੰ ਸ਼ੋ ਕਰ ਰਹੀ ਹੈ, ਜੋ ਉਹ ਐਕਸ ਐਕਸਿਸ ਦੇ ਕੀ ਆ, ਪੈਰਲਲ ਹੈ। ਇਸ ਤੋਂ ਬਾਅਦ ਜਿਹੜਾ ਹੈ ਮੀਡੀਅਮ ਟਾਈਮ ਪੀਰੀਅਡ, ਮੀਡੀਅਮ ਟਾਈਮ ਪੀਰੀਅਡ ਕੀ ਹੈ, B ਤੋਂ C ਤੱਕ ਹੈ, ਜੋ ਮੀਡੀਅਮ ਟਾਈਮ ਪੀਰੀਅਡ ਨੂੰ ਸ਼ੋ ਕਰ ਰਿਹਾ 5 to 10 ਇਅਰਸ ਨੂੰ, ਜਿਹਦੇ ਵਿੱਚ ਆਪਾਂ ਜਿਹੜੇ ਵੇਰੀਏਬਲਸ ਫੈਕਟਰਸ ਨੇ ਪਹਿਲਾਂ ਤਾਂ ਉਹਨਾਂ ਦਾ ਯੂਜ਼ ਕਰਕੇ ਐਗਰੀਗੇਟ ਡਿਮਾਂਡ ਦੇ ਅਕੋਰਡਿੰਗ ਆਪਣੀ ਐਗਰੀਗੇਟ ਸਪਲਾਈ ਇਨਕਰੀਜ਼ ਕਰਦੇ ਹਾਂ, ਤੇ ਉਸ ਤੋਂ ਬਾਅਦ ਕਹਿੰਦੇ ਆਪਣੀ ਜਿਹੜੀ ਇਨਪੁਟਸ ਨੂੰ ਆਪਾਂ ਘੱਟ ਯੂਜ਼ ਕਰਨਾ ਸਟਾਰਟ ਕਰ ਦਿੰਦੇ ਹਾਂ, ਕਿਉਂਕਿ ਇਹ ਜਿਹੜੇ ਇਨਪੁਟਸ ਦੀ ਆਪਣੀ ਫੁੱਲੀ ਯੂਟਿਲਾਈਜੇਸ਼ਨ ਕਪੈਸਿਟੀ ਉਹ ਇਨਕਰੀਜ਼ ਹੁੰਦੀ ਜਾਂਦੀ ਆ, ਤਾਂ ਫਿਰ ਆਪਾਂ ਕਹਿੰਦੇ ਸੀ ਪੁਆਇੰਟ ਤੱਕ ਜਿਹੜੀ ਹੈ ਆਪਣੀ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦੇ ਹਾਂ। ਠੀਕ ਹੈ, ਮੀਡੀਅਮ ਟਾਈਮ ਦੇ ਵਿੱਚ ਅਕੋਰਡਿੰਗ ਟੂ ਐਗਰੀਗੇਟ ਡਿਮਾਂਡ, ਤੇ ਇਹਦੇ ਵਿੱਚ ਕੀ ਆ, ਪ੍ਰਾਈਸਿਸ ਵੀ ਆਪਣੇ ਨਾਲ ਦੀ ਨਾਲ ਇਨਕਰੀਜ਼ ਹੋ ਰਹੇ ਨੇ। ਤਾਂ ਇਹ ਕਲਾਸੀਕਲ ਤੇ ਕੇਨਜ਼ੀਅਨ ਦੇ ਵਿੱਚ ਵਾਲੀ ਸਿਚੁਏਸ਼ਨ ਹੈ। ਠੀਕ ਹੈ, ਜਿਨ੍ਹਾਂ ਦੇ ਵਿੱਚ ਦੋਨਾਂ ਦੇ ਜਿਹੜੇ ਰੂਲ ਨੇ ਅਪਲਾਈ ਹੋ ਰਹੇ ਨੇ। ਪਹਿਲਾਂ ਕੇਨਜ਼ੀਅਨ ਰੂਲ ਦੇ ਅਕੋਰਡਿੰਗ ਆਪਣੀ ਆਊਟਪੁੱਟ ਇਨਕਰੀਜ਼ ਹੋ ਰਹੀ ਹੈ, ਕਿਉਂਕਿ ਆਪਾਂ ਵੇਰੀਏਬਲਸ ਫੈਕਟਰ ਨੂੰ ਯੂਜ਼ ਕਰ ਰਹੇ ਹਾਂ, ਕਿਉਂਕਿ ਕੀ ਆ, ਪੋਟੈਂਸ਼ੀਅਲ ਪ੍ਰੋਡਕਸ਼ਨ ਕਪੈਸਿਟੀ ਹੈ ਇਕਨੋਮੀ ਦੇ ਵਿੱਚ। ਲੇਕਿਨ ਉਸ ਤੋਂ ਬਾਅਦ C ਪੁਆਇੰਟ ਤੋਂ D ਪੁਆਇੰਟ ਤੱਕ ਆਪਣੀ ਜਿਹੜੀ ਪੋਟੈਂਸ਼ੀਅਲ ਕਪੈਸਿਟੀ ਸੀਗੀ ਪ੍ਰੋਡਕਸ਼ਨ ਦੀ, ਉਹਦਾ ਆਪਾਂ ਫੁੱਲੀ ਯੂਟਿਲਾਈਜੇਸ਼ਨ ਕਰਨ ਦੇ ਕਰਕੇ ਆਪਾਂ ਹੋਰ ਜਿਹੜੀ ਆਪਣੀ ਐਗਰੀਗੇਟ ਸਪਲਾਈ ਉਹਨੂੰ ਇਨਕਰੀਜ਼ ਨਹੀਂ ਕਰ ਸਕਦੇ। ਐਗਰੀਗੇਟ ਸਪਲਾਈ ਇੱਥੇ ਕੀ ਹੋ ਜਾਂਦੀ ਆ, ਕਾਂਸਟੈਂਟ ਹੋ ਜਾਂਦੀ। ਤਾਂ B ਤੋਂ C ਇਜ਼ ਅ ਮੀਡੀਅਮ ਟਾਈਮ ਪੀਰੀਅਡਸ, ਠੀਕ ਹੈ, ਐਂਡ C ਤੋਂ D ਇਜ਼ ਅ ਕਲਾਸੀਕਲ ਸਪਲਾਈ ਕਰਵਸ। ਠੀਕ ਹੈ, ਜਿਹਦੇ ਵਿੱਚ ਆਪਣੀ ਜਿਹੜੀ ਸਪਲਾਈ ਕਰਵ ਹੈ ਉਹ ਕੀ ਹੁੰਦੀ ਹੈ, C ਤੋਂ D ਤੱਕ वर्टिकल है, वाई एक्सिस के पैरेलल है, जो ਸਾਨੂੰ ਇਹ ਸ਼ੋ ਕਰ ਰਹੀ ਹੈ ਕਿ ਇਸ ਤੋਂ ਬਾਅਦ C ਪੁਆਇੰਟ ਤੋਂ ਬਾਅਦ ਓਨਲੀ ਪ੍ਰਾਈਸਿਸ ਹੀ ਚੇਂਜ ਹੋਣਗੇ। ਜਦੋਂ ਐਗਰੀਗੇਟ ਡਿਮਾਂਡ ਇਨਕਰੀਜ਼ ਹੋਏਗੀ ਤਾਂ ਪ੍ਰਾਈਸਿਸ ਚੇਂਜ, ਕਿਉਂਕਿ ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਐਗਰੀਗੇਟ ਸਪਲਾਈ ਇਨਕਰੀਜ਼ ਵੀ ਹੋਏਗੀ। ਐਗਰੀਗੇਟ ਸਪਲਾਈ ਉਨੀ ਹੀ ਰਹੇਗੀ, ਉਹ Y ਹੀ ਰਹੇਗੀ, ਉਹ Y ਤੱਕ ਹੀ ਕਹਿੰਦੇ C ਪੁਆਇੰਟ ਤੱਕ ਹੀ ਆਪਣੀ ਐਗਰੀਗੇਟ ਜਿਹੜੀ ਸਪਲਾਈ ਕਰਵ ਹੈ ਉਹ ਇਨਕਰੀਜ਼ ਹੋਏਗੀ। ਤਾਂ C ਤੋਂ ਬਾਅਦ D ਤੱਕ ਨੀਚੇ ਦੇਖ ਸਕਦੇ ਹੋ ਤੁਸੀਂ ਕਿ ਉਹ Y ਆਪਣੀ ਆਊਟਪੁੱਟ ਕੀ ਹੈ, ਕਾਂਸਟੈਂਟ ਹੈ। ਐਗਰੀਗੇਟ ਸਪਲਾਈ ਕਰਵ ਕੀ ਇੱਥੇ ਕਾਂਸਟੈਂਟ ਹੈ, ਇਹਦੇ ਵਿੱਚ ਕੋਈ ਵੀ ਤਰ੍ਹਾਂ ਦਾ ਚੇਂਜ ਨਹੀਂ ਹੈਗਾ। ਤਾਂ ਇਹ ਜਿਹੜੇ ਤਿੰਨੇ ਸਿਚੁਏਸ਼ਨਸ ਨੇ, ਸ਼ਾਰਟ ਰਨ, ਲੌਂਗ ਰਨ ਐਂਡ ਮੀਡੀਅਮ ਰਨ, ਇੱਥੇ ਇਹ ਦਿਖਾਈਆਂ ਹੋਈਆਂ ਨੇ। ਤਾਂ A B ਸ਼ਾਰਟ ਰਨ ਨੂੰ, ਐਂਡ B C ਮੀਡੀਅਮ ਨੂੰ, ਐਂਡ C D ਆਪਣਾ ਹੈ ਲੌਂਗ ਰਨ ਨੂੰ ਡਿਸਕ੍ਰਾਈਬ ਕਰਦਾ ਹੈ। C D ਕਲਾਸੀਕਲਸ ਵਿਊ ਨੂੰ, ਐਂਡ A B ਕੇਨਜ਼ੀਅਨ ਨੂੰ, ਐਂਡ B C ਮੀਡੀਅਮ। ਤੇ ਉਸ ਤੋਂ ਬਾਅਦ ਹੈ ਸਲੋਪ ਆਫ ਮੀਡੀਅਮ ਰਨ ਐਗਰੀਗੇਟ ਸਪਲਾਈ ਕਰਵ। ਜਿਹੜੀ ਆਪਣੀ ਮੀਡੀਅਮ ਰਨ ਦੀ ਐਗਰੀਗੇਟ ਸਪਲਾਈ ਕਰਵ ਸੀ ਉਹ ਤੁਸੀਂ ਦੇਖ ਸਕਦੇ ਹੋ। ਆਪਣਾ ਨੀਚੇ ਵਾਲਾ ਤੇ ਅਪਰ ਵਾਲਾ ਹੌਰੀਜ਼ੌਨਟਲ ਤੇ ਵਰਟੀਕਲ ਪਾਰਟ ਤੁਸੀਂ ਸਕਿਪ ਕਰ ਦੇਣਾ। तो जो पिछला पार्ट है अपना ਤੁਸੀਂ ਪਿੱਛੇ ਦੇਖ ਸਕਦੇ ਹੋ, ਵਿੱਚ ਵਾਲਾ B ਤੋਂ C ਦਾ ਪੁਆਇੰਟ ਹੈ, ਦਿਸ ਇਜ਼ ਅ ਮੀਡੀਅਮ ਰਨ ਸਪਲਾਈ ਕਰਵ। ਤਾਂ ਇੱਥੇ ਸਲੋਪ ਕੀ ਹੈ, ਮੀਡੀਅਮ ਰਨ ਐਗਰੀਗੇਟ ਸਪਲਾਈ ਕਰਵ ਦੀ ਕੀ ਹੋਏਗੀ, ਲੈਫਟ ਰਾਈਟ ਅਪਵਰਡ ਹੋਏਗੀ। ਲੈਫਟ ਰਾਈਟ ਅਪਵਰਡ ਹੋਏਗੀ, ਜੋ ਸਾਨੂੰ ਕੀ ਸ਼ੋ ਕਰੇਗੀ कि जो है अपनी वो सप्लाई वो की हो रही है, इंक्रीज हो रही है। कहते अगर अपनी 10% एग्रीगेट डिमांड है तो 10% सप्लाई इंक्रीज हो रही है। तो सैपरल रीजनस ने कहते एग्रीगेट सप्लाई इंक्रीज होने दे। द फर्स्ट इज नॉमिनल वेजिस आर स्लो टू एडजस्ट टू चेंजिंग इकनॉमिक कंडीशंस। कहते वेजिस का घट होना, तो जो वेजिस घट होंगे ने पहला तो अपनी जी डिमांड आ इनक्रीज होने लगती है, ठीक है, लेबर की। लेकिन हौली हौली जो डिमांड इनक्रीज होंगी आ तो वेजिस भी की होने लग जांदियां ने, इनक्रीज होने लगदियां ने, ते फुल इंप्लॉयमेंट की सिचुएशन आ जाती है, ठीक है। तो वेजिस घट होने ते अपनी जी है डिमांड इनक्रीज होएगी, जिसके एग्रीगेट सप्लाई भी की होएगी, इनक्रीज होएगी। सैकेंड इज द कॉस्ट फॉर एडजस्टिंग प्राइसिस। कहते जो कॉस्ट जी प्राइसिस तो घट होंगी है तब भी कहते अपनी जो है एग्रीगेट सप्लाई की है वो इनक्रीज होएगी, ठीक है। एंड कस्टमर्स ਦੇ ਥਰੂ ਵੀ अगर कस्टमर्स का टेस्ट प्रैफरेंस सेम है, मतलब वो ज़्यादा डिमांड करते हैं गुड्स की, तो प्राइसिस कॉन्सटेंट है ਜਾਂ प्राइसिस भी चेंज हो रहा है, इंक्रीज हो रहा है, तो एग्रीगेट सप्लाई भी इंक्रीज होगी। ਹੁਣ देखो एग्रीगेट सप्लाई कहते प्राइसिस ਤੇ डिपेंड करती है, तो डिमांड ਤੇ डिपेंड करती है। मीडियम रन एग्रीगेट सप्लाई ਕਰਵ ਦੇ ਵਿੱਚ ਜਿਵੇਂ ਜਿਵੇਂ ਕਹਿੰਦੇ ਪ੍ਰਾਈਸਿਸ ਇੰਕਰੀਜ਼ ਹੋਣਗੇ ਤਾਂ ਐਗਰੀਗੇਟ ਸਪਲਾਈ ਵੀ ਇੰਕਰੀਜ਼ ਹੋਏਗੀ ਹੀ ਹੋਏਗੀ। ਹੁਣ ਕਹਿੰਦੇ ਐਗਰੀਗੇਟ ਪ੍ਰਾਈਸਿਸ ਦੇ ਇੰਕਰੀਜ਼ ਹੋਣ ਦਾ ਰੀਜ਼ਨ ਕੀ ਹੈ, ਐਗਰੀਗੇਟ ਸਪਲਾਈ ਇੰਕਰੀਜ਼ ਹੁੰਦਾ। ਜਦੋਂ ਆਪਣੀ ਇਕਨੋਮੀ ਦੇ ਵਿੱਚ ਐਗਰੀਗੇਟ डिमांड इंक्रीज होगी सप्लाई के नालों, तो प्राइसिस भी की होंगे ने, इंक्रीज होंगे ने। जिमें जिमें प्राइसिस इंक्रीज होंगी जाएगी, एग्रीगेट सप्लाई कर्व है जी वो भी अपवर्ड शिफ्ट होती जाएगी, लैफ्ट राइट, ठीक है। तो क्योंकि कहते जो प्रॉफिट मैक्सीमाइजेशन है प्रोड्यूसर्स का वो मार्केट के ज़्यादा होएगा, क्योंकि फर्म्स ਨੂੰ प्रॉफिट ज़्यादा हो रहा है, इस करके वो अपनी सप्लाई में भी की करेंगे, इनक्रीज करेंगे मीडियम रन के। तो मीडियम रन के स्लोप आ जी एग्रीगेट सप्लाई कर्व की वो लैफ्ट राइट की होएगी, अपवर्ड होएगी, पॉजिटिव जो रिलेशन शो करेगी बिटवीन द प्राइस एंड एग्रीगेट आउटपुट, एग्रीगेट सप्लाई, ठीक है।
ਤਾਂ ਪਹਿਲਾਂ ਤਾਂ ਕਹਿੰਦੇ ਆਪਾਂ ਜਿਹੜੀ ਐਗਰੀਗੇਟ ਆਊਟਪੁੱਟ ਹੈ ਆਪਣੀ ਉਹ ਜ਼ਿਆਦਾ ਹੋਏਗੀ, ਤਾਂ ਕਿਉਂਕਿ ਆਪਾਂ ਆਪਣੇ ਕੋਲ ਪੋਟੈਂਸ਼ੀਅਲ ਪਾਵਰ ਜ਼ਿਆਦਾ ਹੈ, ਲੇਕਿਨ ਹੌਲੀ ਹੌਲੀ ਕੀ ਆ ਜਿਹੜੀ ਇਹ ਸਪਲਾਈ ਹੈ ਇਹ ਘਟਣੀ ਸਟਾਰਟ ਹੋ ਜਾਏਗੀ ਤੇ ਪ੍ਰਾਈਸਿਸ ਜ਼ਿਆਦਾ ਇਨਕਰੀਜ਼ ਹੋਣੇ ਸਟਾਰਟ ਹੋ ਜਾਣਗੇ, ਜੋ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਪਹਿਲਾਂ ਐਗਰੀਗੇਟ ਸਪਲਾਈ ਇੰਕਰੀਜ਼ਿੰਗ ਰੇਟ ਦੇ ਨਾਲ ਵੱਧ ਰਹੀ ਹੈ, ਫਿਰ ਆਪਣੀ ਜਿਹੜੀ ਐਗਰੀਗੇਟ ਸਪਲਾਈ ਹੈ ਉਹ ਡਿਕਰੀਜ਼ਿੰਗ ਰੇਟ ਦੇ ਨਾਲ ਵੱਧ ਰਹੀ ਹੈ, ਲੇਕਿਨ ਪ੍ਰਾਈਸਿਸ ਬੈਕਵਰਡ ਵੀ ਆ ਸਕਦਾ, ਸ਼ਿਫਟ ਲੈਫਟਵਰਡ ਵੀ ਆ ਸਕਦਾ, ਕਿਉਂਕਿ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਇਹ ਦੋਨੇ ਸਾਈਡ ਸ਼ਿਫਟ ਹੋ ਸਕਦੀ ਆ। ਤਾਂ ਸ਼ਿਫਟ ਇਨ ਐਗਰੀਗੇਟ ਸਪਲਾਈ ਕਰਵਸ ਦੇ ਕਹਿੰਦੇ ਕਈ ਰੀਜ਼ਨਸ ਹੋ ਸਕਦੇ ਨੇ। ਕਹਿੰਦੇ ਜਿਹੜਾ ਐਗਰੀਗੇਟ ਸਪਲਾਈ ਕਰਵ ਹੈ ਇਹ ਸਾਨੂੰ ਦੱਸਦੀ ਹੈ ਰਿਲੇਸ਼ਨਸ਼ਿਪ ਬਿਟਵੀਨ ਦਾ ਆਊਟਪੁੱਟ ਐਂਡ ਪ੍ਰਾਈਸ ਲੈਵਲਸ, ਕਿ ਆਪਣੀ ਇਕੋਨਮੀ ਦੇ ਵਿੱਚ ਕਿੰਨਾ ਪ੍ਰਾਈਸ ਹੈ ਤੇ ਕਿੰਨੀ ਸਪਲਾਈ ਹੈ। ਅਗਰ ਪ੍ਰਾਈਸਿਸ ਇੰਕਰੀਜ਼ ਹੋਣਗੇ ਸਪਲਾਈ ਇੰਕਰੀਜ਼ ਹੋਣਗੇ, ਅਗਰ ਪ੍ਰਾਈਸਿਸ ਡਿਕਰੀਜ਼ ਹੋਣਗੇ ਸਪਲਾਈ ਡਿਕਰੀਜ਼ ਹੋਏਗੀ। ਤਾਂ ਫਰਸਟਲੀ ਕਹਿੰਦੇ ਰਿਲੇਸ਼ਨਸ਼ਿਪ ਹੈ ਇਹਨਾਂ ਦਾ, ਠੀਕ ਹੈ। ਐਂਡ ਸੈਕੰਡਲੀ ਕਹਿੰਦੇ ਕੀ ਆ, ਕਹਿੰਦੇ ਪ੍ਰਾਈਸਿਸ ਤੋਂ ਇਲਾਵਾ ਜਿਹੜੇ ਅਦਰ ਫੈਕਟਰਸ ਨੇ ਜਿਵੇਂ ਕਿ ਸ਼ੌਕਸ ਹੋ ਗਿਆ, ਇਕਨੋਮਿਕ ਗਰੋਥ ਹੋ ਗਿਆ, ਸਟੈਗਨੇਸ਼ਨਸ ਹੋ ਗਈ, ਪਬਲਿਕ ਪਾਲਿਸੀ ਹੋ ਗਈ, ਨੈਚੁਰਲ ਡਿਜ਼ਾਸਟਰਸ ਹੋ ਗਏ, ਕਹਿੰਦੇ ਇਹ ਵੀ ਜਿਹੜੀ ਹੈ ਐਗਰੀਗੇਟ ਸਪਲਾਈ ਤੇ ਡਿਪੈਂਡ ਕਰਦੇ ਨੇ। ਤਾਂ ਸਭ ਤੋਂ ਪਹਿਲਾਂ ਕਿਹੜੇ ਕਿਹੜੇ ਫੈਕਟਰਸ ਨੇ ਜਿਹਦੇ ਕਰਕੇ ਐਗਰੀਗੇਟ ਡਿਮਾਂਡ ਜਿਹੜੀ ਸਪਲਾਈ ਆ ਉਹ ਸ਼ਿਫਟ ਹੋਏਗੀ। ਫਰਸਟ ਇਜ਼ ਦਾ ਇਨਪੁਟ ਪ੍ਰਾਈਸਿਸ, ਕਹਿੰਦੇ ਜਿਹੜੇ ਪ੍ਰਾਈਸਿਸ ਨੇ ਆਪਣੇ ਇਨਪੁਟ ਦੇ ਪ੍ਰਾਈਸਿਸ ਨੇ ਉਹਨਾਂ ਦਾ ਐਗਰੀਗੇਟ ਸਪਲਾਈ ਤੇ ਮੇਨ ਇਫੈਕਟ ਪੈਂਦਾ ਹੈ, ਕਿਉਂਕਿ ਇਨਪੁਟ ਦੇ ਪ੍ਰਾਈਸਿਸ ਕੀ ਹੁੰਦੇ ਨੇ, ਜਿਹੜੀ ਆਪਣੀ ਕਾਸਟ ਆਫ ਪ੍ਰੋਡਕਸ਼ਨ ਹੁੰਦੀ ਹੈ। ਕਾਸਟ ਆਫ ਪ੍ਰੋਡਕਸ਼ਨ ਮੀਨਸ ਜਦੋਂ ਆਪਾਂ ਕੋਈ ਵੀ ਪ੍ਰੋਡਕਸ਼ਨ ਕਰਦੇ ਹਾਂ, ਕਿਸੇ ਵੀ ਗੁੱਡਸ ਨੂੰ ਆਪਾਂ ਪ੍ਰੋਡਿਊਸ ਕਰਦੇ ਹਾਂ ਤਾਂ ਉਹਨਾਂ ਦੇ ਬਦਲੇ ਆਪਾਂ ਨੂੰ ਜਿਹੜੇ 4 ਫੈਕਟਰ ਆਫ ਪ੍ਰੋਡਕਸ਼ਨਸ ਨੇ, ਮੀਨਸ ਲੈਂਡ ਆ ਉਹਦੇ ਲਈ ਰੈਂਟ ਪ੍ਰੋਵਾਈਡ ਕਰਨਾ ਪੈਂਦਾ ਹੈ, ਲੈਂਡ ਦੀ ਪੇਮੈਂਟ ਕਰਨੀ ਪੈਂਦੀ ਹੈ, ਲੇਬਰ ਦੇ ਲਈ ਵੇਜਿਸ ਐਂਡ ਕੈਪੀਟਲ ਦੇ ਬਦਲੇ ਇੰਟਰਸਟ ਦੇਣਾ ਪੈਂਦਾ ਹੈ। ਤਾਂ ਇਹ ਕੀ ਹੋ ਗਈ, ਇਨਪੁਟ ਦੇ ਪ੍ਰਾਈਸਿਸ ਹੋ ਗਏ। ਕਹਿੰਦੇ ਅਗਰ ਤਾਂ ਇਨਪੁਟ ਦੇ ਪ੍ਰਾਈਸਿਸ ਸਸਤੇ ਨੇ, ਮੀਨਸ ਇਨਪੁਟ ਦੇ ਪ੍ਰਾਈਸਿਸ ਘੱਟ ਨੇ, ਤਦ ਕੀ ਹੋਏਗਾ, ਪ੍ਰਾਈਸਿਸ ਘੱਟ ਹੋਣਗੇ ਤਾਂ ਇਨਪੁਟਸ ਦੀ ਡਿਮਾਂਡ ਜ਼ਿਆਦਾ ਹੋਏਗੀ, ਮੀਨਸ ਕਾਸਟ ਆਫ ਪ੍ਰੋਡਕਸ਼ਨ ਘੱਟ ਹੋਏਗੀ, ਤਾਂ ਇਹ ਘੱਟ ਹੋਣ ਦੇ ਕਰਕੇ ਜਿਹੜੀ ਐਗਰੀਗੇਟ ਸਪਲਾਈ ਆਪਣੀ ਕੀ ਹੋਏਗੀ, ਜ਼ਿਆਦਾ ਹੋਏਗੀ। ਅਗਰ ਕਹਿੰਦੇ ਇਨਪੁਟ ਦੇ ਪ੍ਰਾਈਸਿਸ ਜ਼ਿਆਦਾ ਨੇ, ਜਿਹੜਾ ਲੈਂਡ ਲੇਬਰ ਕੈਪੀਟਲ ਹੈ ਉਹਨਾਂ ਦੇ ਪ੍ਰਾਈਸਿਸ ਜ਼ਿਆਦਾ ਨੇ, ਆਪਾਂ ਨੂੰ ਜ਼ਿਆਦਾ ਕਾਸਟ ਦੇਣੀ ਪੈ ਰਹੀ ਹੈ ਉਹਨਾਂ ਨੂੰ ਪ੍ਰੋਡਕਸ਼ਨ ਦੀ, ਤਦ ਕੀ ਹੈ ਜਿਹੜੀ ਆਪਣੀ ਪ੍ਰੋਡਕਸ਼ਨ ਉਹ ਕੀ ਹੋਏਗੀ, ਘੱਟ ਹੋਏਗੀ। ਐਂਡ ਸੈਕੰਡ ਇਜ਼ ਅ ਟੈਕਨੋਲੋਜੀਕਲ ਪ੍ਰੋਗਰੈਸ, ਕਹਿੰਦੇ ਟੈਕਨੋਲੋਜੀਕਲ ਪ੍ਰੋਗਰੈਸ ਤੇ ਡਿਪੈਂਡ ਕਰਦੇ ਨੇ। ਹੁਣ ਦੇਖੋ ਟੈਕਨੀਕਸ ਕੀ ਹੁੰਦੀਆਂ ਨੇ, ਜੋ ਵੀ ਆਪਾਂ ਟੈਕਨੋਲੋਜੀ ਟੈਕਨੀਕਸ ਯੂਜ਼ ਕਰਦੇ ਆ ਪ੍ਰੋਡਕਸ਼ਨ ਦੇ ਲਈ, ਅਗਰ ਤਾਂ ਕਹਿੰਦੇ ਟੈਕਨੀਕਲ ਪ੍ਰੋਗਰੈਸ ਹੈ, ਮੀਨਸ ਅੱਛੀ ਟੈਕਨੋਲੋਜੀ ਹੈ, ਮਸ਼ੀਨਰੀ ਅੱਛੀ ਹੈ ਫਰਮਸ ਦੇ ਵਿੱਚ, ਤਦ ਇਹਦੇ ਥਰੂ ਪ੍ਰੋਡਕਸ਼ਨ ਕੈਪੈਸਿਟੀ ਤੇ ਜਿਹੜੀ ਆਪਣੀ ਪ੍ਰੋਡਕਸ਼ਨ ਐਫੀਸ਼ੀਐਂਸੀ ਉਹ ਕੀ ਹੋਏਗੀ, ਇਨਕਰੀਜ਼ ਹੋਏਗੀ। ਅਗਰ ਕਹਿੰਦੇ ਟ੍ਰੈਡੀਸ਼ਨਲ ਟੈਕਨੋਲੋਜੀ ਆ, ਪੁਰਾਣੀ ਟੈਕਨੋਲੋਜੀ ਆ, ਡੈਪਰੀਸੀਏਸ਼ਨ ਜ਼ਿਆਦਾ ਹੋ ਰਹੀ ਹੈ ਟੈਕਨੋਲੋਜੀ ਦੇ ਵਿੱਚ, ਠੀਕ ਹੈ, ਖਰਚਾ ਜ਼ਿਆਦਾ ਆਏਗਾ, ਫਿਰ ਕੀ ਆਊਟਪੁੱਟ ਆਪਣੀ ਡਿਕਰੀਜ਼ ਹੋਗੀ। ਐਂਡ ਦ ਥਰਡ ਇਜ਼ ਪਬਲਿਕ ਪਾਲਿਸੀ, ਕਹਿੰਦੇ ਪਬਲਿਕ ਪਾਲਿਸੀ ਜਿਹੜੀ ਉਹ ਗਵਰਨਮੈਂਟ ਦੇ ਥਰੂ ਅਪਣਾਈ ਜਾਂਦੀ ਹੈ, ਇਹਦੇ ਵਿੱਚ ਮੋਨੇਟਰੀ ਤੇ ਫਿਜ਼ੀਕਲ ਪਾਲਿਸੀ ਦੋਨੇ ਆਉਂਦੀਆਂ ਨੇ। ਤਾਂ ਪਬਲਿਕ ਪਾਲਿਸੀ ਤੇ ਵੀ ਕਹਿੰਦੇ ਆਪਣੀ ਜਿਹੜੀ ਸਪਲਾਈ ਹੈ ਉਹ ਕੀ ਕਰਦੀ ਹੈ, ਡਿਪੈਂਡ ਕਰਦੀ ਹੈ। ਅਗਰ ਜਿਹੜੀ ਗਵਰਨਮੈਂਟ ਹੈ ਉਹ ਚੀਪ ਮੋਨੇਟਰੀ ਪਾਲਿਸੀ ਅਪਣਾਉਂਦੀ ਆ, ਮੀਨਸ ਮੋਨੇਟਰੀ ਪਾਲਿਸੀ ਦੇ ਅੰਡਰ ਜਿਹੜਾ ਆਰਬੀਆਈ ਤੇ ਕਮਰਸ਼ੀਅਲ ਬੈਂਕਸ ਨੇ ਉਹ ਮਨੀ ਦੀ ਸਪਲਾਈ ਕ੍ਰੈਡਿਟ ਕ੍ਰੀਏਸ਼ਨ ਜ਼ਿਆਦਾ ਕਰਦੇ ਨੇ, ਠੀਕ ਹੈ, ਲੈਸ ਰੇਟ ਆਫ ਇੰਟਰਸਟ ਤੇ, ਤਾਂ ਪੈਸਾ ਇਨਵੈਸਟ ਜ਼ਿਆਦਾ ਹੋਏਗਾ ਤੇ ਐਗਰੀਗੇਟ ਸਪਲਾਈ ਕੀ ਹੈ, ਜ਼ਿਆਦਾ ਹੋਏਗੀ। ਅਗਰ ਕ੍ਰੈਡਿਟ ਕ੍ਰੀਏਸ਼ਨ ਹੈ ਜਿਹੜੀ ਬੈਂਕਸ ਦੇ ਥਰੂ ਕੀ ਆ ਘੱਟ ਹੋ ਰਹੀ ਹੈ, ਤਦ ਕੀ ਆ ਇਨਵੈਸਟਮੈਂਟ ਘੱਟ ਹੋਏਗੀ ਤੇ ਸਪਲਾਈ ਵੀ ਕੀ ਆ ਘੱਟ ਹੋਏਗੀ। ਐਂਡ ਇਸ ਤੋਂ ਬਾਅਦ ਜਿਹੜੀ ਫਿਜ਼ੀਕਲ ਪਾਲਿਸੀ ਆ, ਅਗਰ ਗਵਰਨਮੈਂਟ ਦੇ ਐਕਸਪੈਂਡੀਚਰਸ ਨੇ ਉਹ ਜ਼ਿਆਦਾ ਹੋ ਰਹੇ ਨੇ, ਠੀਕ ਹੈ, ਮੀਨਸ ਇਨਫਰਾਸਟ੍ਰਕਚਰ ਦੀ ਕ੍ਰੀਏਸ਼ਨ ਹੋ ਰਹੀ ਹੈ, ਰੋਡਸ ਬਣ ਰਹੇ ਨੇ, ਪਾਵਰ ਸਪਲਾਈ ਹੋ ਰਹੀ ਹੈ, ਕਮਿਊਨੀਕੇਸ਼ਨਸ ਹੋ ਰਹੀ ਹੈ, ਟਰਾਂਸਪੋਰਟੇਸ਼ਨਸ ਹੋ ਰਹੀ ਹੈ, ਹਸਪੀਟਲਸ ਬਣ ਰਹੇ ਨੇ, ਐਜੂਕੇਸ਼ਨ ਫੈਸਿਲਿਟੀਜ਼ ਪ੍ਰੋਵਾਈਡ ਹੋ ਰਹੀਆਂ ਨੇ, ਤਦ ਕੀ ਆ ਇਹਨਾਂ ਦੇ ਥਰੂ ਮਨੀ ਦੀ ਸਪਲਾਈ ਇਨਕਰੀਜ਼ ਹੋਏਗੀ, ਤਾਂ ਆਪਣੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਘਟੇਗੀ, ਤਾਂ ਪ੍ਰੋਡਕਸ਼ਨ ਕੀ ਹੋਏਗੀ, ਇਨਕਰੀਜ਼ਿਸ ਹੋਏਗੀ। ਤੇ ਇਸ ਤੋਂ ਇਲਾਵਾ ਕਹਿੰਦੇ ਆਪਣੇ ਇਨਕਰੀਜ਼ ਇਨ ਟੈਕਸਿਸ ਦਾ ਵੀ, ਕਿਉਂਕਿ ਪਾਲਿਸੀ ਦੇ ਅੰਦਰ ਗਵਰਨਮੈਂਟ ਪਾਲਿਸੀ ਦੇ ਅੰਦਰ ਟੈਕਸ ਵੀ ਆਉਂਦੇ ਨੇ। ਅਗਰ ਪ੍ਰੋਡਕਸ਼ਨ ਟੈਕਸ ਘੱਟ ਨੇ ਤਾਂ ਇਟਸ ਮੀਨਸ ਪ੍ਰੋਡਕਸ਼ਨ ਜ਼ਿਆਦਾ ਹੋਏਗੀ, ਅਗਰ ਪ੍ਰੋਡਕਸ਼ਨ ਟੈਕਸ ਜ਼ਿਆਦਾ ਨੇ ਤਾਂ ਪ੍ਰੋਡਕਸ਼ਨ ਘੱਟ ਹੋਏਗੀ। ਇਸ ਤੋਂ ਇਲਾਵਾ ਜਿਹੜੇ ਇਨਕਰੀਜ਼ ਇਨ ਟੈਕਸ ਰੇਟ, ਅਗਰ ਗਵਰਨਮੈਂਟ ਦਾ ਟੈਕਸ ਆ ਜਿਹੜਾ ਟੈਕਸ ਰੇਟ ਇਨਕਰੀਜ਼ ਹੋ ਗਿਆ, ਇਟਸ ਮੀਨਸ ਜਿਹੜਾ ਗਵਰਨਮੈਂਟ ਆ ਉਹ ਕਾਫੀ ਪੈਸਾ ਆਪਣੇ ਹੱਥ ਦੇ ਵਿੱਚ ਲੈ ਰਹੀ ਹੈ ਲੋਕਾਂ ਦੇ ਹੱਥੋਂ, ਤਾਂ ਪ੍ਰੋਡਿਊਸਰਸ ਨੇ ਜਿਹੜੇ ਉਹਨਾਂ ਦੇ ਕੋਲ ਜਿਹੜੀ ਇਨਕਮ ਹੈ ਇਨਵੈਸਟਮੈਂਟ ਦੇ ਲਈ ਘਟੇਗੀ, ਤਾਂ ਜਿਹਦੇ ਥਰੂ ਪ੍ਰੋਡਕਸ਼ਨ ਵੀ ਕੀ ਹੈ, ਸਪਲਾਈ ਵੀ ਕੀ ਹੈ, ਘੱਟ ਹੋਏਗੀ। ਅਗਰ ਟੈਕਸ ਰੇਟ ਡਿਕਰੀਜ਼ ਹੋਏਗਾ ਤਾਂ ਇਸ ਦਾ ਸਪਲਾਈ ਤੇ ਪੋਜ਼ਿਟਿਵ ਇਫੈਕਟ ਪਏਗਾ, ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹ ਕੀ ਹੋਏਗੀ, ਜ਼ਿਆਦਾ ਹੋਏਗੀ। ਇਸ ਤੋਂ ਬਾਅਦ ਕਹਿੰਦੇ ਜਿਹੜਾ ਆਪਣਾ ਬੂਮ ਡਿਪਰੈਸ਼ਨ ਰਿਕਵਰੀ ਹੈ ਰਿਸੈਸ਼ਨ ਹੈ, ਇਸ ਦਾ ਵੀ ਇਫੈਕਟ ਪੈਂਦਾ ਹੈ। ਇਸ ਤੋਂ ਬਾਅਦ ਪਾਪੂਲੇਸ਼ਨ ਦਾ ਵੀ ਇਫੈਕਟ ਪੈਂਦਾ ਹੈ, ਇਨਵੈਸਟਮੈਂਟ ਦਾ ਵੀ, ਫੋਰਨ ਇਨਵੈਸਟਮੈਂਟ ਦਾ ਵੀ ਇਫੈਕਟ ਪੈਂਦਾ ਹੈ, ਤੇ ਐਕਸਪੋਰਟ ਇੰਪੋਰਟ ਦਾ ਵੀ ਇਫੈਕਟ ਪੈਂਦਾ ਹੈ। ਅਗਰ ਫੋਰਨ ਮੀਨਸ ਪੀਓਪੀ ਆਪਣਾ ਬੈਲੈਂਸ ਦੇ ਵਿੱਚ ਹੈ ਤਾਂ ਇਟਸ ਮੀਨਸ ਆਪਣੇ ਐਕਸਪੋਰਟ ਜ਼ਿਆਦਾ ਨੇ, ਤੇ ਐਕਸਪੋਰਟ ਜ਼ਿਆਦਾ ਨੇ ਤਾਂ ਉਹਨਾਂ ਦੇ ਲਈ ਇਨਵੈਸਟਮੈਂਟ ਜ਼ਿਆਦਾ ਹੋਏਗੀ, ਤੇ ਐਗਰੀਗੇਟ ਸਪਲਾਈ ਵੀ ਆਪਣੀ ਇਕੋਨਮੀ ਦੇ ਵਿੱਚ ਕੀ ਹੋਏਗੀ, ਜ਼ਿਆਦਾ ਹੋਏਗੀ। ਤਾਂ ਇਹ ਸਾਰੇ ਫੈਕਟਰਸ ਨੇ ਜਿਹੜੇ ਸਪਲਾਈ ਨੂੰ ਕੀ ਕਰਦੇ ਨੇ, ਅਫੈਕਟ ਕਰਦੇ ਨੇ, ਤੇ ਇਹਨਾਂ ਦੇ ਕਰਕੇ ਵੀ ਜਿਹੜੀ ਆਪਣੀ
शिफ्ट इन मीडियम रन एग्रीगेट सप्लाई कर्व ਉਹਦੇ ਵਿੱਚ शिफ्ट ਹੁੰਦਾ ਹੈ ਤੇ ਇਸ ਤੋਂ ਇਲਾਵਾ ਕਹਿੰਦੇ ਕੰਜ਼ੰਪਸ਼ਨ ਤੇ ਵੀ ਆਪਣੀ ਸਪਲਾਈ ਡਿਪੈਂਡ ਕਰਦੀ ਆ ਅਗਰ ਕੰਜ਼ੰਪਸ਼ਨ ਜ਼ਿਆਦਾ ਹੈ ਇਕਨੋਮੀ ਦੇ ਵਿੱਚ ਤਾਂ ਇਟਸ ਮੀਨਸ ਐਗਰੀਗੇਟ ਡਿਮਾਂਡ ਜ਼ਿਆਦਾ ਹੈ ਤਾਂ ਐਗਰੀਗੇਟ ਡਿਮਾਂਡ ਹੋਣ ਜ਼ਿਆਦਾ ਹੋਣ ਕਰਕੇ ਕੀ ਹੋਏਗਾ ਜੋ ਆਪਣੀ ਹੈ ਐਗਰੀਗੇਟ ਡਿਮਾਂਡ ਜ਼ਿਆਦਾ ਹੋਣ ਕਰਕੇ ਐਗਰੀਗੇਟ ਸਪਲਾਈ ਵੀ ਕੀ ਹੋਏਗੀ ਜ਼ਿਆਦਾ ਹੋਏਗੀ ਤਾਂ ਉਸ ਤੋਂ ਬਾਅਦ ਤੁਹਾਡਾ ਹੈ ਸ਼ਿਫਟ ਇਨ ਐਗਰੀਗੇਟ ਡਿਮਾਂਡ ਐਂਡ ਸਪਲਾਈ कर्व शिफ्ट इन एग्रीगेट सप्लाई कर्व कि एग्रीगेट सप्लाई कर्व और भी शिफ्ट हो सकता है ਹੁਣ ਤੁਹਾਨੂੰ ਪਤਾ ਹੈ ਕਿ ਐਗਰੀਗੇਟ ਸਪਲਾਈ ਦੇ ਵਿੱਚ ਇਨਕਰੀਜ਼ ਵੀ ਹੋ ਸਕਦਾ ਹੈ ਡਿਕਰੀਜ਼ ਵੀ ਹੋ ਸਕਦਾ ਤੇ ਐਗਰੀਗੇਟ ਸਪਲਾਈ ਦੇ ਇਨਕਰੀਜ਼ ਡਿਕਰੀਜ਼ ਦੇ ਵਿੱਚ ਮੇਨ ਮੋਟਿਵ ਕੀ ਹੁੰਦਾ ਇਨਪੁਟ ਦੇ ਪ੍ਰਾਈਸਿਸ ਦਾ ਹੁੰਦਾ ਟੈਕਨੋਲੋਜੀ ਦਾ ਹੁੰਦਾ ਪਬਲਿਕ ਪਾਲਿਸੀਜ਼ ਹੁੰਦਾ ਜਿਵੇਂ ਕਿ ਮੋਨਟਰੀ ਫਿਜ਼ੀਕਲ ਪਾਲਿਸੀ ਆ ਗਈ ਟੈਕਸ ਰੇਟ ਆ ਗਈ ਠੀਕ ਹੈ ਕੰਜ਼ੰਪਸ਼ਨ ਹੋ ਗਈ ਹਾਊਸਹੋਲਡ ਸੈਕਟਰ ਦੇ ਥਰੂ ਤਾਂ ਸਭ ਤੋਂ ਪਹਿਲਾਂ ਸ਼ਿਫਟ ਇਨ ਮੀਡੀਅਮ ਰਨ ਐਗਰੀਗੇਟ ਸਪਲਾਈ ਕਰਵ ਜਿਹੜੀ ਆਪਣੀ ਐਗਰੀਗੇਟ ਸਪਲਾਈ ਕਰਵ ਹੈ ਰਾਈਟਵਰਡ ਵੀ ਸ਼ਿਫਟ ਹੋ ਸਕਦੀ ਹੈ ਤੇ ਲੈਫਟਵਰਡ ਵੀ ਸ਼ਿਫਟ ਹੋ ਸਕਦੀ ਹੈ ਪਹਿਲਾਂ ਤੁਸੀਂ ਪੈਨਲ ਦੋ ਪੈਨਲ ਦਿੱਤੇ ਹੋਏ ਨੇ ਸਾਨੂੰ ਦੋ ਡਾਇਗਰਾਮਸ ਨੇ ਇੱਥੇ ਪੈਨਲ A ਐਂਡ ਪੈਨਲ B ਪੈਨਲ A ਦੀ ਗੱਲ ਕਰਦੇ ਹਾਂ ਤਾਂ ਪੈਨਲ A ਦੇ ਵਿੱਚ ਉਹ ਐਕਸ ਅਕਸ਼ ਤੇ ਇਸ ਡਾਇਗਰਾਮ ਦੇ ਵਿੱਚ ਆਊਟਪੁੱਟ ਐਂਡ ਇਨਕਮ ਦਿੱਤੀ ਹੋਈ ਆ ਐਂਡ ਉਹ ਵਾਈ ਤੇ ਆਪਾਂ ਨੂੰ ਪ੍ਰਾਈਸ ਲੈਵਲ ਦਿੱਤਾ ਹੈ ਤਾਂ ਇਹ ਕਿਸ ਚੀਜ਼ ਦੇ ਵਿੱਚ ਸਾਡਾ ਰਿਲੇਸ਼ਨਸ਼ਿਪ ਸ਼ੋ ਕਰਦਾ ਹੈ ਐਗਰੀਗੇਟ ਸਪਲਾਈ ਤੇ ਪ੍ਰਾਈਸ ਦੇ ਵਿੱਚ ਰਿਲੇਸ਼ਨਸ਼ਿਪ ਨੂੰ ਸ਼ੋ ਕਰਦਾ ਹੈ ਤੁਹਾਨੂੰ ਫਰਸਟ ਆਫ ਆਲ ਪਤਾ ਹੈ ਕਿ ਐਗਰੀਗੇਟ ਸਪਲਾਈ ਉਦੋਂ ਹੀ ਇੰਕਰੀਜ਼ ਹੋਏਗੀ ਜਦੋਂ ਪ੍ਰਾਈਸਿਸ ਇੰਕਰੀਜ਼ ਹੋਏਗੀ ਅਗਰ ਪ੍ਰਾਈਸਿਸ ਡਿਕਰੀਜ਼ ਹੋਏਗੀ ਪ੍ਰੋਡਕਸ਼ਨ ਦੀ ਤਾਂ ਐਗਰੀਗੇਟ ਸਪਲਾਈ ਵੀ ਕੀ ਹੋਏਗੀ ਡਿਕਰੀਜ਼ ਹੋਏਗੀ ਤਾਂ ਪੈਨਲ A ਦੇ ਵਿੱਚ ਇਨੀਸ਼ੀਅਲ ਜਿਹੜੀ ਸਪਲਾਈ ਕਰਵ ਕੀ ਹੈ ਉਹ AS1 ਹੈ ਦਿਸ ਇਜ਼ ਅ ਐਗਰੀਗੇਟ ਸਪਲਾਈ ਕਰਵ ਠੀਕ ਹੈ ਤੇ ਉਸ ਤੋਂ ਬਾਅਦ ਅਗਰ ਕਹਿੰਦੇ ਸਾਡੇ ਇਕਨੋਮੀ ਦੇ ਵਿੱਚ ਕਿਹੜੀ ਆ ਆਪਣਾ ਇਨਪੁਟਸ ਦਾ ਪ੍ਰਾਈਸਿਸ ਇਨਕਰੀਜ਼ ਹੋ ਗਿਆ ਮੀਨਸ ਕਾਸਟ ਆਫ ਪ੍ਰੋਡਕਸ਼ਨ ਇਨਕਰੀਜ਼ ਹੋ ਗਈ ਜਾਂ ਫਿਰ ਟੈਕਨੋਲੋਜੀਕਲ ਇੰਪਰੂਵਮੈਂਟ ਨਹੀਂ ਹੋਈ ਹੈਗੀ ਜਾਂ ਫਿਰ ਜਿਹੜੀ ਹੈ ਐਕਸਪੈਂਸਿਵ ਮੋਨਟਰੀ ਪਾਲਿਸੀ ਅਪਣਾਈ ਜਾ ਰਹੀ ਹੈ ਜਾਂ ਫਿਰ ਗਵਰਨਮੈਂਟ ਐਕਸਪੈਂਡੀਚਰ ਘਟਾਤੇ ਤਾਂ ਇਹਨਾਂ ਦੇ ਨਾਲ ਕੀ ਹੋਏਗਾ ਜਿਹੜੀ ਆਪਣੀ ਐਗਰੀਗੇਟ ਸਪਲਾਈ ਆ ਉਹ ਡਿਕਰੀਜ਼ ਹੋ ਜਾਏਗੀ ਜਦੋਂ ਐਗਰੀਗੇਟ ਸਪਲਾਈ ਡਿਕਰੀਜ਼ ਹੋਏਗੀ ਤਾਂ AS ਕਰਵ ਆਪਣੀ ਕੀ ਹੋ ਜਾਏਗੀ ਲੈਫਟਵਰਡ ਸ਼ਿਫਟ ਹੋ ਜਾਏਗੀ ਜੋ ਪੈਨਲ A ਦੇ ਵਿੱਚ ਦਿਖਾਈ ਦੇ ਤਾਂ ਐਗਰੀਗੇਟ ਸਪਲਾਈ ਡਿਕਰੀਜ਼ ਹੋ ਕੇ ਕੀ ਹੋਗੀ AS1 ਤੋਂ ਸ਼ਿਫਟ ਹੋ ਕੇ AS2 ਤੇ ਹੋਗੀ ਜੋ ਸਾਨੂੰ ਕੀ ਦਿਖਾ ਰਹੀ ਹੈ ਡਿਕਰੀਜ਼ ਇਨ ਐਗਰੀਗੇਟ ਸਪਲਾਈ ਦਿਖਾ ਰਹੀ ਹੈ ਠੀਕ ਹੈ ਤੇ ਜਦੋਂ ਡਿਕਰੀਜ਼ ਹੋਏਗੀ ਐਗਰੀਗੇਟ ਸਪਲਾਈ ਕਰਵ ਤਾਂ ਇਹ ਲੈਫਟ ਸਾਈਡ ਸ਼ਿਫਟ ਹੋਏਗੀ ਐਂਡ ਪੈਨਲ B ਦੇ ਵਿੱਚ ਸਾਨੂੰ ਕੀ ਦਿਖਾਇਆ ਹੈ ਪੈਨਲ B ਦੇ ਵਿੱਚ ਦਿਖਾਇਆ ਹੈ ਕਿ OX ਅਕਸ਼ ਤੇ ਆਊਟਪੁੱਟ ਐਂਡ ਇਨਕਮ ਮੀਨਸ ਐਗਰੀਗੇਟ ਸਪਲਾਈ ਐਂਡ OY ਤੇ ਪ੍ਰਾਈਸ ਤੇ ਜਿਹੜੀ ਇਨੀਸ਼ੀਅਲ ਐਗਰੀਗੇਟ ਸਪਲਾਈ ਕਰਵ ਹੈ ਉਹ ਕੀ ਹੈ ਪੈਨਲ B ਦੇ ਵਿੱਚ AS1 ਹੈ ਤੇ ਉਸ ਤੋਂ ਬਾਅਦ ਕਹਿੰਦੇ ਜਿਹੜੇ ਜੇ AS ਆਪਣਾ ਐਗਰੀਗੇਟ ਸਪਲਾਈ ਦੇ ਵਿੱਚ ਇਨਕਰੀਜ਼ ਹੁੰਦਾ ਹੈ ਤਾਂ ਐਗਰੀਗੇਟ ਸਪਲਾਈ ਕਰਵ ਆਪਣੀ ਰਾਈਟ ਵਰਡ ਸ਼ਿਫਟ ਹੋ ਜਾਂਦੀ ਹੈ AS1 ਤੋਂ AS2 ਤੇ ਸ਼ਿਫਟ ਹੋ ਜਾਏਗੀ ਤਾਂ ਇਹਦੇ ਵਿੱਚ ਮੇਨ ਰੀਜ਼ਨਸ ਕੀ ਹੁੰਦਾ ਐਗਰੀਗੇਟ ਸਪਲਾਈ ਕਰਦਾ ਰਾਈਟ ਵਰਡ ਸ਼ਿਫਟ ਹੋਣ ਦਾ ਜਦ ਤੱਕ ਕਹਿੰਦੇ ਆਪਣੇ ਇਨਪੁਟ ਦੇ ਪ੍ਰਾਈਸਿਸ ਲੋ ਹੋ ਗਏ ਠੀਕ ਹੈ ਵੇਜ ਰੇਟ ਘਟ ਗਿਆ ਮੀਨਸ ਜਾਂ ਫਿਰ ਰੈਂਟ ਘਟ ਗਿਆ ਉਸ ਤੋਂ ਬਾਅਦ ਇੰਟਰਸਟ ਰੇਟ ਘਟ ਗਏ ਇਸ ਤੋਂ ਇਲਾਵਾ ਜਿਹੜੇ ਗਵਰਨਮੈਂਟ ਐਕਸਪੈਂਡੀਚਰਸ ਨੇ ਉਹ ਇਨਕਰੀਜ਼ ਹੋ ਗਏ ਟੈਕਸਿਸ ਵਗੈਰਾ ਰਿਡਿਊਸ ਹੋ ਗਏ ਠੀਕ ਹੈ ਐਂਡ ਟੈਕਨੋਲੋਜੀਕਲ ਇੰਪਰੂਵਮੈਂਟ ਹੋਈ ਆ ਤਾਂ ਇਹਦੇ ਥਰੂ ਆਪਣੀ ਪ੍ਰੋਡਕਸ਼ਨ ਆ ਜਿਹੜੀ ਆਟੋਮੈਟਿਕਲੀ ਕੀ ਹੋ ਜਾਏਗੀ ਇਨਕਰੀਜ਼ ਹੋ ਜਾਏਗੀ ਜਿਹਦੇ ਨਾਲ ਐਗਰੀਗੇਟ ਸਪਲਾਈ ਕਰਵ ਹੈ ਆਪਣੀ ਰਾਈਟ ਵਰਡ ਸ਼ਿਫਟ ਹੋ ਜਾਏਗੀ ਜਦੋਂ ਐਗਰੀਗੇਟ ਸਪਲਾਈ ਦੇ ਵਿੱਚ ਇਨਕਰੀਜ਼ ਹੋਏਗਾ ਤਾਂ ਐਗਰੀਗੇਟ ਸਪਲਾਈ ਕਰਵ AS1 ਤੋਂ ਸ਼ਿਫਟ ਹੋ ਕੇ ਕੀ ਹੋਗੀ AS2 ਤੇ ਸ਼ਿਫਟ ਹੋਗੀ ਜੋ ਕਿ ਸਾਨੂੰ ਕੀ ਦੱਸ ਰਹੀ ਹੈ ਇਨਕਰੀਜ਼ ਇਨ ਐਗਰੀਗੇਟ ਸਪਲਾਈ ਕਰਵ ਦੱਸ ਰਹੀ ਹੈ ਤਾਂ ਇਹ ਤਾਂ ਸੀਗਾ ਸ਼ਿਫਟ ਇਨ ਐਗਰੀਗੇਟ ਸਪਲਾਈ ਕਰਵ ਜੇਕਰ ਐਗਰੀਗੇਟ ਸਪਲਾਈ ਇਨਕਰੀਜ਼ ਹੋਈ ਹੈ ਤਾਂ ਰਾਈਟ ਵਰਡ ਸ਼ਿਫਟ ਹੋਏਗੀ ਅਗਰ ਐਗਰੀਗੇਟ ਸਪਲਾਈ ਡਿਕਰੀਜ਼ ਹੋਈ ਹੈ ਤਾਂ ਇਹ ਲੈਫਟ ਵਰਡ ਸ਼ਿਫਟ ਹੋ ਜਾਏਗੀ ਤਾਂ ਇਹਦੇ ਵਿੱਚ ਕੀ ਆ ਆਪਾਂ ਨੇ ਅੱਜ ਕੀ ਕੀਤਾ ਇਸ ਟੌਪਿਕ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਕੀਤਾ ਸੀਗਾ ਕਿ ਵਾਟ ਇਜ਼ ਐਗਰੀਗੇਟ ਸਪਲਾਈ ਤਾਂ ਐਗਰੀਗੇਟ ਸਪਲਾਈ ਕੀ ਹੁੰਦੀ ਆ ਆਪਣੀ ਇਕਨੋਮੀ ਦੇ ਵਿੱਚ ਟੋਟਲ ਜਿੰਨੀਆਂ ਵੀ ਗੁੱਡਸ ਐਂਡ ਸਰਵਿਸਿਜ਼ ਦੀ ਪ੍ਰੋਡਕਸ਼ਨ ਹੋਈ ਹੈ ਜਦੋਂ ਆਪਾਂ ਉਹਨਾਂ ਦਾ ਟੋਟਲ ਕਰਾਂਗੇ ਤੇ ਜਿੰਨੀ ਵੀ ਕੁਆਂਟੀਟੀ ਆਪਾਂ ਸਪਲਾਈ ਕਰਦੇ ਹਾਂ ਇਕਨੋਮੀ ਦੇ ਵਿੱਚ ਦੈਟ ਇਜ਼ ਅ ਐਗਰੀਗੇਟ ਸਪਲਾਈ ਕਰਵ ਤੇ ਐਗਰੀਗੇਟ ਸਪਲਾਈ ਕਰਵ ਦਾ ਪ੍ਰਾਈਸ ਦੇ ਨਾਲ ਕੀ ਹੁੰਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੁੰਦਾ ਹੈ ਠੀਕ ਹੈ ਪ੍ਰਾਈਸਿਸ ਵਧੇਗੀ ਸਪਲਾਈ ਵੀ ਵਧੇਗੀ ਪ੍ਰਾਈਸਿਸ ਘਟੇਗੀ ਸਪਲਾਈ ਵੀ ਘਟੇਗੀ ਤੇ ਜਿਹੜੀ ਐਗਰੀਗੇਟ ਸਪਲਾਈ ਹੈ ਇਹ ਸ਼ਾਰਟ ਰਨ ਤੇ ਲੌਂਗ ਰਨ ਦੇ ਵਿੱਚ ਕੀਤੀ ਜਾਂਦੀ ਆ ਹੁਣ ਕਹਿੰਦੇ ਕੇਨਜ਼ੀਅਨ ਐਂਡ ਕਲਾਸੀਕਲਸ ਵਿਊ ਵੀ ਨੇ ਐਗਰੀਗੇਟ ਸਪਲਾਈ ਕਰਵ ਦੇ ਲਈ ਕੇਨਜ਼ੀਅਨ ਵਿਊ ਕੀ ਆ ਸ਼ਾਰਟ ਰਨ ਦੇ ਵਿੱਚ ਅਪਲਾਈ ਹੁੰਦਾ ਹੈ ਕਿਉਂਕਿ ਸ਼ਾਰਟ ਰਨ ਦੇ ਵਿੱਚ ਕਹਿੰਦੇ ਕੀ ਬੋਲਦੇ ਨੇ ਕਿ ਜਿਹੜੇ ਕੇਨਜ਼ੀਅਨ ਕਹਿੰਦੇ ਨੇ ਕਿ ਸ਼ਾਰਟ ਰਨ ਦੇ ਵਿੱਚ ਵਿਦ ਦਾ ਹੈਲਪ ਆਫ ਵੇਰੀਏਬਲਸ ਫੈਕਟਰਸ ਅਸੀਂ ਆਪਣੀ ਜਿਹੜੀ ਹੈ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੇ ਆ ਕਿਉਂਕਿ ਜਿਹੜੀ ਆਪਣੀ ਇਕਨੋਮੀ ਹੈ ਉਹਦੇ ਵਿੱਚ ਪੋਟੈਂਸ਼ੀਅਲ ਕਪੈਸਿਟੀ ਪਾਈ ਜਾਂਦੀ ਹੈ ਪ੍ਰੋਡਕਸ਼ਨ ਦੀ ਮੀਨਸ ਆਊਟਪੁੱਟ ਆਪਾਂ ਘੱਟ ਕਰਦੇ ਹਾਂ ਲੇਕਿਨ ਆਪਣੇ ਕੋਲ ਆਊਟਪੁੱਟ ਦੇ ਜਿਹੜੇ ਰਿਸੋਰਸਿਸ ਨੇ ਉਹ ਬਹੁਤ ਜ਼ਿਆਦਾ ਅਵੇਲੇਬਲ ਮੀਨਸ ਲੇਬਰ ਵੀ ਕੈਪੀਟਲ ਤੇ ਅਗਰ ਐਗਰੀਗੇਟ ਡਿਮਾਂਡ ਇਨਕਰੀਜ਼ ਹੁੰਦੀ ਆ ਤਾਂ ਆਪਾਂ ਆਪਣੀ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦੇ ਹਾਂ ਕੇਨਸ ਨੇ ਇਹ ਸ਼ਾਰਟ ਰਨ ਦੇ ਵਿੱਚ ਕਿਹਾ ਹੈ ਕੇਨਸ ਦਾ ਜੋ ਹੈ ਇਹ ਐਗਰੀਗੇਟ ਸਪਲਾਈ ਕਰਵ ਇਹ ਸ਼ਾਰਟ ਰਨ ਦੇ ਵਿੱਚ ਅਪਲਾਈ ਹੁੰਦੀ ਹੈ ਤੇ ਇਹਨੂੰ ਆਪਾਂ ਹੌਰੀਜ਼ੌਂਟਲ ਸਪਲਾਈ ਕਰਵ ਵੀ ਬੋਲਦੇ ਹਾਂ ਐਂਡ ਕਲਾਸੀਕਲਸ ਨੇ ਬੋਲਿਆ ਕਿ ਆਪਣੀ ਇਕਨੋਮੀ ਦੇ ਵਿੱਚ ਹਮੇਸ਼ਾ ਹੀ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਹੁੰਦੀ ਆ
ਫੁੱਲ ਇੰਪਲੋਇਮੈਂਟ ਦੇ ਵਿੱਚ ਕਹਿੰਦੇ ਜਦੋਂ ਆਪਣਾ ਐਗਰੀਗੇਟ ਡਿਮਾਂਡ ਵਧੇਗਾ ਤਾਂ ਸਪਲਾਈ ਨਹੀਂ ਵੱਧ ਸਕਦੀ। ਫੁੱਲ ਇੰਪਲੋਇਮੈਂਟ ਲੈਵਲ ਤੋਂ ਬਾਅਦ ਕਿਉਂਕਿ ਇਕੋਨਮੀ ਦੇ ਵਿੱਚ ਜੋ ਵੀ ਜਿੰਨੇ ਵੀ ਰਿਸੋਰਸਿਸ ਹੁੰਦੇ ਨੇ ਉੱਥੇ ਤੱਕ ਆਪਾਂ ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਕਰ ਚੁੱਕੇ ਹੋ ਰਹੇ ਹਾਂ। ਫੁੱਲ ਇੰਪਲੋਇਮੈਂਟ ਮੀਨਸ ਐਗਰੀਗੇਟ ਡਿਮਾਂਡ ਤੇ ਸਪਲਾਈ ਇਕੁਅਲ ਹੈ ਤੇ ਇੱਥੇ ਕਹਿੰਦੇ ਆਪਾਂ ਆਪਣੀ ਆਊਟਪੁੱਟ ਇਨਕਰੀਜ਼ ਨਹੀਂ ਕਰ ਸਕਦੇ। ਅਗਰ ਐਗਰੀਗੇਟ ਡਿਮਾਂਡ ਇਨਕਰੀਜ਼ ਹੋਏਗੀ ਤਾਂ ਸਿਰਫ ਕੀ ਹੋਏਗੀ ਓਨਲੀ ਪ੍ਰਾਈਸਿਸ ਇਨਕਰੀਜ਼ ਹੋਣਗੇ। ਤਾਂ ਉਹਨਾਂ ਨੇ ਬੋਲਿਆ ਸੀ ਕਿ ਪ੍ਰਾਈਸਿਸ ਇਨਕਰੀਜ਼ ਹੋਣਗੇ। ਇਹ ਹੈਗਾ ਆਪਣਾ ਕਲਾਸੀਕਲ ਵਿਊ, ਠੀਕ ਹੈ। ਤਾਂ ਐਗਰੀਗੇਟ ਸਪਲਾਈ ਦੇਖिए कांस्टेंट है। अगर एग्रीगेट सप्लाई ਦੇ ਵਿੱਚ ਕੋਈ ਵੀ ਚੇਂਜ ਨਹੀਂ ਹੋ ਰਿਹਾ, ਐਗਰੀਗੇਟ ਡਿਮਾਂਡ ਚੇਂਜ ਹੋ ਰਹੀ ਹੈ ਤਾਂ ਸਿਰਫ ਪ੍ਰਾਈਸਿਸ ਕੀ ਹੋਣਗੇ ਇਨਕਰੀਜ਼ ਹੋਣਗੇ। ਦਿਸ ਇਜ਼ ਦਾ ਕੇਨਜ਼ੀਅਨ ਵਿਊ, ਠੀਕ ਹੈ। ਸ਼ਿਫਟ ਇਨ ਲੌਂਗ ਰਨ ਦੇ ਵਿੱਚ ਬੋਲਿਆ ਹੈ ਕਿ ਅਗਰ ਐਗਰੀਗੇਟ ਸਪਲਾਈ ਲੌਂਗ ਰਨ ਦੇ ਵਿੱਚ ਆਪਾਂ ਸਾਰੇ ਫੈਕਟਰਸ ਨੂੰ ਚੇਂਜ ਕਰਕੇ ਅਗਰ ਅਨਇੰਪਲੋਇਮੈਂਟ ਹੈ ਤਾਂ ਆਪਣਾ ਜਿਵੇਂ ਫੁੱਲ ਯੂਟਿਲਾਈਜੇਸ਼ਨ ਨਹੀਂ ਹੋ ਰਹੀ, ਅਨਇੰਪਲੋਇਮੈਂਟ ਹੈ ਇਕੋਨਮੀ ਦੇ ਵਿੱਚ ਤਾਂ ਸਾਰੇ ਰਿਸੋਰਸਿਸ ਨੂੰ ਯੂਜ਼ ਕਰਕੇ ਇਨਪੁਟਸ ਨੂੰ ਇਨਕਰੀਜ਼ ਕਰਕੇ ਆਪਣੇ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦੇ हैं। जिवें कि तुसीं इस डायग्राम दे विच देख सकते हो कि लॉन्ग रन दे विच जिहड़ी सप्लाई वो इंक्रीज हो रही है, LRAS तो इंक्रीज हो के LRAS2 इंक्रीज हो रही है जो सानू इंक्रीज इन एग्रीगेट सप्लाई दस रही है Y1 तो Y2 ਦੇ ਵਿੱਚ। ਇਹ ਤਾਂ ਸੀਗੇ ਸਾਡੇ ਕੇਨਜ਼ੀਅਨ ਐਂਡ ਕਲਾਸੀਕਲਸ ਤੇ ਮੀਡੀਅਮ ਰਨ ਐਗਰੀਗੇਟ ਸਪਲਾਈ ਕਰਵ ਸਾਨੂੰ ਕੀ ਦੱਸਦੀ ਆ ਕੇਨਜ਼ੀਅਨ ਐਂਡ ਕਲਾਸੀਕਲਸ ਦੇ ਵਿੱਚ ਵਾਲੀ ਸਿਚੁਏਸ਼ਨ ਹੈ। ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, AB ਇਜ਼ ਅ Keynesian aggregate supply curve and CD is the classical aggregate supply curve जो vertical है and नीचे AB horizontal है जो supply ਦੇ ਵਿੱਚ increase ਦੱਸ ਰਹੀ ਹੈ। CD है जो अपना वो constant supply ਦੱਸ ਰਿਹਾ ਹੈ and BC ਸਾਡਾ medium period ਦੱਸ ਰਿਹਾ 5 to 10 years ਦਾ, ਜਿਹਦੇ ਵਿੱਚ ਕਹਿੰਦੇ ਆਪਾਂ according to aggregate demand ਆਪਣੀ aggregate supply ਨੂੰ increase ਕਰ ਸਕਦੇ ਹਾਂ ਕਿਉਂਕਿ ਇੱਥੇ ਜਿਹੜੀ potential capacity ਹੈ Keynesian model ਦੇ according ਆਪਾਂ ਉਹਨੂੰ use ਕਰਕੇ ਆਪਣੀ aggregate ਜਿਹੜੀ ਸਪਲਾਈ ਹੈ ਆਊਟਪੁੱਟ ਹੈ ਉਹਨੂੰ ਵੀ ਪਹਿਲਾਂ ਇਨਕਰੀਜ਼ ਕਰਾਂਗੇ। ਹੌਲੀ ਹੌਲੀ ਐਗਰੀਗੇਟ ਆਊਟਪੁੱਟ ਆਪਣੀ ਡਿਕਰੀਜ਼ ਹੁੰਦੀ ਜਾਏਗੀ ਤੇ ਸੀ ਤੱਕ ਆਪਣੇ ਮੈਕਸਿਮਮ ਆਊਟਪੁੱਟ ਹੈ ਜਿਹੜੀ ਆਪਾਂ ਪ੍ਰੋਡਿਊਸ ਕਰ ਚੁੱਕੇ ਹਾਂ ਤੇ CD ਇਜ਼ ਅ ਫੁੱਲ ਇੰਪਲੋਇਮੈਂਟ, ਜਿਸ ਤੋਂ ਬਾਅਦ ਕਹਿੰਦੇ ਐਗਰੀਗੇਟ ਸਪਲਾਈ ਆਪਣੀ ਇਨਕਰੀਜ਼ ਨਹੀਂ ਹੋਏਗੀ। ਇਸ ਤੋਂ ਬਾਅਦ ਆਪਣੇ ਪ੍ਰਾਈਸਿਸ ਵੀ ਕੀ ਹੋਣਗੇ ਇਨਕਰੀਜ਼ ਹੋਣਗੇ। ਇਹ ਕਾਂਸਟੈਂਟ ਸਪਲਾਈ ਨੂੰ ਸ਼ੋ ਕਰ ਰਹੇ ਨੇ ਜੋ ਕੀ ਆ ਉਹ ਵਾਈ ਦੇ ਪੈਰਲਰ ਹੈ ਐਂਡ ਨੀਚੇ ਇਹ ਵੀ ਉਹ ਐਕਸ ਐਕਸਿਸ ਦੇ ਕੀ ਆ ਪੈਰਲਰ ਹੈ। ਦਿਸ ਇਜ਼ ਅ ਹੌਰੀਜ਼ੌਂਟਲ ਸਪਲਾਈ ਕਰਵ ਆਫ Keynesian, ਠੀਕ ਹੈ। ਇਹ 3 ਜਿਹੜੇ ਹੈਗੇ ਨੇ ਟਾਈਮ ਪੀਰੀਅਡਸ ਜਿਨ੍ਹਾਂ ਦੇ ਵਿੱਚ ਸਪਲਾਈ ਕਰਵ ਦੀ ਸ਼ੇਪ ਦੱਸੀ ਹੋਈ ਆ। ਮੀਡੀਅਮ ਰਨ ਐਗਰੀਗੇਟ ਸਪਲਾਈ ਕਰਵ ਦੀ ਸ਼ੇਪ ਕੀ ਹੋਏਗੀ ਲੈਫਟ ਰਾਈਟ ਅਪਵਰਡ ਹੋਏਗੀ। ਪਹਿਲਾਂ ਸਪਲਾਈ ਜ਼ਿਆਦਾ ਇੰਕਰੀਜ਼ਿੰਗ ਰੇਟ ਦੇ ਨਾਲ ਇੰਕਰੀਜ਼ ਹੋਏਗੀ, ਉਸ ਤੋਂ ਬਾਅਦ ਫਿਰ ਡਿਕਰੀਜ਼ਿੰਗ ਰੇਟ ਦੇ ਨਾਲ ਇੰਕਰੀਜ਼ ਹੋਏਗੀ ਤੇ ਪ੍ਰਾਈਸਿਸ ਜ਼ਿਆਦਾ ਇੰਕਰੀਜ਼ਿੰਗ ਰੇਟ ਦੇ ਨਾਲ ਇੰਕਰੀਜ਼ ਹੋਣਗੇ ਕਿਉਂਕਿ ਇਸ ਦੇ ਵਿੱਚ ਕੀ ਆ ਮੀਡੀਅਮ ਪੀਰੀਅਡ ਦੇ ਵਿੱਚ ਆਪਾਂ ਸ਼ਾਰਟ ਰਨ ਤੋਂ ਲੌਂਗ ਰਨ ਦੇ ਵਿੱਚ ਕੀ ਆ ਜਾਂਦੇ ਆ। ਉਸ ਤੋਂ ਬਾਅਦ ਕਹਿੰਦੇ ਰੀਜ਼ਨਸ ਕੀ ਹੋ ਸਕਦੇ ਨੇ ਸਪਲਾਈ ਕਰਵ ਦੇ ਵਿੱਚ ਚੇਂਜ ਹੋਣ ਦੇ। ਇੱਕ ਤਾਂ ਇਨਪੁਟਸ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਡਿਕਰੀਜ਼ ਹੋਣਾ ਜੋ ਵੀ ਆਪਣੇ ਇਨਪੁਟਸ ਨੇ ਉਹਨਾਂ ਦੇ ਐਂਡ ਟੈਕਨੋਲੋਜੀਕਲ ਪ੍ਰੋਗਰੈਸ ਟੈਕਨੋਲੋਜੀ ਦਾ ਇੰਪਰੂਵ ਹੋਣਾ ਐਂਡ ਪਬਲਿਕ ਪਾਲਿਸੀ ਗਵਰਨਮੈਂਟ ਦੀਆਂ ਜੋ ਮੋਨਿਟਰੀ ਤੇ ਫਿਜ਼ੀਕਲ ਪਾਲਿਸੀ ਤੇ ਟੈਕਸ ਪਾਲਿਸੀਜ਼ ਨੇ ਉਹਨਾਂ ਦਾ ਵੀ ਅਫੈਕਟ ਪੈਂਦਾ ਹੈ ਸਪਲਾਈ ਤੇ। ਉਸ ਤੋਂ ਬਾਅਦ ਸ਼ਿਫਟ ਇਨ ਸਪਲਾਈ ਕਰਵ ਰਾਈਟਵਰਡ ਤੇ ਲੈਫਟਵਰਡ ਸ਼ਿਫਟ ਹੋ ਸਕਦੀ ਆ ਅਗਰ ਸਪਲਾਈ ਦੇ ਵਿੱਚ ਇਨਕਰੀਜ਼ ਹੋਇਆ ਹੈ ਇਹਨਾਂ ਰੀਜ਼ਨਸ ਕਰਕੇ ਤਾਂ ਐਗਰੀਗੇਟ ਸਪਲਾਈ ਰਾਈਟਵਰਡ ਸ਼ਿਫਟ ਹੋਏਗੀ ਜਿਵੇਂ ਕਿ AS1 ਤੋਂ AS2 ਤੇ ਦਿਸ ਇਜ਼ ਅ ਇਨਕਰੀਜ਼ ਇਨ ਐਗਰੀਗੇਟ ਸਪਲਾਈ ਕਰਵ। ਅਗਰ ਐਗਰੀਗੇਟ ਸਪਲਾਈ ਦੇ ਵਿੱਚ ਡਿਕਰੀਜ਼ ਹੋ ਰਿਹਾ ਹੈ ਤਾਂ ਫਿਰ ਲੈਫਟਵਰਡ ਸ਼ਿਫਟ ਹੋਏਗੀ ਜਿਵੇਂ ਕਿ ਤੁਸੀਂ ਪੈਨਲ A ਦੇ ਵਿੱਚ ਦੇਖ ਸਕਦੇ ਹੋ। AS1 is a initial supply curve and decrease in supply curve. This is a AS2 ਜੋ ਸ਼ਿਫਟ ਹੋਗੀ ਬੈਕਵਰਡ ਲੈਫਟ ਸਾਈਡ, ਠੀਕ ਹੈ। ਤਾਂ 2 ਜਿਹੜੀਆਂ ਹੈਗੀਆਂ ਰੀਜ਼ਨਸ ਦੇ ਕਰਕੇ 3 ਰੀਜ਼ਨ ਕਰਕੇ ਇਹ ਸ਼ਿਫਟ ਹੋ ਸਕਦੀ ਹੈ। ਦਿਸ ਇਜ਼ ਦ ਸ਼ਿਫਟ ਇਨ ਸਪਲਾਈ ਕਰਵ ਰਾਈਟਵਰਡ ਐਂਡ ਲੈਫਟਵਰਡ। ਤੇ ਜਿਹੜਾ ਆਪਣਾ ਸਪਲਾਈ ਕਰਵ ਦਾ ਟੌਪਿਕ ਸੀ ਇੱਥੇ ਹੀ ਖਤਮ ਹੁੰਦਾ ਹੈ। ਇਸ ਤੋਂ ਬਾਅਦ ਆਪਾਂ ਕਰਾਂਗੇ ਇਕੁਇਲਿਬਰੀਅਮ ਇਨ ਇਕੋਨਮੀ, ਜਿੱਥੇ ਕਹਿੰਦੇ ਸਪਲਾਈ ਤੇ ਡਿਮਾਂਡ ਕਰਵ ਦੋਨੇ ਇਕੁਅਲ ਹੋਣਗੇ ਉੱਥੇ ਇਕੋਨਮੀ ਦੇ ਵਿੱਚ ਇਕੁਇਲਿਬਰੀਅਮ ਹੋਏਗਾ। ਇਹ ਇਸ ਤੋਂ ਬਾਅਦ ਵਾਲਾ ਟੌਪਿਕ ਹੈ। ਅੱਜ ਵਾਲਾ ਇਹ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।